लो कोई रह गया हो मित्रा उन्होंने फोन करना है बंदे 8-10 बुलाई दी थी रह गया हो no don't worry there are people who might come no need कोई रह गया what's the time no we'll wait for 2-3 minutes ਉਹਦੀ ਕੀ ਗੱਲ ਹੈ ਆਪਾਂ ਦਾ ਟਾਈਮ ਹੈਗਾ ਹਮਾਰਾ ਮੈਂ ਲੇਟ ਹੋ ਜਾਂਦਾ ਕਈ ਵਾਰ 2 ਮਿੰਟ ਮਾਫੀ ਮੰਗ ਲਈ ਦੀ ਹੈ मैं ना एक बार लगा मैं इंग्लैंड गया कॉन्ट्रैक्ट बड़ा बड़ा था मिडिल सेक्स क्रिकेट खेडते ते मैं सोचा जे मैं इंडिया चलता काम उतना उत्थे चलता होना मैं जो जॉन सीगा मेरा जो सीगा जिन्हें कॉन्ट्रैक्ट कराया जॉन मैंने कहना विल मीट एट द पब एट 5 मैं 2 मिनट लेट एक चिट्ठी पई थी लर्न टू रिस्पेक्ट अदर पीपल्स टाइम बुरा पा ਉਹ ਦਿਨ ਗਿਆ ਅੱਜ ਦਾ ਦਿਨ ਗਿਆ ਮੈਂ ਉਹ ਯੂ ਆਰ ਐਡਮੈਂਟ ਫਰਮ ਦ ਸਕੂਲ ਡੇਜ਼ ਇਨਫੈਕਟ ਵੈਸਟ ਇੰਡੀਜ਼ ਸਕੂਲ ਤੋਂ ਪਹਿਲਾਂ ਯੂ ਪਲੇਇੰਗ ਇੱਥੇ ਇੱਕ ਬਾਲ ਨਹੀਂ ਵੱਜਦੀ ਸੀ ਹਰੀਸ਼ਪੁਰੀ ਹੁੰਦਾ ਸੀ ਯਾਦ ਅੰਮ੍ਰਿਤਸਰ ਵਾਲਾ ਤੁਹਾਨੂੰ ਛੋਟੀ ਬਾਲ ਕਰਦਾ ਸੀਗਾ ਵੱਜਦੀ ਸੀ ਤੁਹਾਡੇ ਐਂਡ ਤੁਸੀਂ ਪੂਰੇ ਐਡਮੈਂਟ ਸੀ ਕਿ ਪ੍ਰੈਕਟਿਸ ਕਰਕੇ ਜਾਣਾ ਵੈਸਟ ਇੰਡੀਜ਼ ਯੂ ਹੈਡ ਸਕੋਰ 200 ਕਰੈਕਟ ਯਾਦ ਹੈ ਵਾਹ ਯਾਰ ਕੀ ਬਾਤ ਹੈ ਕੋਈ ਕ੍ਰਿਕਟ ਵਾਲੀ ਗੱਲ ਕਰ ਲੈਂਦਾ ਕੋਈ ਕਰ ਲੈਂਦਾ Sidhu have a good competition in Punjab. You and the others. There is no competition. I compete with myself. I don't compete with anybody in my life. छोटे वीर की हाल नमस्कार जी सर मेरा नाम गुरप्रीत ਸਿੰਘ ਚੱਠਾ ਜੀ ਡੀ ਪੇਪਰ ਤੋਂ ਇੱਕ ਗੁਰਿੰਦਰ ਸਿੰਘ ਔਲਖ ਨੇ ਵਾਹ 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 ਭਾਜੀ ਨੂੰ ਮੇਰੀ ਫਤਿਹ ਬੁਲਾਈ ਮੈਂ ਮਾਰਾ ਸਾਡੇ ਮਾਲੇ ਵੇਲਿਆਂ ਦਾ ਆਸ਼ੀਰਵਾਦ ਦੇਣ ਵਾਲਾ ਹੈ ਹਾਂਜੀ ਦੇਖਿਆ ਆ ਗਿਆ ਨਾ 2-3 ਮਿੰਟ ਹੋਰ प्लीज पार्डन मी 2-3 मिनट आप और वेट कर लेंगे जो कोई रह गया हो ओह मारा मैं वेट कर रही संधे वाली साहब मैं जी यही गल नहीं कहते शुरू करो मैं बिल्कुल नहीं गल लगे यार कमाल कर इन्नी इज्जत करी दी तेरी उधर इधर ही हाँ जी आ जाओ देखिया हो गया ना गौरव पूरा कोई रह गया देख ले फोन कर ला जे एक बंदा रह गया मैंने लगता कुड़ी रह गई फोन कर टीम याद है मैं देखो बंदे वो मैं देखदा हूं ना पूरा ऐ टका के देखदा मैं ਜਿਹੜੇ ਬੰਦਿਆਂ ਨੂੰ ਮੈਂ ਦੇਖਦਾ ਮੈਂ ਉਹਨਾਂ ਨੂੰ ਹੀ ਬੁਲਾਉਣਾ ਮੈਨੂੰ ਕੋਈ ਪਬਲਿਸਿਟੀ ਦਾ ਸ਼ੌਕ ਹੈ ਹੀ ਨਹੀਂ ਕਲਾ ਦਾ ਕਦੇ ਵੀ ਨਹੀਂ ਰਿਹਾ ਪਬਲਿਸਿਟੀ ਕਰਦਾ ਚਾਹੁੰਦਾ ਮੈਂ ਪਬਲਿਸਿਟੀ ਤੁਹਾਡੀ ਵੈਸੇ ਹੀ ਬਹੁਤ ਹੈ ਉਹ 45 ਸਾਲ ਦੇ ਹੋਏ ਨੇ ਛੋਟੇ ਜੀ ਪਿਓ ਦੇ ਇਹੋ ਜਿਹੇ ਸ਼ੀਰਵਾ ਤੁਹਾਡੀ ਕਿੰਨੀ ਏਜ 45 ਹੈ ਮੈਂ 57 58 ਸੌਰੀ ਤਾਂ ਲੈ ਕੇ ਬਕਾਰੀ ਨੇ 1 ਸਾਲ ਘਟਾਤੀ ਸੀ 58 हाँ आगे ये तो ज़्यादा लेट है फिर रहने देने नहीं तो फर्जा भी डीकी भाई विल स्टार्ट उन्होंने प्रोजेस करते मेरे को मेरी गल कर मैं उन्हें पूछ लेना कुड़ी है बेचारी नहीं छोटी भैन बेटा मैं हूँ तू छोटी भैन का बेटा मैंने समझ नहीं आता पर जो भी मेरा कह रहा दिलों कह रहा इस तरह है कि सारे आगे है बच्चू अद्धा घंटा तेन लगना है तो मैं शुरू कर देना मैं आई विल स्पेंड लिटिल मोर टाइम विद यू खाली नहीं जान दूंगा सवाल पैदा नहीं होता ये मेरा है जो दे रहो खुश रहो पार्डन मी मैं हूँ शुरू कर देना बिकॉज सारे आगे है ਤੇ ਤੁਸੀਂ ਜਦੋਂ ਆਓਗੇ ਮੈਂ ਇਕੱਲਾ ਬੈਠ ਲੂੰਗਾ ਤੁਹਾਡੇ ਕੋਈ ਰੌਲਾ ਨਹੀਂ ਜਦੋਂ ਤੁਸੀਂ ਆਓਗੇ ਉੱਥੋਂ ਸ਼ੁਰੂ ਕਰਾਂਗੇ ਫਿਰ ਮੈਂ ਇਕੱਲਾ ਬੈਠ ਲੂੰਗਾ ਜਿਉਂਦੇ ਰਹੋ ਥੈਂਕ ਯੂ ਲਓ ਜੀ ਆਈ ਟੁਕ ਪਰਮਿਸ਼ਨ ਫਰਮ ਹਰ ਕਰੀਏ
ਭਾਜੀ ਕੋਈ ਵੀ ਵਿੱਚ ਮੈਨੂੰ ਰੋਕ ਦਿਓ, ਕਦੇ ਵੀ ਰੋਕ ਦਿਓ, ਕੋਈ ਰੌਲਾ ਨਹੀਂ, ਉੱਥੋਂ ਹੀ ਸ਼ੁਰੂ ਕਰ ਲਾਂਗੇ ਆਪਾਂ। ਮੈਂ ਕਾਗਜ਼ਾਂ ਕੂਗਜ਼ਾਂ ਤੋਂ ਬੋਲਦਾ ਨਹੀਂ, ਇੱਥੋਂ ਬੋਲਦਾ, ਕੋਈ ਪ੍ਰਵਾਹ ਨਹੀਂ, ਗੱਲ ਵੱਡੀ। ਇਸ ਤਰ੍ਹਾਂ ਭਾਜੀ ਕਿ ਇੱਕ ਬਹੁਤ ਵੱਡਾ ਛੜਯੰਤਰ, ਇੱਕ ਵੱਡੀ ਗੇਮ ਦਾ ਪਾਰਟ ਹੈ ਇਹ 3 ਕਾਲੇ ਕਾਨੂੰਨ। ਇਹ ਉਹਦੇ ਮੂਹਰੇ ਜਿਹੜੀ ਉਹ ਗੇਮ ਚੱਲਦੀ ਹੈ ਨਾ, ਔਰ ਨਿਰੰਤਰ ਚੱਲਦੀ ਹੈ, ਮਤਲਬ 2014 ਤੋਂ ਉਹ ਰੁਕੀ ਨਹੀਂ, ਉਹ ਤੁਰਦੀ ਜਾਂਦੀ ਹੈ, ਤੁਰਦੀ ਜਾਂਦੀ ਹੈ, ਤੁਰਦੀ ਜਾਂਦੀ ਹੈ। ਇਹ ਉਹਦਾ ਛੋਟਾ ਜਿਹਾ ਹਿੱਸਾ ਹੈ। ਜੇ ਤੁਸੀਂ ਕਹੋ ਨਾ ਵੀ ਸ਼ੈਤਾਨ ਦੀ ਗੱਡੀ ਹੈ, ਤੇ ਇਹ ਸ਼ੈਤਾਨ ਦੀ ਗੱਡੀ ਦੇ 3 ਪਹੀਏ ਨੇ, ਇੰਜਣ ਉਹ, ਤੇ ਮੈਂ ਅੱਜ ਇੰਜਣ ਦੀ ਗੱਲ ਕਰੂੰ। ਬਿਕਾਜ਼ ਆਈ ਆਲਵੇਜ਼ ਬਿਲੀਵ ਟੇਕ ਅਵੇ ਦ ਕਾਜ਼ ਐਂਡ ਦੀ ਇਫੈਕਟ ਵਿਲ ਸੀਜ਼। ਸੋ ਉਹ ਕਾਜ਼ ਹੈ, ਇਹ ਸਾਰੀ ਚੀਜ਼ ਉੱਥੋਂ ਸ਼ੁਰੂ ਹੋਈ ਹੈ, ਉਹ ਜੜ। ਹੁਣ ਜਦੋਂ ਮੈਂ ਦੇਖਦਾ ਓਵਰ ਅ ਪੀਰੀਅਡ ਆਫ ਟਾਈਮ, ਮੈਂ ਮੁਲਕ ਦੇਖਦਾ, ਮੈਂ ਆਪਣਾ ਕਨਸਟੀਟਿਊਸ਼ਨ ਦੇਖਦਾ, ਸਾਡੀਆਂ ਵੈਲਿਊਜ਼ ਦੇਖਦਾ, ਸੋਸ਼ਲ ਜਸਟਿਸ ਦੇਖਦਾ, ਡੈਮੋਕ੍ਰੇਸੀ ਦੇਖਦਾ। ਮੁਲਕਾਂ ਨੂੰ ਬਣਨ ਨੂੰ, ਸੰਵਿਧਾਨ ਨੂੰ ਬਣਨ ਨੂੰ ਟਾਈਮ ਲੱਗਦੇ ਆ, ਫਿਰ ਐਵੋਲਿਊਸ਼ਨ ਹੁੰਦੀ ਹੈ, ਮੁਲਕ ਤਰੱਕੀ ਕਰਦੇ ਕਰਦੇ ਡਿੱਗਣ ਨੂੰ ਇੱਕ ਪਲ ਲੱਗਦਾ। ਦੇਖ ਲਓ ਅਮਰੀਕਾ ਕਿੱਥੇ ਆ ਗਿਆ ਇੱਕ ਦਿਨ 'ਚ, ਇੱਕ ਦਿਨ 'ਚ ਕਿੱਥੋਂ ਕਿੱਥੇ ਆ। ਉਹ ਸਨੇਕਸ ਐਂਡ ਲੈਡਰਸ ਹੁੰਦੀ ਹੈ ਨਾ, ਉਹ ਇੱਕ ਡੰਗ ਵੱਜਦਾ, ਠਾਂ ਕਰਦਾ, ਬੰਦਾ ਜ਼ੀਰੋ ਤੇ ਆਉਂਦਾ। ਮੈਂ ਇੰਸਟੀਟਿਊਸ਼ਨਸ ਦਾ ਹਾਲ ਪਿਛਲੇ 4 ਸਾਲਾਂ ਦੇ ਵਿੱਚ, ਜਿੱਥੇ ਇੰਸਟੀਟਿਊਸ਼ਨਸ ਆ ਗਈਆਂ, ਤੁਸੀਂ ਮੀਡੀਆ ਦੇ ਲੋਕ, ਦ ਗੁੱਡ, ਦ ਬੈਡ, ਦੀ ਅਗਲੀ ਆਰ ਐਵਰੀਵੇਅਰ, ਪਰ ਤੁਸੀਂ ਮੀਡੀਆ ਦਾ ਹਾਲ ਦੇਖ ਲਓ। ਕਦੇ ਸੋਚ ਸਕਦਾ ਸੀ ਬੰਦਾ ਕਿੱਡਾ ਰੁਤਬਾ ਮੀਡੀਆ ਦਾ, ਤੇ ਕਦੇ ਸੋਚ ਸਕਦਾ ਸੀ ਬੰਦਾ ਕਿ ਇਸ ਹੱਦ ਤੱਕ ਲੋਕ ਕਹਿਣਗੇ ਗੋਦੀ ਮੀਡੀਆ, ਲੋਕ ਗਾਲਾਂ ਕੱਢਣਗੇ ਪਬਲਿਕਲੀ। ਦੇਖੋ, ਲੋਕਾਂ ਦੀ ਆਵਾਜ਼ ਨੂੰ ਰਿਸਪੈਕਟ ਕਰਨਾ ਮੈਂ ਹਮੇਸ਼ਾ ਕਰਦਾ, ਉਹਦੇ 'ਚ ਹੀ ਰੱਬ ਦੀ ਆਵਾਜ਼। ਦ ਵੌਇਸ ਆਫ ਦ ਪੀਪਲ ਇਜ਼ ਦ ਵੌਇਸ ਆਫ ਗॉड। ਤੁਸੀਂ ਇਹ ਦੇਖ ਲਓ ਵੀ ਸੋਸ਼ਲ ਮੀਡੀਆ ਹੋਣਾ ਹੈ, ਮੈਂ ਕਹਿੰਦਾ ਬੜੀ ਰੈਵੋਲੂਸ਼ਨ, ਬੜੀ ਤਕੜੀ ਰੈਵੋਲੂਸ਼ਨ ਹੈ, ਇਹਦਾ ਕਮਾਲ ਕਰ ਦੂਗੀ, ਫਲਾਨਾ ਕਰ ਦੂਗੀ। ਉਹ 'ਚ ਟਰੋਲ ਆ ਗਈ, ਉਹ ਇੱਕ ਬੰਦਾ ਬੈਠਾ ਹੁੰਦਾ ਕੰਪਿਊਟਰ ਤੇ, ਤੁਸੀਂ ਉਹਨੂੰ ਦੇਖੋ ਵੀ ਇਹਨੇ ਗਾਲ ਕੱਢੀ ਹੈ ਨਾ, ਜਿਹੜਾ ਗਾਲ ਕੱਢਣ ਵਾਲਾ ਹੁੰਦਾ, ਜਿਹਦੇ ਪੱਲੇ ਕੁਝ ਨਹੀਂ ਹੁੰਦਾ ਨਾ, ਕਹਿੰਦੇ ਡੋਂਟ ਰੇਜ਼ ਯੋਰ ਵੌਇਸ, ਰੇਜ਼ ਯੋਰ ਆਰਗੂਮੈਂਟ। ਉਹ ਇੱਕ ਬੰਦਾ ਬੈਠਾ ਹੁੰਦਾ ਕੰਪਿਊਟਰ ਤੇ, 40 ਮਾਰਦਾ ਗਾਲਾਂ, ਠੱਕ ਠੱਕ ਠੱਕ, ਲੋਕਾਂ ਨੂੰ ਉਹਦਾ ਪਤਾ ਨਹੀਂ ਕੌਣ ਕੌਣ ਕਹਿ ਰਿਹਾ, ਬਟ ਉਹ ਹੈ ਇੱਕ ਬੰਦਾ। ਮੈਂ ਉਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਇਹ ਕਹਿਣਾ ਚਾਹੁੰਦਾ ਕਿ ਯੂ ਕੈਨ ਨਾਟ ਟੇਕ ਅ ਨੇਸ਼ਨਸ ਪ੍ਰੋਗਰੈਸ ਐਜ਼ ਗ੍ਰਾਂਟਿਡ। ਇਹ ਕੋਈ ਗਰੰਟੀ ਨਹੀਂ ਹੈ ਕਿ ਤੁਸੀਂ ਹੱਥ ਤੇ ਹੱਥ ਧਰੇ ਬੈਠੇ ਰਹੋਗੇ ਕਿ ਇੱਕ ਮੁਲਕ ਦੀ, ਇੱਕ ਸੂਬੇ ਦੀ ਜਿਹੜੀ ਹੈ ਉਹ ਤਰੱਕੀ ਹੁੰਦੀ ਰਹੂਗੀ, ਔਰ ਤੁਹਾਡੀ ਕੋਈ ਇਕਨੋਮਿਕ ਪਾਲਿਸੀ ਨਾ ਹੋਵੇ, ਤੁਹਾਡੀ ਕੋਈ ਸੋਚ ਨਾ ਹੋਵੇ, ਔਰ ਦੇਸ਼ ਅੱਗੇ ਵਧਦਾ ਰਹੂਗਾ। ਸਾਲਾਂ ਸਾਲ ਲੱਗਦੇ ਹੈ, ਚੰਗੇ ਲੋਕ ਕੰਮ ਕਰਦੇ ਆ, ਤਾਂ ਮੁਲਕ ਇੱਕ ਸਟੈਪ ਅੱਗੇ ਵਧਦਾ। ਤੇ ਮੈਂ ਹੁਣ ਜਿਹੜੀ ਉਹ ਵੱਡੀ ਗੇਮ ਦੇ ਵੱਲ ਨੂੰ ਆ ਰਿਹਾ ਨਾ, ਉੱਥੋਂ ਸ਼ੁਰੂ ਕਰੂੰਗਾ। ਹੁਣ ਮੈਂ ਸਟਾਰਟ ਕਰਦਾ ਆਪਣੀ ਉਸ ਵੱਡੀ ਗੇਮ। ਉਹ ਵੱਡੀ ਗੇਮ ਦਾ ਨਾਂ ਹੈ ਫੂਡ ਸਿਕਿਉਰਿਟੀ ਆਫ ਇੰਡੀਆ, ਫੂਡ ਸਿਕਿਉਰਿਟੀ ਐਂਡ ਐਗਰੀਕਲਚਰ। ਦੇਖੋ, ਹੋਰ ਦੁਨੀਆ ਦੇ ਵਿੱਚ ਜੇ ਤੁਸੀਂ ਮੁੱਢ ਬੰਨ੍ਹਣਾ ਹੋਵੇ, ਖੇਤੀ ਤੇ ਫੂਡ ਸਿਕਿਉਰਿਟੀ, ਰੋਟੀ ਤਾਂ ਖਾਣੀ ਹੈ ਨਾ ਸਾਰਿਆਂ ਨੇ, ਇਹ ਸਭ ਤੋਂ ਵੱਡੀ ਚੀਜ਼। ਹੁਣ ਜਦੋਂ ਮੈਂ ਇਸ ਫੂਡ ਸਿਕਿਉਰਿਟੀ ਦੀ ਗੱਲ ਕਰਦਾ, ਤੇ ਇਸ ਫੂਡ ਸਿਕਿਉਰਿਟੀ ਦੀ ਸੈਂਟਰੀਫਿਊਗਲ ਫੋਰਸ ਕੀ ਹੈ, ਇਹਦੇ ਵੱਲ ਬਹੁਤ ਘੱਟ ਲੋਕਾਂ ਦਾ ਧਿਆਨ ਜਾ ਰਿਹਾ। ਸਾਰੇ ਇਹ 3 ਕਾਲੇ ਕਾਨੂੰਨਾਂ ਵੱਲ ਪੂਰੀ ਤਰ੍ਹਾਂ ਫੋਕਸ ਨੇ, ਹੋਣੇ ਵੀ ਚਾਹੀਦੇ, ਲੇਕਿਨ ਇਟਸ ਪਾਰਟ ਆਫ ਦੈਟ ਥਿੰਗ। ਦੀ ਨੇਮ ਇਜ਼ FCI, ਫੂਡ ਕਾਰਪੋਰੇਸ਼ਨ ਆਫ ਇੰਡੀਆ। ਇਹ ਗੇਮ ਦਾ ਵੱਡਾ ਪਾਰਟ ਹੈ, ਮੈਂ ਇਹਨੂੰ ਇੰਜਨ ਮੰਨਦਾ, ਔਰ ਇਸ ਇੰਜਨ ਨੂੰ, ਸਰਕਾਰੀ ਇੰਜਨ ਨੂੰ ਕਿਸੇ ਹੋਰ ਦੀ ਗੱਡੀ 'ਚ ਫਿੱਟ ਕੀਤਾ ਜਾ ਰਿਹਾ, ਇਹ ਵੀ ਮੈਂ ਪੂਰੀ ਤਰ੍ਹਾਂ ਮੰਨਦਾ, ਔਰ ਮੈਂ ਅੱਜ ਪ੍ਰੂਵ ਕਰ ਦੂੰ। ਲੈਂਡ ਮੀ ਵੇਅਰਸ। ਸਵਾਲ ਇਹ ਹੈ ਕਿ ਫੂਡ ਕਾਰਪੋਰੇਸ਼ਨ 1965 ਦੇ ਵਿੱਚ ਸਟੈਚੂਟਰੀ ਬਾਡੀ ਬਣਦੀ ਹੈ। ਕੱਲ ਇਹਦਾ ਫਾਊਂਡੇਸ਼ਨ ਡੇ ਸੀ, 14 ਸੀ ਕੱਲ, 14 ਫਾਊਂਡੇਸ਼ਨ ਡੇ। ਤੇ ਇਹ 4 ਫੋਲਡ ਪਰਪਸ ਨਾਲ ਬਣਦੀ ਹੈ ਕਿ ਤੁਸੀਂ MSP ਲਾਓਗੇ ਜੀ, ਪ੍ਰੋਕਿਉਰਮੈਂਟ ਕਰੋਗੇ ਜੀ,
ਉਸ ਤੋਂ ਬਾਅਦ ਪ੍ਰੋਕਿਉਰਮੈਂਟ ਤੋਂ ਬਾਅਦ ਉਹਦੀ ਮੇਨਟੇਨੈਂਸ, ਉਹਦੀ ਸਟੋਰੇਜ, ਉਹਦਾ ਜਿਹੜਾ ਟਰਾਂਸਪੋਰਟੇਸ਼ਨ ਹੈ ਉਹ ਕਰੂੰਗੀ। ਤੀਜੀ ਚੀਜ਼ ਕਿ ਉਹਦਾ ਜਿਹੜਾ ਬਫਰ ਸਟਾਕ, ਸਭ ਤੋਂ ਇੰਪੋਰਟੈਂਟ ਚੀਜ਼ ਕਿ ਜਿਹੜੀ ਦੇਸ਼ ਦੀ ਆਪਦਾ ਆਉਂਦੀ ਹੈ ਕਦੇ ਕਦੇ, ਕਿ ਤੁਹਾਡੇ ਕੋਲ ਸਰਪਲਸ ਜਮ੍ਹਾਂ ਕੀਤਾ ਹੋਇਆ ਅਨਾਜ ਜਿਹੜਾ ਹੈ ਉਹ ਪਿਆ ਹੋਣਾ ਚਾਹੀਦਾ, ਬਫਰ ਸਟਾਕ ਹੋਣਾ ਚਾਹੀਦਾ। ਚੌਥੀ ਚੀਜ਼ ਕਿ ਇਸ ਦੇਸ਼ ਦੇ 80 ਕਰੋੜ ਗਰੀਬਾਂ ਨੂੰ ਪੀਡੀਐਸ, ਇਹ ਪੀਡੀਐਸ ਸਪਲਾਈ ਕਰਨਾ, ਇਹਦੀ ਚੌਥੀ। ਹੁਣ ਜਦੋਂ ਮੈਂ FCI ਨੂੰ ਦੇਖਦਾ ਤੇ ਮੈਂ ਇਹ ਦੇਖਦਾ ਕਿ FCI ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਮਾਰਿਆ, ਔਰ ਉਹ ਇਸ ਲਈ ਮਾਰਿਆ ਗਿਆ ਕਿ ਜਿਉਂ-ਜਿਉਂ FCI ਮਰਦੀ ਹੈ ਤੇ ਉਹਦਾ ਜਿਹੜਾ ਟੇਕ ਓਵਰ ਹੈ, ਉਹਦਾ ਹੈਂਡ ਓਵਰ ਹੈ, ਉਹ ਦੋ ਵੱਡੇ ਅਮੀਰਾਂ ਨੂੰ ਬੜੇ ਸਮੂਥਲੀ ਕੀਤਾ ਜਾਂਦਾ। ਕਿਉਂਕਿ ਜਦੋਂ ਆਪਾਂ FCI ਦੀ ਗੱਲ ਕਰੀਏ ਤੇ ਇਹ ਕੋਈ ਪ੍ਰੋਫਿਟ ਮੇਕਿੰਗ ਆਰਗੇਨਾਈਜੇਸ਼ਨ ਨਹੀਂ। ਜਿੱਦਾਂ DC ਦਫ਼ਤਰ ਚੱਲਦਾ ਹੈ, DC ਦਫ਼ਤਰ ਚੱਲਦਾ ਕਿ ਨਹੀਂ, DC ਦਫ਼ਤਰ ਚੱਲਦਾ, ਫੌਜ ਚੱਲਦੀ ਹੈ, ਪੁਲਿਸ ਚੱਲਦੀ ਹੈ, ਉਸੇ ਤਰ੍ਹਾਂ FCI is not an income generating statutory body। ਇਹ ਤੇ ਵੈਲਫੇਅਰ ਸਟੇਟ ਦੇ ਵਿੱਚ ਕਿਸਾਨ ਦੀ ਲਾਈਫ ਲਾਈਨ ਹੈ। ਇਹ ਅਗਰ ਤੁਸੀਂ ਦੇਖੋ ਓਵਰਆਲ ਗਰੀਬ ਬੰਦਿਆਂ ਦੀ ਲਾਈਫ ਲਾਈਨ ਹੈ ਜਿਹਨਾਂ ਨੂੰ PDS ਮਿਲਦਾ। ਇਹਨੂੰ ਕਿਸ ਤਰ੍ਹਾਂ ਮਾਰਿਆ ਗਿਆ, ਮੈਂ ਉੱਥੇ ਆਉਣਾ ਸਭ ਤੋਂ ਪਹਿਲਾਂ। ਕਿਉਂਕਿ ਇਹਦਾ ਆਪਦਾ ਕੋਈ ਕੈਸ਼ ਫਲੋ ਨਹੀਂ, ਕਿਉਂਕਿ ਇਹਦੀ ਆਪਦੀ ਕੋਈ ਇਨਕਮ ਨਹੀਂ, ਇਹ ਸਰਕਾਰ ਦੀ ਗ੍ਰਾਂਟ ਦੇ ਨਾਲ ਚੱਲਦੀ ਹੈ, ਇਹ ਸਰਕਾਰ ਦੀ ਮਦਦ ਦੇ ਨਾਲ ਚੱਲਦੀ ਹੈ, ਸਰਕਾਰ ਦੀ ਫੰਡਿੰਗ ਦੇ ਨਾਲ ਚੱਲਦੀ ਹੈ। ਹੁਣ ਸਰਕਾਰ ਪਹਿਲਾਂ ਸਰਦਾਰ ਮਨਮੋਹਨ ਸਿੰਘ ਵਾਲੀ ਸੀ, ਉਦੋਂ ਜਦੋਂ ਸਰਕਾਰ ਗ੍ਰਾਂਟ ਦਿੰਦੀ ਸੀ ਜਾਂ ਇਹਨੂੰ ਪੈਸੇ ਦਿੰਦੀ ਸੀ ਤੇ ਜਿੰਨੇ ਉਹ ਐਲੋਕੇਟ ਕਰਦੀ ਸੀ, ਜੋ ਐਲੋਕੇਸ਼ਨ ਹੁੰਦੀ ਸੀ ਬਜਟ 'ਚ ਐਲੋਕੇਸ਼ਨ ਕਰਦੇ ਸੀ, ਉਹਦੇ ਨਾਲੋਂ ਵੱਧ ਖਰਚਦੇ ਸੀ। ਜੇ 1 ਲੱਖ ਕਰੋੜ ਦਿੱਤਾ ਹੈ ਤਾਂ 1,10,000 ਕਰੋੜ ਖਰਚਣਾ। ਜੇ ਅਗਲੇ ਸਾਲ 1,15,000, ਫਿਰ ਕਦੇ ਕਦੇ 1,25,000 ਕਰੋੜ ਵੀ ਖਰਚਦੇ ਸੀ। ਹੁਣ ਤੁਸੀਂ ਇਹ ਵੇਖੋ, ਮੈਂ ਪਹਿਲੇ ਪੁਆਇੰਟ ਤੇ ਆਉਣਾ, ਇਸ ਸਰਕਾਰ ਨੇ 2014 ਦੇ ਵਿੱਚ ਟੇਕ ਓਵਰ ਕੀਤਾ। 2014 ਤੋਂ ਲੈ ਕੇ FCI ਦੇ ਉੱਤੇ ਕਰਜ਼ਾ 2014 ਦੇ ਵਿੱਚ 91,000 ਕਰੋੜ ਸੀ, 91,400 ਕਰੋੜ FCI ਦੇ ਉੱਤੇ ਕਰਜ਼ਾ ਸੀ। ਤੇ ਤੁਸੀਂ ਇਹ ਵੇਖ ਲਓ ਕਿ ਆਹ 50 ਸਾਲਾਂ ਦੇ ਵਿੱਚ 5 years and a quarter ਕਰਜ਼ਾ 4 ਲੱਖ ਕਰੋੜ, 4 ਲੱਖ ਕਰੋੜ FCI ਦੇ ਉੱਤੇ ਕਰਜ਼ਾ। ਹੈਰਾਨ ਹਾਂ ਮੈਂ ਕਿ 50 ਸਾਲਾਂ ਦੇ ਵਿੱਚ, ਔਰ ਮੈਂ ਤੁਹਾਨੂੰ ਪੂਰੀ ਗੇਮ ਅਨਫੋਲਡ ਕਰਕੇ ਦਊਂਗਾ ਕਿ 50 ਸਾਲਾਂ ਦੇ ਵਿੱਚ ਇਹਦੇ ਤੇ ਕਰਜ਼ਾ ਚੜ੍ਹਦਾ 91,000, 5 ਸਾਲਾਂ ਦੇ ਵਿੱਚ ਇਹਦੇ ਤੇ ਕਰਜ਼ਾ ਚੜ੍ਹਦਾ ਹੈ 4 ਲੱਖ ਕਰੋੜ। ਇਸ ਤਰ੍ਹਾਂ ਹੀ ਦੇਸ਼ ਦਾ ਹਾਲ ਹੈ। ਕਹਿੰਦੇ ਜੀ ਅਸੀਂ ਤੇ ਇਕਨੋਮੀ ਖੜੀ ਕਰਤੀ, ਆਹ ਕਰਤਾ ਉਹ ਕਰਤਾ, ਇਹਨੂੰ ਕਹੇ ਐਂਟੀ ਨੈਸ਼ਨਲ, ਇਹਨੂੰ ਕਹੇ ਫਲਾਨਾ ਖਾਲਿਸਤਾਨੀ ਤੇ ਫਲਾਨਾ। ਦੇਸ਼ ਦੇ ਉੱਤੇ ਕਰਜ਼ਾ, ਦੇਸ਼ ਦੇ ਉੱਤੇ ਕਰਜ਼ਾ ਵੀ ਇਸੇ ਪ੍ਰਪੋਰਸ਼ਨ 'ਚ ਚੜਿਆ। ਦੇਸ਼ ਦੇ ਉੱਤੇ ਕਰਜ਼ਾ 52 ਲੱਖ ਕਰੋੜ ਸੀ 67 ਸਾਲਾਂ 'ਚ, 67 ਸਾਲਾਂ 'ਚ 52 ਲੱਖ ਕਰੋੜ। ਤੇ ਇਹਨਾਂ ਦੀ ਮੋਦੀ ਸਰਕਾਰ ਆਈ ਹੈ ਤੇ 50 ਸਾਲਾਂ ਦੇ ਵਿੱਚ 82 ਲੱਖ ਕਰੋੜ, 28 ਲੱਖ ਕਰੋੜ ਰੁਪਈਆ ਕਰਜ਼ਾ ਚੜ੍ਹਦਾ। 67 ਸਾਲਾਂ ਦੇ ਵਿੱਚ ਇੱਕ ਸਾਲ ਦੇ ਵਿੱਚ ਚੜ੍ਹਦਾ 74,000 ਤੇ ਇਹਨਾਂ ਦੇ ਵੇਲੇ ਇੱਕ ਸਾਲ 'ਚ ਚੜ੍ਹਦਾ 7.5 ਲੱਖ ਕਰੋੜ। ਇੱਕ ਮਹੀਨੇ ਦੇ ਵਿੱਚ ਚੜ੍ਹਦਾ 6,000, ਇਹਨਾਂ ਦੇ ਵਿੱਚ ਚੜ੍ਹਦਾ ਇੱਕ ਮਹੀਨੇ ਦੇ ਵਿੱਚ 60,000 ਕਰੋੜ। ਕੋਈ ਫੈਸਲੇ ਮਿਲਦਾ, ਕੋਈ ਬੈਠ ਲੈ ਮੈਨਾਂ। ਆ ਪਿਛਲੀ ਸਰਕਾਰ ਕਿੱਦਾਂ ਸਿੱਟੀ ਸੀ, ਆ ਕਰਜ਼ੇ ਕਰਕੇ ਸਿੱਟੀ ਸੀ। ਤੁਸੀਂ ਦੱਸ ਦਿਓ, ਆਪਾਂ ਗੱਲਾਂ ਕਰਦੇ ਹੁੰਦੇ ਸੀ ਕਿ ਵੀ ਕਰਜ਼ੇ ਕਰਕੇ ਸਿੱਟੀ ਕਿ ਨਹੀਂ ਸਿੱਟੀ। ਤੇ ਉਹ ਤੇ 50% ਇਨਕਰੀਜ਼ ਹੈ। ਤੁਸੀਂ ਜੇ ਲਾਓ 54 ਲੱਖ ਕਰੋੜ ਤੇ 82 ਲੱਖ ਕਰੋੜ, ਤੇ ਇੱਥੇ ਜੇ ਤੁਸੀਂ ਲਾਓਗੇ ਤੇ 91
1000 ਕਰੋੜ ਤੋਂ 4 ਲੱਖ ਕਰੋੜ। ਇਹਦਾ ਕਾਰਨ ਕੀ ਹੈ ਬਈ? ਇਹਦਾ ਕਾਰਨ ਇਹ ਹੈ ਕਿ ਜਿਹੜੀਆਂ ਐਲੋਕੇਸ਼ਨਾਂ ਪਹਿਲਾਂ ਹੁੰਦੀਆਂ ਸੀ ਉਹ ਐਲੋਕੇਸ਼ਨਾਂ ਚੋਂ 50% ਘੱਟ ਹੁੰਦੇ ਸੀ ਜਾਣ ਕੇ। ਔਰ ਤੁਹਾਨੂੰ ਮੈਂ ਅੱਗੇ ਕਿ ਜੋ ਇਹ ਅਨਫੋਲਡ ਹੁੰਦੀ ਰਹੂਗੀ ਤੁਹਾਨੂੰ ਮੈਂ ਪੂਰਾ ਟਿਕਾ ਕੇ ਦੱਸੂ ਕਿ ਇਹ 1 ਸਾਲ ਦੀ ਐਲੋਕੇਸ਼ਨ ਇਹਨੇ ਕੀਤੀ। ਮੈਂ ਤੁਹਾਨੂੰ ਲਾਸਟ ਸਾਲ ਦੀ ਉਹ ਦੱਸਦਾ, 1,84,000 ਕਰੋੜ ਫੂਡ ਸਿਕਿਉਰਿਟੀ ਦੀ ਐਲੋਕੇਸ਼ਨ ਕੀਤੀ ਤੇ ਦਿੱਤਾ ਕਿੰਨਾ? 1,08,000। ਘਟਦੇ ਉਹਨੂੰ ਇਹਨਾਂ ਨੇ ਕਦੇ ਜੋ ਦਿੱਤਾ ਹੈ ਉਦੋਂ 20% ਘਟਾਤਾ। ਜਿਹੜੀ ਚੀਜ਼ ਦਿੱਤੀ ਵੀ ਹੈ ਉਹਦੇ ਚੋਂ ਵੀ ਖਰਚਣ ਨਹੀਂ ਦਿੱਤਾ। ਕਦੇ 80% ਖਰਚਣ ਦਿੱਤਾ, ਕਦੇ 70% ਖਰਚਣ ਦਿੱਤਾ, ਕਦੇ 60% ਖਰਚਣ ਦਿੱਤਾ। ਹੁਣ ਜਦੋਂ ਉਹਦੀ ਕੋਈ ਕੈਸ਼ ਫਲੋ ਨਹੀਂ, ਉਹਦੀ ਕੋਈ ਆਪਦੀ ਇਨਕਮ ਹੀ ਨਹੀਂ, ਉਹ ਕੈਸ਼ ਫਲੋ ਤੇ ਡਿਪੈਂਡੈਂਟ ਹੈ ਸਰਕਾਰ ਤੋਂ, ਤੇ ਉਹਨੇ ਬਰਬਾਦ ਹੋਣਾ ਹੀ ਹੈ, ਉਹਨੇ ਡਿੱਗਣਾ ਹੀ ਹੈ। ਇਹ ਇੰਨਾ ਹੀ ਨਹੀਂ, ਇਟ ਇਜ਼ ਨਾਟ ਐਜ਼ ਬੈਡ ਐਜ਼ ਇਟ ਲੁਕਸ, ਇਟ ਇਜ਼ ਵਰਸ। ਕਿਉਂਕਿ ਉਹਨੂੰ ਜਿਹੜਾ ਫਿਰ ਇਹ ਗੌਰਮੈਂਟ ਵੱਲੋਂ ਕਰਜ਼ਾ ਦਿਵਾਉਣ ਲੱਗ ਪਏ। ਹੁਣ ਕਹਿੰਦੇ ਕਰਜ਼ਾ ਕਿੱਥੋਂ ਦਵਾਇਆ ਨਾ? NSS ਹੈ, ਨੈਸ਼ਨਲ ਸਮਾਲ ਸੇਵਿੰਗ ਫੰਡ। ਉਹ ਨੈਸ਼ਨਲ ਸਮਾਲ ਸੇਵਿੰਗ ਫੰਡ ਜਿਹਦੇ ਵਿੱਚ ਕਿਸਾਨ ਵਿਕਾਸ ਪੱਤਰ ਨੇ, ਜਿਹਦੇ 'ਚ ਗਰੀਬ ਦੇ ਪੋਸਟ ਆਫਿਸ ਦੇ ਸੇਵਿੰਗ ਨੇ, ਜਿਹਦੇ 'ਚ ਇੱਕ ਮਿਡਲ ਕਲਾਸ ਆਦਮੀ ਦਾ ਪ੍ਰੋਵੀਡੈਂਟ ਫੰਡ ਹੈ, ਨੈਸ਼ਨਲ ਸਮਾਲ ਸੇਵਿੰਗ ਸਰਟੀਫਿਕੇਟਸ, ਜਿਹੜਾ ਗਰੀਬ ਵਿਚਾਰਾ ਮਜ਼ਦੂਰ ਹੈ ਉਹਦਾ ਨੈਸ਼ਨਲ ਸਮਾਲ ਸੇਵਿੰਗ ਸਰਟੀਫਿਕੇਟ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਗਰੀਬ ਬੰਦੇ ਦੀ ਸੇਵਿੰਗ ਨੂੰ ਦਾਅ ਤੇ ਲਾ ਦੇਣਾ ਔਰ ਇਸ ਕਦਰ ਲਾ ਦੇਣਾ 500% ਕਰਜ਼ਾ ਦੇਣ ਦੀ ਕੈਪੈਸਿਟੀ NSSF ਦੀ ਵੱਧ ਗਈ। ਜਦੋਂ ਇਹ ਸਟੇਟਾਂ ਨੂੰ ਦਿੱਤਾ ਜਾਂਦਾ ਸੀ ਪਹਿਲਾਂ, ਔਰ ਫਿਰ ਇੱਕ ਸਰਕਾਰੀ ਇੰਸਟਰੂਮੈਂਟ ਹੈ ਵੇਜ਼ ਐਂਡ ਐਡਵਾਂਸ, ਕਰੈਕਟ, ਵੇਜ਼ ਐਂਡ ਐਡਵਾਂਸ। ਇਹ ਉਹਦੇ ਰਾਹੀਂ ਇਹ ਕਹਿ ਦਿੰਦੇ ਸੀ, ਸਰਕਾਰ ਵਾਲੇ ਕਹਿੰਦੇ ਸੀ, ਮਨੂ ਸਿੰਘ ਕਹਿੰਦਾ ਵੀ ਭਾਈ 31 ਮਾਰਚ ਤੱਕ ਤੁਹਾਡਾ ਪੂਰਾ ਕਰ ਦੇ। ਉਹ ਪੂਰਾ ਹੋ ਜਾਂਦਾ ਸੀਗਾ, ਕੋਈ ਰੌਲਾ ਨਹੀਂ, ਕੋਈ ਰੌਲਾ ਨਹੀਂ, ਉਹ ਸਾਰਾ ਕੁਝ ਪੂਰਾ ਹੋ ਗਿਆ। ਇਹਨਾਂ ਨੇ ਉਹ ਇੱਕ ਡੰਗ ਟਪਾਤਾ। ਦੇਖੋ, ਜਦੋਂ ਤੁਸੀਂ ਮਾਰਕੀਟ ਤੋਂ ਕਰਜ਼ਾ ਲੈਂਦੇ ਹੋ ਭਾਜੀ, ਤੇ ਉੱਥੇ ਡਿਪੋਜ਼ਿਟ ਹੁੰਦਾ 5% ਤੇ ਤੁਹਾਨੂੰ ਮਿਲ ਜਾਂਦਾ 7 ਤੇ 8 ਤੇ, ਠੀਕ ਹੈ ਜੀ। ਜਦੋਂ ਤੁਸੀਂ ਇਸ NSF ਗਰੀਬ ਦਾ ਪੈਸਾ ਲੈਂਦੇ ਹੋ ਤੇ ਇੰਨੇ ਹਾਈ ਰੇਟ ਆਫ ਇੰਟਰਸਟ ਨੇ, ਇਹਨੂੰ ਮਿਲਦਾ ਹੀ ਰੇਟ ਆਫ ਇੰਟਰਸਟ ਜਿਹੜਾ ਡਿਪੋਜ਼ਿਟ ਦਾ ਹੀ ਹੈ ਉਹੀ 7-8% ਹੈ, ਤੇ ਤੁਹਾਨੂੰ ਮਿਲੂਗਾ 10%। ਜਿੰਨੇ ਸਟੇਟ ਨੇ, ਪੰਜਾਬ, ਦੂਜਾ, ਇਹ ਫਾਈਨੈਂਸ਼ੀਅਲ ਕਮਿਸ਼ਨ ਆਫ ਇੰਡੀਆ, ਜਿਹੜਾ ਫਾਈਨੈਂਸ ਮਿਨਿਸਟਰੀ ਤੋਂ ਉੱਚਾ ਦਰਜਾ ਜਿਹਦਾ, ਉਹਨੇ ਕਿਹਾ ਸਟੇਟਾਂ ਨੂੰ ਵੀ ਤੁਸੀਂ ਸਾਡੇ ਤੋਂ ਕਰਜ਼ਾ ਨਾ ਲਓ, ਤੁਸੀਂ ਬਿਲਕੁਲ ਮਤਲਬ 3% ਇੰਟਰਸਟ ਜ਼ਿਆਦਾ ਪੇ ਕਰ ਰਹੇ ਹੋ, ਔਰ ਇਹ NSSF ਤੋਂ ਬਿਲਕੁਲ ਕਰਜ਼ਾ ਨਹੀਂ ਲੈਣਾ। ਹੁਣ ਜਿਹੜੀ ਸਰਕਾਰ ਦਾ ਫਾਈਨੈਂਸ਼ੀਅਲ ਕਮਿਸ਼ਨ ਇਹ ਕਹਿ ਰਿਹਾ ਵੀ ਤੁਸੀਂ ਇਸ NSSF ਤੋਂ ਕਰਜ਼ਾ ਨਹੀਂ ਲੈਣਾ, ਉਹ ਸਰਕਾਰ ਆਪਣੀ FCI ਨੂੰ, ਜਿਹੜੀ ਕਿ ਨਾਨ ਪ੍ਰੋਫਿਟ ਮੇਕਿੰਗ ਉਹ ਹੈ, ਸਰਕਾਰ ਦੇ ਉੱਤੇ ਡਿਪੈਂਡੈਂਟ ਹੈ, ਸਰਕਾਰ ਦੀ ਏਡ ਦੇ ਉੱਤੇ ਡਿਪੈਂਡੈਂਟ ਹੈ, 10% ਦੇ ਹੈ ਸਰਵਿਸ ਪ੍ਰੋਵਾਈਡਰ। ਬਿਲਕੁਲ ਆਹ ਗੱਲ ਜਿਹੜੀ ਹੈ, ਸਰਵਿਸ ਪ੍ਰੋਵਾਈਡਰ ਹੈ। DC ਆਫਿਸ ਸਰਵਿਸ ਪ੍ਰੋਵਾਈਡਰ ਹੈ, ਠੀਕ ਹੈ ਨਹੀਂ? ਪੁਲਿਸ ਵਾਲੇ ਸਰਵਿਸ ਪ੍ਰੋਵਾਈਡ ਕਰਦੇ, ਕੋਈ ਪ੍ਰੋਫਿਟ ਮੇਕਿੰਗ ਆਰਗੇਨਾਈਜੇਸ਼ਨ ਥੋੜਾ ਨਾ, ਇਟ ਇਜ਼ ਅ ਸਰਵਿਸ ਪ੍ਰੋਵਾਈਡਰ। ਉਸ ਸਰਵਿਸ ਪ੍ਰੋਵਾਈਡਰ ਨੂੰ ਇਹਨਾਂ ਨੇ ਐ ਕਰਜ਼ਾ ਦਵਾ ਕੇ ਬਿਲਕੁਲ ਕਰ ਲਿਆ। ਹੁਣ ਆਪਾਂ ਇਸ ਤੋਂ ਇੱਕ ਸਟੈਪ ਅੱਗੇ ਆ, ਕਰੈਕਟ ਮੀ ਜਿੱਥੇ मतलब after the financial ਜਿਵੇਂ logistics and take over ਕਰਾਇਆ ਡਾਨੀ that is ਉੱਥੇ ਆ ਰਹੇ ਉਸ ਤੋਂ ਬਾਅਦ ਇਹਦੀ ਮੈਨੇਜਮੈਂਟ, ਇਹ ਮੁੰਡਾ ਕਰਦਾ ਫਰੰਗੀ ਆਦਮੀ ਹੈ, ਲੌਜਿਸਟਿਕਸ ਦੀ ਗੱਲ ਕਰਦਾ ਭਾਈ, ਉਹਦੀ ਮੈਨੇਜਮੈਂਟ ਹੈ ਜਿਹੜੀ ਪੰਜਾਬੀਆਂ ਨੂੰ ਸਮਝਾਉਣਾ ਤੇ ਮੈਨੇਜਮੈਂਟ, ਉਹਨੂੰ ਭਾਈ ਉਹਦੀ ਐਡਮਿਨਿਸਟ੍ਰੇਸ਼ਨ, ਉਹਨੂੰ ਕਿੱਦਾਂ ਚਲਾਉਣਾ ਹੈ, ਕਿੱਦਾਂ ਨਹੀਂ ਚਲਾਉਣਾ, ਇਹ ਕਿੱਦਾਂ ਟੇਕ ਓਵਰ ਕਰਾਈ ਦੇ। ਅਡਾਨੀ ਦੇ ਸਾਈਲੋ ਜਿਹੜੇ ਨੇ, ਤੁਸੀਂ ਦੇਖੋ ਪੰਜਾਬ
ਹਰਿਆਣਾ, ਵੈਸਟ ਬੰਗਾਲ, ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕਾ। ਤੁਸੀਂ ਇਹ ਦੇਖ ਲਓ ਕਿ ਕਰੀਬ 8.5 ਲੱਖ ਕਰੋੜ ਮੀਟ੍ਰਿਕ ਟਨ, 8.5 ਲੱਖ ਮੀਟ੍ਰਿਕ ਟਨ ਦੇ ਇਹਦੇ ਕੋਲ ਸਾਈਲੋ, 8.5 ਲੱਖ ਮੀਟ੍ਰਿਕ ਟਨ। ਉਹਨਾਂ ਨੂੰ ਇਹਨੇ ਇਹ ਕਿਹਾ ਕਿ ਇਹ ਜਿਹੜੇ ਸਾਈਲੋ ਨੇ, ਜਿਹੜੇ ਅਡਾਨੀ ਦੇ ਸਾਈਲੋ ਨੇ, ਇਹਨਾਂ ਨੂੰ ਇੱਕ ਐਸੀ ਇਹਨਾਂ ਨੇ ਅਮੈਨਿਟੀ ਦਿੱਤੀ, ਐਸੀ ਫੈਸਿਲਿਟੀ ਦਿੱਤੀ, 30 ਸਾਲ ਦੇ ਇਹਨਾਂ ਨਾਲ ਕੰਟਰੈਕਟ ਕੀਤਾ। 30 ਸਾਲ ਦੇਖੋ ਤੁਸੀਂ ਕਿ ਕਿੱਥੇ ਤੱਕ ਗਏ ਹੈ। 30 ਸਾਲ ਦੇ ਇਹਨਾਂ ਨੂੰ ਕੰਟਰੈਕਟ ਦਿੱਤੇ, ਰੇਲਾਂ ਦਿੱਤੀਆਂ, 7 ਰੇਲ ਲਾਈਨਾਂ ਦਿੱਤੀਆਂ, 28 ਇਨਫਰਾਸਟ੍ਰਕਚਰ ਪੂਰੇ ਦੇਸ਼ ਦੇ ਵਿੱਚ ਇਹਨਾਂ ਨੂੰ ਦਿੱਤੇ। ਸਭ ਤੋਂ ਵੱਡੀ ਗੱਲ ਕਿ ਜੇ ਤੂੰ 5% ਸੇਵ ਕਰੇਗਾ, 5% ਆਪਣੇ ਸਾਈਲੋ ਦੇ ਵਿੱਚ ਅਨਾਜ ਰੱਖੇਗਾ, ਤੈਨੂੰ 100% ਦੇਵਾਂਗੇ, ਪੈਸਾ ਤੈਨੂੰ 100% ਦਾ ਦਿਆਂਗੇ। ਤੇ ਜੋ ਮਹਿੰਗਾਈ ਹੋਊਗੀ, ਜਦੋਂ ਮਹਿੰਗਾਈ ਹੋਊ, ਮਹਿੰਗਾਈ ਵਧੂਗੀ, ਮਹਿੰਗਾਈ ਦੇ ਨਾਲ ਰੇਟ ਆਫ ਇਨਫਲੇਸ਼ਨ ਦੇ ਨਾਲ ਤੇਰਾ ਰੇਟ ਵਧਾਵਾਂਗੇ। ਵੇਖੋ ਕਿ 5% ਤੂੰ ਸਟੋਰ ਕਰੇਗਾ, ਤੈਨੂੰ ਪੈਸੇ ਮਿਲਣਗੇ 100% ਸਟੋਰੇਜ ਦੇ। ਮਤਲਬ ਮੈਕਸਿਮਮ ਸਪੋਰਟ ਪ੍ਰਾਈਸ, ਮੈਕਸਿਮਮ ਸਪੋਰਟ ਵੀ ਭਾਈ ਤੇਰੀ ਸਟੋਰੇਜ 100% ਹੈ, ਤੂੰ 5% ਸਟੋਰ ਕਰ ਰਿਹਾ, ਤੈਨੂੰ ਅਸੀਂ 100 ਦਾ ਪੈਸਾ ਦੇਵਾਂਗੇ। ਬੜੀਆਂ ਥਾਵਾਂ ਤੇ ਬਿਜਲੀ ਵਾਲੇ ਵੀ ਕਰਦੇ ਆ, ਤੁਹਾਨੂੰ ਪਤਾ, ਠੀਕ ਹੈ ਨੀ। ਤੇ ਕਿਸਾਨ ਨੂੰ ਕਹਿੰਦੇ ਤੈਨੂੰ ਮਿਨੀਮਮ ਸਪੋਰਟ ਪ੍ਰਾਈਸ। ਦੇਖੋ ਤੁਸੀਂ, ਮਤਲਬ ਮੈਂ ਕਿੱਡਾ ਹੈਰਾਨ ਹੁੰਨਾ ਕਿ ਕਿਸਾਨ ਨੂੰ ਕਹਿੰਦੇ ਤੈਨੂੰ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦੇਣੀ, ਉਹਨੂੰ ਕਹਿੰਦੇ ਤੈਨੂੰ ਮੈਕਸਿਮਮ ਸਪੋਰਟ ਪ੍ਰਾਈਸ ਦੇਣੀ ਹੈ। ਚੱਕ ਰੇਲਾਂ, ਚੱਕ ਸਰਕਾਰੀ ਜ਼ਮੀਨ, ਸਾਰਾ ਕੁਝ ਚੱਕ, ਠੀਕ ਹੈ ਕਿ ਨਹੀਂ। ਇਹ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ। ਫਿਰ ਜੋ ਮਹਿੰਗਾਈ ਵਧੂਗੀ, ਤੈਨੂੰ ਅਸੀਂ ਕਿਰਾਇਆ ਵਧਾਈ ਦੇਵਾਂਗੇ, ਤੈਨੂੰ ਅਸੀਂ ਕੰਪਨਸੇਸ਼ਨ ਵਧਾਈ ਦੇਵਾਂਗੇ। ਚਲੇ ਕਿਸਾਨ ਨੂੰ ਕਿਹਾ ਵੀ ਭਾਈ ਡੀਜ਼ਲ ਦੀ ਕੀਮਤ ਜਦੋਂ ਵੱਧਦੀ ਹੈ ਤੇ ਤੇਰੀ ਐਮਐਸਪੀ ਵਧਾਵਾਂਗੇ। 6 ਰੁਪਏ ਸੀ ਡੀਜ਼ਲ 1992 ਚ, ਠੀਕ ਹੈ ਜੀ, 6 ਰੁਪਏ। ਅੱਜ ਦੇਖ ਲਓ ਕਿੱਥੇ ਹੈ। ਤੇ ਉਹ ਵਧਿਆ ਕਰੀਬ 15 ਤੋਂ 16, ਪਰ 16 ਗੁਣਾ, ਤੇ ਕਿਸਾਨ ਦੀ ਐਮਐਸਪੀ 4 ਗੁਣਾ। ਕਦੇ ਕਿਹਾ ਡੀਰੈਗੂਲਰਾਈਜ਼ ਕਰਤਾ। ਰਾਮਮੋਹਨ ਸਿੰਘ ਨੇ ਇਹਨੂੰ ਰੈਗੂਲੇਟਡ ਰੱਖਿਆ ਸੀ ਵੀ ਕਿਸਾਨ ਦੇ ਕਰਕੇ ਇਹਨੂੰ ਨੀਵਾਂ ਰੱਖੋ, ਆਂਦਾ ਹੀ ਡੀਰੈਗੂਲਰਾਈਜ਼ ਕਰਤਾ। ਅੰਬਾਨੀਆਂ ਦੇ ਪੰਪ ਖੜੇ ਕਰਤੇ, ਬੰਦ ਪਏ ਸੀ, ਕਿਉਂਕਿ ਕਿਸੇ ਨੂੰ ਪੁੱਛ ਲਓ ਪੰਜਾਬ ਦੇ ਵਿੱਚ ਬੰਦ ਪਏ ਸੀ। ਜਦੋਂ ਹੀ ਇਹਨੂੰ ਡੀਰੈਗੂਲੇਟ ਕੀਤਾ, ਉਹਦੇ ਜਿਹੜੇ ਰਿਫਾਈਨਰੀ ਮਾਰਜਨਸ ਵਧੇ, ਠੱਕ ਦੇਣੇ, ਸਾਰੇ ਪੰਪ ਖੜੇ ਹੋ ਗਏ, ਪੌਂ 12। ਗਰੀਬ ਦੇ ਪੈਸੇ ਪੋਸਟ ਆਫਿਸ ਵਾਲੇ ਵੀ ਚੱਕ 3 ਮਹੀਨਿਆਂ 'ਚ ਅੰਬਾਨੀ ਕਮਾਉਂਦਾ 10,000 ਕਰੋੜ, ਤੇ ਪੋਸਟਲ ਸਰਵਿਸਿਜ਼ ਆਫ ਇੰਡੀਆ 15,000 ਕਰੋੜ ਡਾਊਨ। ਫਿਰ ਸੁਣਿਆ ਇਸ ਤੋਂ ਬਾਅਦ ਆਇਰਨ ਹੈਂਡਸ ਇਨ ਵੈਲਵੇਟ ਗਲਵਜ਼, ਹੱਥ ਲੋਹੇ ਦਾ, ਪਰ ਉੱਤੇ ਦਸਤਾਨੇ ਸ਼ਨੀਲ ਵਾਲੇ ਪਾਏ। ਆਹ ਦੇਖਣ ਨੂੰ ਕਿਆ ਲੱਗਦਾ, ਵਾਹ, ਆਇਰਨ ਹੈਂਡਸ ਇਨ ਵੈਲਵੇਟ ਗਲਵਜ਼। ਹੁੰਦਾ ਜੀ ਉਸ ਤੋਂ ਅੱਗੇ ਇੱਕ ਸਟੈਪ ਜਾਂਦੇ ਆ ਕਿ ਹੁਣ ਇਹਨੂੰ ਲੀਗੈਲਿਟੀ ਦੇਣੀ, ਕਰੈਕਟ ਮੀ ਇਫ ਆਈ ਐਮ ਨੋਟ, ਇਹਨੂੰ ਹੁਣ ਲੀਗਲ ਆਪਾਂ ਜਾਮਾ ਬਣਾਈਏ, ਇਹਦੀ ਲੈਜਿਟਮੇਸੀ ਨੂੰ ਤਗੜਾ ਕਰੀਏ। ਸ਼ਾਂਤਾ ਕੁਮਾਰ ਨੂੰ ਜੀ, ਵਾਹ, ਲਓ ਜੀ, ਸ਼ਾਂਤਾ ਕੁਮਾਰ ਜੀ। ਨੋਰਮਲੀ ਕਮੇਟੀਆਂ ਆਪਦੀ ਰਿਪੋਰਟ 2 ਸਾਲ 2.5 ਸਾਲ ਜਿਹੜੀ, ਸ਼ਾਂਤਾ ਕੁਮਾਰ ਜੀ ਆਉਂਦੇ ਆ ਅਗਸਤ ਦੇ ਵਿੱਚ, ਆਉਂਦੇ ਆ ਤਰਥੱਲੀ ਪਾ ਫਟਾਫਟ ਠੱਕ ਜਨਵਰੀ ਦੇ ਵਿੱਚ ਰਿਪੋਰਟ ਸਬਮਿਟ। ਕੀ ਰੈਕਮੈਂਡੇਸ਼ਨ ਹੈ? ਪਹਿਲੀ ਰੈਕਮੈਂਡੇਸ਼ਨ ਕੀ ਹੈ? ਤੁਸੀਂ ਹੈਰਾਨ ਰਹਿ ਜਾਓਗੇ। ਮੈਂ ਕਹਿੰਦਾ ਦੇਖੋ, ਤਾਂ ਹੀ ਕਹਿੰਦਾ ਇਹ ਵੱਡੀ ਗੇਮ ਦੇ ਵਿੱਚੋਂ ਇਹ 3 ਕਾਨੂੰਨ ਤੇ ਕੁਝ ਵੀ ਨਹੀਂ, ਚੀਜ਼ ਹੀ ਕੁਝ ਨਹੀਂ। ਇਰਰਿਸਪੈਕਟਿਵ ਆਫ ਕੇ ਕਾਲੇ ਕਾਨੂੰਨ ਤੁਸੀਂ ਰਿਪੀਲ ਕਰ ਲਓ ਜਾਂ ਇਹ ਚੱਲੀ ਜਾਣ, ਇਹ ਗੇਮ ਚੱਲ ਰਹੀ ਹੈ, ਇਹ ਗੇਮ ਚੱਲ ਰਹੀ ਹੈ। ਕੀ ਗੇਮ ਹੈ? ਸ਼ਾਂਤਾ ਕੁਮਾਰ ਜੀ ਕਹਿੰਦੇ ਆ ਜਨਵਰੀ 2015 ਚ, 2014 ਦੇ ਵਿੱਚ ਅਗਸਤ ਦੇ ਵਿੱਚ ਆਉਂਦੇ ਆ, 2015 ਦੇ ਵਿੱਚ ਕਹਿੰਦੇ ਆ ਕਿ ਜਿੰਨੇ ਸਾਈਲੋ ਨੇ, ਅਡਾਨੀ ਦੇ ਜਿੰਨੇ ਸਾਈਲੋ ਨੇ, ਇਹਨਾਂ ਨੂੰ ਪ੍ਰੋਕਿਉਰਮੈਂਟ ਸੈਂਟਰ ਬਣਾ ਕਿ ਭਾਈ ਪ੍ਰੋਕਿਉਰਮੈਂਟ ਜਿੰਨੀ ਹੋਊਗੀ, ਫਸਲ ਜਿੰਨੀ ਚੁੱਕੀ ਜਾਊਗੀ, ਹੁਣ ਅਡਾਨੀ ਚੁੱਕੂ, ਵਿੱਚ ਕੋਈ ਨਹੀਂ। ਅਡਾਨੀ ਆਪ ਕਹਿੰਦਾ ਵਿੱਚ ਕੋਈ ਨਹੀਂ, ਮਤਲਬ ਕੋਈ ਆੜਤੀਆ ਵੀਰ ਨਹੀਂ ਵਿੱਚ। 1 ਲੱਖ ਆੜਤੀਆ ਹੈ
ਜਿਹੜਾ ਮੁੱਢ ਹੈ ਸਾਡੀ ਇਸ ਬਾਪ ਦਾਦਿਆਂ ਦੀ ਜਨਰੇਸ਼ਨ ਦੇ ਵਿੱਚ, ਜਦੋਂ ਕਿਸੇ ਨੂੰ 10,000 ਦੀ ਲੋੜ ਪੈਂਦੀ ਹੈ, 20-25,000 ਦੀ ਲੋੜ ਪੈਂਦੀ ਹੈ, ਆੜ੍ਹਤੀ ਆਪ ਕਹਿੰਦੇ ਆ। ਮੈਂ ਜਦੋਂ ਮੰਡੀ ਗਿਆ ਸੀ ਨਾ, ਤੇ ਉੱਥੇ ਕਾਰਤੀ ਵੀਰ ਨੇ ਮੈਨੂੰ ਕਿਹਾ, ਕਹਿੰਦਾ ਸਰ ਅਸੀਂ ਤਾਂ ਜ਼ਿਮੀਂਦਾਰਾਂ ਦੇ ਕਿੰਨੇ ਕੁ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਵੀ ਸਾਡੀ ਤਾਂ ਰੋਜ਼ੀ ਰੋਟੀ ਉਹ ਚਲਾਉਂਦੇ ਆ। ਜੇ ਉਹ ਨਾ ਹੋਣ, ਉਹਨਾਂ ਦੀ ਬਰਕਤ ਨਾ ਹੋਏ ਤਾਂ ਅਸੀਂ ਕਿੱਥੇ ਹੋਈਏ। ਪ੍ਰੋਕਿਉਰਮੈਂਟ ਸੈਂਟਰ ਉਹਦੇ ਇਹ ਕਹਿਤਾ ਵੀ ਜਿੰਨੇ ਦੇ ਸਾਈਲੋ ਨੇ ਉਹ ਹੁਣ ਪੂਰੇ ਦੇਸ਼ ਦੇ ਵਿੱਚ ਇਹਦਾ ਮਤਲਬ ਔਰ ਰეკਮੈਂਡੇਸ਼ਨ ਕੀ ਕਰਦੀ ਹੈ ਕਿ ਜੀ ਤੁਸੀਂ ਪ੍ਰਾਈਵੇਟ ਬੰਦਿਆਂ ਨੂੰ ਹੁਣ ਪ੍ਰੋਕਿਉਰਮੈਂਟ ਹਵਾਲੇ ਕਰੋ। FCI ਪ੍ਰੋਕਿਉਰਮੈਂਟ ਨਹੀਂ ਕਰੂਗੀ। ਕਿੱਡੀਆਂ ਵੱਡੀਆਂ ਗੱਲਾਂ ਨੇ, ਅੱਜ ਤੱਕ ਕਿਸੇ ਨੇ ਕੀਤੀਆਂ ਨਹੀਂ ਗਈਆਂ। FCI ਪ੍ਰੋਕਿਉਰਮੈਂਟ ਨਹੀਂ ਕਰੂਗੀ, ਪ੍ਰਾਈਵੇਟ ਬੰਦੇ ਪ੍ਰੋਕਿਉਰ ਕਰਨਗੇ। ਤੇ ਪ੍ਰਾਈਵੇਟ ਬੰਦਾ ਕੌਣ ਪ੍ਰੋਕਿਉਰ ਕਰਨ ਵਾਲਾ ਰਹਿ ਗਿਆ? ਇੱਕੋ ਹੀ ਬੰਦਾ ਹੈ। ਕੰਟਰੈਕਟਾਂ ਦੇ ਵਿੱਚ ਵੀ ਕੁੰਡੀਆਂ ਜਿਵੇਂ ਇੱਥੇ ਪੈਂਦੀਆਂ ਨੇ ਨਾ, ਜੋ ਟੈਂਡਰ ਹੁੰਦੇ ਆ, ਫੜਦੇ ਨੇ ਉਹਦੇ ਲਾਈਨ ਜੀ ਲਿਖ ਦਿੰਦੇ, ਪੋਲੀ ਜੀ ਜੀ ਉਹ ਜਾਂਦਾ ਇੱਕ ਨੂੰ ਹੀ। ਠੀਕ ਹੈ, ਸਾਰਾ ਦਾ ਸਾਰਾ ਜਿੰਨਾ ਇਨਫਰਾਸਟ੍ਰਕਚਰ ਹੈ, ਮਹਾਰਾਜ ਕੀ ਰეკਮੈਂਡ ਕਰਦੇ ਆ ਕਿ ਜਿੱਦਾਂ ਦੇ ਮੱਧ ਪ੍ਰਦੇਸ਼ 'ਚ ਸਾਈਲੋ ਨੇ ਨਾ, ਜਿੱਦਾਂ ਦੇ ਮੱਧ ਪ੍ਰਦੇਸ਼ 'ਚ ਸਾਈਲੋ ਨੇ ਨਾ, ਉੱਦਾਂ ਦੀ ਤੁਸੀਂ ਇਹ ਸਟੋਰੇਜ ਸ਼ੁਰੂ ਕਰੋ। ਮੱਧ ਪ੍ਰਦੇਸ਼ ਕਿਹਦੇ ਸਾਈਲੋ ਨੇ? ਇਕੱਲੇ ਅਡਾਨੀ 3 ਲੱਖ ਮੀਟ੍ਰਿਕ ਟਨ ਉੱਥੇ ਪਹਿਲਾਂ ਹੀ ਸਾਈਲੋ ਬਣੇ ਅਡਾਨੀ। ਇਹ ਕਿੱਡੀ ਖਤਰਨਾਕ ਗੇਮ ਹੈ, ਤੁਸੀਂ ਇਹਦਾ ਅੰਦਾਜ਼ਾ ਨਹੀਂ ਲਾ ਸਕਦੇ। ਮੈਂ ਜਿਉਂ ਪਰਤਾਂ ਖੁੱਲੀ ਜਾਊਂਗਾ, ਜਿਵੇਂ ਪਿਆਜ਼ ਦੀਆਂ ਖੁੱਲਦੀਆਂ, ਤੁਸੀਂ ਆਪੇ ਹੀ ਕਹੋਗੇ ਕਿ ਕਿੱਡੀ ਵੱਡੀ ਗੇਮ। ਲਓ ਜੀ, ਉਹ ਸਾਰਾ ਹੈਂਡਓਵਰ ਕਰਤਾ। ਦੂਜੀ ਰეკਮੈਂਡੇਸ਼ਨ ਸ਼ਾਂਤਾ ਕੁਮਾਰ ਕਮੇਟੀ ਦੀ ਕੀ ਕਹਿ ਰਿਹਾ? ਦੂਜੀ ਰეკਮੈਂਡੇਸ਼ਨ ਉਹ ਇਹ ਹੈ ਕਿ ਭਾਈ ਕਿਸਾਨ ਨੂੰ MSP ਦੇ ਉੱਤੇ ਕੋਈ ਬੋਨਸ ਨਹੀਂ ਦਊਗਾ। ਕੋਈ ਸਟੇਟ ਜਿਹੜਾ ਬੋਨਸ ਦਊਗਾ, ਜਿਹਨੇ ਬੋਨਸ ਦਿੱਤਾ ਅਸੀਂ ਉਹਦੀ ਫਸਲ ਨਹੀਂ ਚੱਕਣੀ। ਲੋਕਾਂ ਨੂੰ ਬੜਿਆਂ ਨੂੰ ਭਰਮ ਹੁੰਦਾ ਇੱਥੇ। ਮੈਂ ਕਈ ਪਿੰਡਾਂ ਵਾਲਿਆਂ ਨੂੰ ਵੀ ਦੇਖਦਾ, ਉਹ ਵੀ ਸੋਚਦੇ ਆ ਕਿ ਕਿਤੇ ਸਰਕਾਰ ਚੱਕਦੀ ਹੈ, ਪੰਜਾਬ ਸਰਕਾਰ। ਨਾ 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 ਨਾ, ਇਸ ਭਰਮ ਚੋਂ ਨਿਕਲੋ। ਇਹ ਪੰਜਾਬ ਸਰਕਾਰ ਨਹੀਂ ਚੱਕਦੀ, ਇਹ ਸੈਂਟਰ ਚੱਕਦਾ ਹੈ, ਇਹ FCI ਚੱਕਦੀ ਹੈ। ਔਰ ਜਦੋਂ FCI ਚੱਕਦੀ ਹੈ, ਉਹ ਟੋਟਲ ਜਾ ਕੇ ਉਹਨੂੰ ਸਟੋਰੇਜ ਕਰਦੀ ਹੈ, ਉਹਦਾ ਉਹ ਕਰਦੀ ਹੈ, ਔਰ ਅੱਗੇ PDS ਦੇ ਵਿੱਚ ਦਿੰਦੀ ਹੈ। ਦੂਜੀ ਰეკਮੈਂਡੇਸ਼ਨ ਇਹ ਕਰ ਰਹੇ ਹੈ ਕਿ ਕੋਈ ਬੋਨਸ ਨਹੀਂ ਦੇਣਾ। ਹੁਣ ਸਟੇਟ ਦੀ ਸਰਕਾਰ ਹੈ, ਸਟੇਟ ਦੇ ਚੁਣੇ ਨੁਮਾਇੰਦੇ ਆ, ਉਹ ਜਦੋਂ ਦੇਖਦੇ ਵੀ MSP ਵਾਜਬੀ ਹੈ ਨਹੀਂ, MSP ਹੈ ਹੀ ਨਹੀਂ, ਠੀਕ ਹੈ, ਤੇ ਅਸੀਂ MSP ਦਈਏ, ਤੇ ਉਹਨਾਂ ਨੂੰ ਉੱਤੋਂ ਥ੍ਰੈਟ ਆਉਂਦੀ ਹੈ ਕਿ ਜੇ ਤੁਸੀਂ ਮਾੜਾ ਜਿਹਾ ਵੀ ਬੋਨਸ ਦਿੱਤਾ ਤੇ ਤੁਹਾਡੀ ਫਸਲ ਨਹੀਂ ਚੱਕਣੀ। ਇਟ ਟੈਂਟਮਾਊਂਟਸ ਟੂ ਬਲੈਕਮੇਲ, ਇਟ ਟੈਂਟਮਾਊਂਟਸ ਟੂ ਥ੍ਰੈਟ। ਤੁਸੀਂ ਦੇਖ ਲਓ, ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ 2014 ਤੋਂ ਲੈ ਕੇ ਅੱਜ ਤੱਕ, ਕਿਸੇ ਇੱਕ ਸਟੇਟ ਨੇ ਬੋਨਸ ਨਹੀਂ ਦਿੱਤਾ। ਪਹਿਲਾਂ ਬੋਨਸ ਹੁੰਦੇ ਨਹੀਂ, ਇੱਕ ਬੋਨਸ ਨਹੀਂ। ਤੇ ਤੀਜੀ ਦੇਖੋ, ਤੁਸੀਂ ਇੱਕ ਬੰਦੇ ਨੂੰ ਮਤਲਬ 70 ਤੋਂ 90 ਕਰੋੜ ਦੀ ਆਬਾਦੀ ਨੂੰ ਮਾਰ ਕੇ ਇੱਕ ਬੰਦੇ ਨੂੰ ਇਹ ਸ਼ਹਿਨਸ਼ਾਹ ਬਣਾ ਰਹੇ ਆ। ਦੇਖੋ ਤੁਸੀਂ ਤੀਜੀ ਰეკਮੈਂਡੇਸ਼ਨ ਦੇਖੋ, ਕਹਿੰਦੇ ਜੀ ਇਹ ਜਿਹੜਾ ਸਟੋਰੇਜ ਹੈ ਨਾ ਸਾਈਲੋ ਵਾਲੀ, ਇਹਨੂੰ ਐਕਸਪੈਂਡ ਕਰ, ਇਹਨੂੰ ਐਕਸਪੈਂਡ ਕਰ। ਦੇਖੋ ਅਡਾਨੀ ਦੇ ਕੋਲ ਪਹਿਲਾਂ ਹੀ 8,75,000 ਮੀਟ੍ਰਿਕ ਟਨ ਪਹਿਲਾਂ ਹੀ ਆ ਉਹਦੇ ਕੋਲ, ਪਹਿਲਾਂ ਹੀ ਉਹ ਸਟੋਰੇਜ ਉਹਦੇ ਕੋਲ ਬਰਕਰਾਰ। ਇਹ ਕੀ ਕਹਿੰਦੇ ਆ, ਹੁਣ 4 ਲੱਖ ਕਰੋੜ ਹੋਰ ਦੇ, 4 ਲੱਖ ਕਰੋੜ ਹੋਰ ਦੇ ਦਿਓ। 4 ਲੱਖ ਮੀਟ੍ਰਿਕ ਟਨ, 4 ਲੱਖ ਮੀਟ੍ਰਿਕ ਟਨ ਹੋਰ ਦੇ ਦਿਓ, ਤੇ ਉਹਨੂੰ ਫਿਰ ਤੁਸੀਂ 3 ਸਾਲਾਂ 'ਚ ਡਬਲ ਕਰ ਦਿਓ। ਮਤਲਬ ਕਿ 13 ਲੱਖ ਮੀਟ੍ਰਿਕ ਟਨ ਹੁਣ ਦੇ ਦਿਓ, ਤੇ 3 ਸਾਲਾਂ 'ਚ ਉਹਨੂੰ 25 ਲੱਖ ਮੀਟ੍ਰਿਕ ਟਨ ਦੇ ਦਿਓ। ਕਿੱਥੇ ਦੇ ਦਿਓ? FCI ਦੀ ਸਰਕਾਰੀ ਜ਼ਮੀਨ ਦੇ ਉੱਤੇ। ਭਾਜੀ ਤੁਸੀਂ ਦੇਖੋ ਮਤਲਬ ਕਿ ਇਹ ਗੇਮ ਕਿੱਡੀ ਵੱਡੀ ਹੈ। ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਇਹ ਰਿਪੀਲ, ਰੱਬ ਕਰੇ, ਪ੍ਰਮਾਤਮਾ ਕਰੇ ਕਿ ਇਹ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ, ਜਿਹਨੇ ਸਾਡੀ ਪੱਗ ਉੱਚੀ ਕੀਤੀ ਹੈ, ਉਹ ਪੂਰੀ ਤਰ੍ਹਾਂ ਸਫਲ ਹੋਵੇ। ਮੈਂ ਕਹਿੰਦਾ ਉਹ ਸਫਲ ਹੋਵੇ ਜਾਂ ਨਾ ਹੋਵੇ, ਇਹ ਗੇਮ ਚੱਲ ਰਹੀ ਹੈ। ਔਰ ਇਹ ਗੇਮ ਇਹੋ ਜਿਹੀ ਥਾਂ ਤੇ ਲਿਆ ਕੇ ਖੜੇ ਕਰਨਗੇ, ਮੁਹਤਾਜ ਬਣਾ ਦੇਣਗੇ, ਖਤਮ ਕਰ ਦੇਣ, ਗੁਲਾਮ ਬਣਾ ਦੇਣ। ਮੈਂ ਕਹਿ ਰਿਹਾ ਚੈਲੰਜ ਨਾਲ, ਔਰ ਮੇਰੇ ਨਾਲ ਮੈਂ ਕਦੋਂ ਦਾ ਕਹਿਣਾ ਬਹਿਸ ਆ, ਮੇਰੇ ਨਾਲ ਬੈਠ, ਮੈਂ ਬੈਠ, ਕੋਈ ਨਹੀਂ ਆਉਂਦਾ, ਜਵਾਬ ਨਹੀਂ ਦਿੰਦਾ। ਬੈਸਣਾ ਤਾਂ ਬਹੁਤ ਦੂਰ ਦੀ ਗੱਲ ਹੈ, ਕੋਈ ਜਵਾਬ ਨਹੀਂ ਦਿੰਦਾ। ਤੀਸਰੀ ਰეკਮੈਂਡੇਸ਼ਨ ਇਹ 25 ਲੱਖ ਮੀਟ੍ਰਿਕ ਟਨ ਦਾ ਇਹਨੂੰ ਹੈਂਡਓਵਰ ਦੇ।
ਇਹ ਠੀਕ ਹੈ ਕਿ ਜੀ ਜਿਹੜਾ ਸਾਈਲੋ ਹੈ ਉਹ 1/3 ਜ਼ਮੀਨ ਦੇ ਉੱਤੇ FCI ਦੀ ਬਣ ਉਹਨੂੰ ਘੱਟ ਥਾਂ ਦੇ ਅਡਾਨੀ ਆਪ ਕਹਿੰਦਾ ਦੇਖ ਲਓ ਉਹ ਕਹਿੰਦਾ ਜੀ ਠੀਕ ਹੈ ਘੱਟ ਦੇ ਉੱਤੇ ਮਿਲਦਾ ਹੈ ਔਰ ਇਹਦੇ ਤੁਸੀਂ ਪਾਉਂਦੇ ਹੋ ਅਨਾਜ ਰੱਖਦੇ ਹੋ ਨਾ ਉਹ ਗਲਦਾ ਹੈ ਨਾ ਉਹਨੂੰ ਕੋਈ ਕੀੜਾ ਲੱਗਦਾ ਹੈ ਤੇ ਉਹਨੂੰ ਤੁਸੀਂ ਮਹਿਫੂਜ਼ ਰੱਖ ਸਕਦੇ ਹੋ ਸਾਲਾਂ ਸਾਲ ਇਹ ਠੀਕ ਹੈ ਪਰ ਜੇ ਤੁਸੀਂ ਅਡਾਨੀ ਨੂੰ ਇਨਫਲੇਸ਼ਨ ਦੇ ਨਾਲ ਰੇਜ਼ ਦੇਣੀ ਹੈ ਜੇ ਤੁਸੀਂ ਉਹਨੂੰ 5% ਸਟੋਰੇਜ ਦੇ ਉੱਤੇ 100% ਉਹ ਦੇਣਾ ਹੈ ਜੇ ਤੁਸੀਂ ਉਹਨੂੰ ਰੇਲਾਂ ਦੇਣੀਆਂ ਨੇ ਜੇ ਤੁਸੀਂ ਉਹਨੂੰ ਇੰਨਾ ਇਨਫਰਾਸਟ੍ਰਕਚਰ ਦੇਣਾ ਮੇਰਾ ਸਵਾਲ ਇਹ ਹੈ ਕਿ ਫਿਰ ਹਿੰਦੁਸਤਾਨ ਦੀ ਸਰਕਾਰ ਆਪ ਕਿਉਂ ਨਹੀਂ ਲਾਉਂਦੀ ਪੈਸਾ ਇਹਨੂੰ 5% ਦੇ ਕੇ 100% ਇਨਕਰੀਜ਼ ਕਿਉਂ ਦੇਣੀ ਹੈ ਬਈ ਕੌਣ ਰੋਕਦਾ ਹੈ ਇਹ ਬਹੁਤ ਹੀ ਵੱਡੀ ਗੇਮ ਆ ਹੁਣ ਤੁਸੀਂ ਦੇਖਿਓ ਮੈਂ ਪਾਰਟ 2 ਤੇ ਆਉਂਗਾ ਇਸ ਤੇ ਫਿਰ ਤੁਹਾਨੂੰ ਇਹ ਸਮਝ ਆਊ ਕਿ ਪਰਦਾਫਾਸ਼ ਕਿਵੇਂ ਹੁੰਦਾ ਅਜੇ ਤੱਕ ਤਾਂ ਪਰਦੇ ਮੇ ਰਹਿਣਾ ਜਦੋਂ ਪਰਦਾਫਾਸ਼ ਹੋਊ ਤੁਹਾਨੂੰ ਇਹ ਸਮਝ ਆਊ ਵੀ ਇਹ ਕਰ ਕੀ ਰਹੇ ਨੇ ਔਰ ਅਸੀਂ ਵੇਅਰ ਆਰ ਵੀ ਹੈਡਡ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਚੌਥੀ ਰეკਮੈਂਡੇਸ਼ਨ ਆਉਂਦੀ ਹੈ ਕਿ ਜਿਹੜਾ ਗਰੀਬਾਂ ਨੂੰ PDS ਮਿਲਦਾ ਉਹ 67% ਗਰੀਬ ਦੇਸ਼ ਦਾ PDS ਲੈਂਦਾ ਜੀ 67% ਗਰੀਬ ਦੇਸ਼ ਦਾ PDS ਲੈਂਦਾ ਜਿਹਨੂੰ FCI ਉਹ ਪ੍ਰੋਫਿਟ ਮੇਕਿੰਗ ਆਰਗੇਨਾਈਜੇਸ਼ਨ ਕਿਉਂ ਨਹੀਂ ਹੈ ਵੀ FCI ਕਿਉਂਕਿ ਉਹ 20 ਰੁਪਏ 'ਚ ਲੈਂਦੀ ਹੈ ਤੇ 3 ਰੁਪਏ 'ਚ ਦਿੰਦੀ ਹੈ ਰਾਈਟ 20 ਰੁਪਏ 'ਚ ਲੈਂਦੀ ਹੈ ਤੇ 3 ਰੁਪਏ 'ਚ ਅੱਗੇ ਦਿੰਦੀ ਹੈ ਇਸ ਕਰਕੇ ਉਹ ਪ੍ਰੋਫਿਟ ਮੇਕਿੰਗ ਆਰਗੇਨਾਈਜੇਸ਼ਨ ਕਿੱਦਾਂ ਹੋ ਸਕਦੀ ਹੈ ਭਾਈ ਠੀਕ ਹੈ ਇਹ 67% ਗਰੀਬ ਜਿਹਦੀ ਲਾਈਫ ਲਾਈਨ ਹੈ FCI ਕਿਸਾਨ ਜਿਹਦੀ ਫਸਲ ਚੁੱਕਦੀ ਹੈ FCI ਸਟੇਟ ਜਿਨ੍ਹਾਂ ਨੂੰ 5-5 ਹਜ਼ਾਰ ਕਰੋੜ ਰੁਪਈਆ ਇਨਕਮ ਆਉਂਦੀ ਹੈ ਮੰਡੀਆਂ ਦੀ ਫੀਸ ਉਹ ਕੋਈ ਹੋਰ ਨਹੀਂ ਦਿੰਦਾ ਉਹ FCI ਦਿੰਦੀ ਹੈ ਠੀਕ ਹੈ ਜੀ ਇਹ 67% ਗਰੀਬ ਨੂੰ ਜਿਹੜੀ PDS ਮਿਲਦੀ ਹੈ ਇਹਨੂੰ ਘਟਾ ਕੇ 40% ਦੇਖੋ ਉਹ ਭਾਈ ਤੁਸੀਂ 2011 ਦੇ ਵਿੱਚ ਸਰਵੇ ਕੀਤਾ ਹੈ ਤੁਹਾਨੂੰ ਇਹੀ ਨਹੀਂ ਪਤਾ ਕਿ ਲੋੜਵੰਦ ਕੌਣ ਹੈ ਤੁਹਾਡਾ ਕੋਈ ਸਰਵੇ ਹੀ ਨਹੀਂ ਹੋਇਆ 2011 ਤੋਂ ਤੇ ਜੇ ਮੈਂ ਪੋਪੂਲੇਸ਼ਨ ਨੂੰ ਵੱਧਦੀ ਨੂੰ ਦੇਖਾਂ 137 ਕਰੋੜ ਹੋ ਗਈ 137 ਕਰੋੜ ਤੇ ਭਾਈ 137 ਕਰੋੜ ਚੋਂ ਉਦੋਂ 80 ਕਰੋੜ ਸੀ ਜਿਸ ਰੇਟ ਨਾਲ ਵਧੀਆ ਤੇ 10 ਕਰੋੜ ਵਧਣੇ ਚਾਹੀਦੇ ਭਾਈ ਤੁਹਾਡੇ ਕੋਲ ਕੋਈ ਡਾਟਾ ਹੋਵੇ ਕੋਈ ਤੁਹਾਡੇ ਕੋਲ ਇਹ ਬੈਂਚਮਾਰਕ ਹੋਵੇ ਵੀ ਤੁਹਾਨੂੰ ਇਹ ਪਤਾ ਲੱਗੇ ਵੀ ਆਹ ਅਮੀਰ ਹੋ ਗਿਆ ਜਾਂ ਗਰੀਬ ਹੋ ਗਿਆ ਤਾਂ ਤੇ ਤੁਸੀਂ ਦੱਸੋ ਕਾਰਨ ਇਹ ਹੈ ਵੀ ਤੁਸੀਂ ਹੰਗਰ ਇੰਡੈਕਸ ਦੇ ਵਿੱਚ ਭੁੱਖਮਰੀ ਦੇ ਵਿੱਚ 94 ਨੰਬਰ 107 ਦੇਸ਼ਾਂ ਦੇ ਵਿੱਚ 94 ਨੰਬਰ ਇਸ ਕਰਕੇ ਗਰੀਬੀ ਤਾਂ ਘਟਾਈ ਨਹੀਂ ਗਈ ਗਰੀਬ ਦਾ ਤਾਂ ਭਲਾ ਕੀਤਾ ਨਹੀਂ ਗਿਆ ਨੰਬਰ ਹੀ ਚੱਕ ਦਿਓ 27% ਸਿੱਧੇ ਥੱਲੇ ਮਾਰੋ ਠਾ 67% ਤੋਂ ਸਿੱਧਾ ਲਿਆ ਕੇ ਖੜਾ ਦਿਓ 40% ਤੇ ਸੋਚ ਕੇ ਦੇਖੋ ਲਾਣਤ ਇੰਨਾ ਉਹ ਹਉਮਾ ਇੰਨਾ ਹੰਕਾਰ ਇੰਨਾ ਗਰੀਬ ਦੀ ਅਣਦੇਖੀ ਇੰਨਾ ਪੱਖਪਾਤ ਮੇਰਾ ਖੂਨ ਖੋਲਦਾ ਅੱਗੇ ਆਓ ਹੁਣੇ ਚੌਥੀ ਰეკਮੈਂਡੇਸ਼ਨ ਹੋ ਗਈ ਹੁਣ ਮੈਂ ਪਾਰਟ 2 ਖੋਲਦਾ ਪੂਰਾ ਪਾਰਟ 2 ਮੈਂ ਪੂਰਾ ਮੈਂ ਟਕਾ ਕੇ ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ ਅਸਲ ਗੁੱਜੀ ਗੇਮ ਜਿਹੜੀ ਹੈ ਅਸਲ ਹਿਡਨ ਏਜੰਡਾ ਕੀ ਹੈ ਕਿ ਇਹ ਜਦੋਂ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਤੇ ਇਕਨੋਮਿਕ ਸਰਵੇ ਦੇ ਵਿੱਚ 2016 ਇੱਕ ਆਰਟੀਕਲ ਛਾਪਦੇ ਜੇਤਲੀ ਸਾਹਿਬ ਇਹ ਤਾਂ ਚਲੋ ਵੱਡੇ ਸੀ ਉਹ ਆਰਟੀਕਲ ਛਾਪਦੇ ਆ ਵੀ ਅਸੀਂ ਜੀ ਰਸਤਾ ਲੱਭ ਰਹੇ ਹਾਂ ਵੀ ਅਸੀਂ ਡਾਇਰੈਕਟ ਪੈਸੇ ਟ੍ਰਾਂਸਫਰ ਕਰਾਵਾਂਗੇ ਸਾਡੇ ਕੋਲ ਸਿਸਟਮਸ ਠੀਕ ਨਹੀਂ ਗੇ ਤੇ ਅਸੀਂ ਇਹ ਨਹੀਂ ਚਾਹੁੰਦੇ ਹੁਣ ਕਿ ਅਸੀਂ PDS ਦੇ ਵਿੱਚ ਅਨਾਜ ਦਈਏ ਅਸੀਂ ਸਿੱਧੇ ਪੈਸੇ ਦਿਆਂ ਉਹ ਸਿੱਧੇ ਪੈਸੇ ਦੇਣ ਦਾ ਜਿਹੜਾ ਭੂਮਿਕਾ ਹੈ ਉਹ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਚੱਲਦਾ ਇਹ ਤੁਸੀਂ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਜਨਧਨ ਅਕਾਊਂਟ ਦੇ ਵਿੱਚ ਪੈਣਗੇ ਹੁਣ ਜਿਹੜੇ ਸਟੇਟ ਕੋਲ ਪੰਜਾਬ ਵਰਗੇ ਕੋਲ ਕਰਜ਼ਾ ਹੀ ਮੁੜੀ ਜਾਂਦਾ ਹੈ ਉਹ 10-12 ਹਜ਼ਾਰ ਕਰੋੜ ਰੁਪਈਆ ਕਿੱਦਾਂ ਪਾਊ ਗਰੀਬ ਦੀ ਉਸ 'ਚ ਉਸੇ ਦਿਨ ਸਬਸਿਡੀਆਂ ਖਤਮ ਜਾਣਗੀਆਂ
ਹੁਣ ਜਦੋਂ ਇਹ ਕਹਿੰਦੇ ਆ ਜੀ ਵੀ ਭਾਈ, ਬੰਦੇ ਨੂੰ ਬੜਾ ਲੱਗਦਾ ਯਾਰ ਕਮਾਲ ਦੀ ਗੱਲ ਹੈ, ਇਹ ਤਾਂ ਹੁਣ ਤਾਂ ਪੈਸੇ ਪਾਉਣਗੇ, ਹੁਣ ਤੇ ਪੈਸੇ ਪਾਉਣਗੇ। ਜਦੋਂ ਪੀਡੀਐਸ ਮੁੱਕਿਆ, ਜਦੋਂ ਪੀਡੀਐਸ ਮੁੱਕਿਆ, ਜਿਸ ਦਿਨ ਉਹ ਖਤਮ ਕੀਤਾ ਔਰ ਇਹਨਾਂ ਨੇ ਉਹ ਪੈਸੇ ਅਕਾਊਂਟਾਂ 'ਚ ਪਾਣੇ ਸ਼ੁਰੂ ਕੀਤੇ, ਫਾਇਦਾ ਕਿਹਨੂੰ? ਕਿਹਦੇ ਕੋਲ ਸਟੋਰੇਜ ਹੈ, ਕਿਹਦੇ ਕੋਲ ਮੇਨਟੇਨੈਂਸ ਹੈ, ਕਿਹਦੇ ਕੋਲ ਸਾਈਲੋ ਹੈ, ਕਿਹਦੇ ਕੋਲ ਪ੍ਰੋਕਿਉਰਮੈਂਟ ਸੈਂਟਰ, ਕਿਹਦੇ ਕੋਲ ਨੇ, ਕਿਹਦੇ ਕੋਲ 25 ਲੱਖ ਮੀਟ੍ਰਿਕ ਟਨ ਦੀ ਸਟੋਰੇਜ ਹੈ? ਅਡਾਨੀ। ਹੁਣ ਦੂਜੀ ਚੀਜ਼ ਹੈ ਵੀ ਉਹ ਖਰੀਦੂ ਕਿੱਥੋਂ ਜਦੋਂ ਤੁਹਾਨੂੰ ਪੈਸੇ ਦੇਤੇ, ਭਾਈ ਮੇਰੇ ਅਕਾਊਂਟ 'ਚ ਪੈਸੇ ਪਾਤੇ, ਕਿ ਗਰੀਬ ਦੇ ਅਕਾਊਂਟ 'ਚ ਪੈਸੇ ਪਾਤੇ, ਉਹ ਖਰੀਦਣ ਕਿੱਥੇ ਜਾਊ? ਰਿਟੇਲ, ਦੁਕਾਨ ਰਿਟੇਲ ਤੇ। ਰਿਟੇਲ ਕਿਹਦੇ ਕੋਲ ਹੈ? ਅੰਬਾਨੀ। ਵੇਖੋ ਤੁਸੀਂ ਗੇਮ ਕਿੰਨੀ ਵੱਡੀ ਹੈ ਕਿ ਤੁਸੀਂ ਇਹ 4 ਰეკਮੈਂਡੇਸ਼ਨਾਂ ਚੋਂ ਪਹਿਲੀਆਂ 3 ਲਓ, ਅਡਾਨੀ। ਭਾਈ ਸਟੋਰੇਜ ਉਹਦੇ ਕੋਲ, ਮੇਨਟੇਨੈਂਸ ਉਹਦੇ ਕੋਲ, ਲੌਜਿਸਟਿਕਸ ਉਹਦੇ ਕੋਲ, ਠੀਕ ਹੈ ਜੀ, ਪ੍ਰੋਕਿਉਰਮੈਂਟ ਸੈਂਟਰ ਉਹਦੇ ਕੋਲ, ਸਰਕਾਰੀ ਸਾਰਾ ਕੁਝ ਉਹਦੇ ਕੋਲ, ਸਰਕਾਰੀ ਜ਼ਮੀਨ ਉਹਦੇ ਕੋਲ। 5% ਸੇਵ ਕਰ ਭਾਈ, ਤੈਨੂੰ 100% ਦੇਵਾਂਗੇ, ਸਾਰਾ ਕੁਝ ਤੇਰਾ। ਹੁਣ ਗਰੀਬ ਨੂੰ ਇਹ ਨਹੀਂ ਸਮਝ ਆਉਂਦੀ ਵੀ ਭਾਈ ਜਦੋਂ ਤੇਰੇ ਅਕਾਊਂਟ 'ਚ ਪਾਉਣਗੇ ਔਰ ਇਹ ਲਾਸਟ ਸਾਲ 'ਚ ਕਰਨਗੇ। ਮੈਨੂੰ ਪਤਾ ਹੈ ਮੇਰੇ ਦੋਸਤ ਬਾਹਰ ਵੀ ਹੈਗੇ ਆ ਕਿ ਕੀ ਸੁਜੈਸ਼ਨਸ ਮੰਗਦੇ ਆ, ਔਰ ਮੈਂ ਮੇਰੀ ਬਾਂਹ ਨੂੰ ਨਹੀਂ ਮਰੋੜ ਸਕਦੇ, ਸਵਾਲ ਪੈਦਾ ਨਹੀਂ ਹੁੰਦਾ, ਮੈਂ ਚੋਨੀ ਰਵਾਦਾਰ। ਹੁਣ ਇਹ ਉੱਥੇ ਆਉਣਗੇ, ਇਹ ਜਦੋਂ ਪੀਡੀਐਸ ਬੰਦ ਕਰਨਗੇ, ਤੁਸੀਂ ਇਹ ਵੇਖੋ ਰਿਲਾਇੰਸ ਦੀ ਮੋਨੋਪੋਲੀ ਪਹਿਲਾਂ ਹੀ ਬਣੀ ਹੋਈ ਹੈ, ਉਹਨੂੰ ਉਹ ਹਿਲਾ ਹੀ ਨਹੀਂ ਸਕਦਾ। ਪੁੱਛੋ ਕਿੱਦਾਂ? ਹੁਣ ਖਰੀਦਦਾਰੀ ਜਿਹੜੀ ਹੁੰਦੀ ਹੈ ਉਹ ਆਨਲਾਈਨ ਹੁੰਦੀ ਹੈ ਭਾਈ। ਅੰਬਾਨੀ ਰਿਟੇਲ ਖੁੱਲੀ, ਉਹਨੂੰ ਕਿਹਨੇ ਐਂਡੋਰਸ ਕੀਤਾ? ਫੇਸਬੁੱਕ, WhatsApp जियो बैठा होगा ਤੇ ਜੀ। करोड़ का 137 ਕਰੋੜ ਚੋਂ 100 ਕਰੋੜ ਬੰਦਾ ਸਿੱਧਾ ਇਹਨਾਂ ਦੇ ਥੱਲੇ ਹਿੱਲ ਹੀ ਨਹੀਂ ਸਕਦਾ। ਮੋਨੋਪੋਲੀ ਕਿੱਥੋਂ ਹਿੱਲੂ? ਫੇਸਬੁੱਕ ਨੇ ਦੇਖਿਆ ਭਾਈ ਇਹ ਤਾਂ ਸਾਰੀਆਂ ਘੁੰਡੀਆਂ ਹੀ ਬਦਲਤੀਆਂ ਇਹਨਾਂ ਨੇ। ਪਹਿਲਾਂ ਅਸੀਂ ਸਿੱਧਾ ਚੱਕ ਲੈਂਦੇ ਸੀ ਐਪਲ ਤੋਂ ਸਾਰੇ ਹੀ ਫੋਨ, ਹੁਣੇ ਕਹਿੰਦੇ 25% ਚੱਕੋ। ਮਹਾਰਾਜ ਗੋਡੀ ਟੇਕ ਦਿਓ, ਸਿੱਧਾ ਹੀ ਨਾਲ ਲੱਗ ਰਲ ਮਿਲ ਕੇ ਪਾਟ ਲਓ। ਮਹਾਰਾਜ 3 ਬੰਦਿਆਂ ਦੇ ਕੋਲ ਪੂਰਾ ਦੇਸ਼ ਦਾ ਕੰਟਰੋਲ ਹੈ। 100 ਮੇਰੇ ਖਿਆਲ 5 ਕਰੋੜ ਲੋਕਾਂ ਦਾ ਸਿੱਧਾ ਆਨਲਾਈਨ, ਔਰ SBI ਨਾਲ ਡੀਲ ਕਰ ਲਈ। SBI ਦਾ ਵੀ 70% ਡਾਟਾ ਇਹਨਾਂ ਕੋਲ। ਆਨਲਾਈਨ ਕੋਈ ਖਰੀਦ ਨਹੀਂ ਸਕਦਾ। ਅੰਬਾਨੀ ਤੋਂ ਪਾਸੇ ਹੋ ਜੀਓ ਪੇਮੈਂਟ ਬੈਂਕ, ਪਹਿਲਾਂ ਨਾ ਬੈਂਕ ਕਾਰਪੋਰੇਟ ਬੈਂਕ ਸਰਦਾਰ ਨੂੰ ਖੁੱਲ੍ਹਣ ਨਹੀਂ ਦਿੰਦਾ। ਉਹ ਕਹਿੰਦਾ ਯਾਰ ਜੇ ਕਾਰਪੋਰੇਟ ਬੈਂਕ ਖੋਲ ਦਿਓਗੇ ਤੇ ਜਿਹੜਾ ਕਾਰਪੋਰੇਟ ਹੈ ਉਹ ਪੈਸੇ ਲੈ ਲਊਗਾ ਲੋਕਾਂ ਦੇ ਤੇ ਆਪਣੇ ਆਪ ਨੂੰ ਦੇ ਲੂ, ਮੈਂ ਨਹੀਂ ਖੋਲ੍ਹਣ ਦਿੰਦਾ। ਇਹਨਾਂ ਨੇ ਹੁਣ ਕਾਰਪੋਰੇਟ ਬੈਂਕ ਵੀ ਖੋਲ੍ਹ, ਤੁਸੀਂ ਹਿੱਲ ਹੀ ਨਹੀਂ ਸਕਦੇ। ਔਰ ਫਿਰ ਗਰੀਬ, ਮੈਂ ਸਵਾਲ ਕਰਦਾ, ਗਰੀਬ ਨੂੰ ਇਹ ਨਹੀਂ ਪਤਾ ਕਿ ਭਾਈ ਜਦੋਂ ਉਹ ਖਰੀਦਣ ਜਾਊ ਉਹਨੂੰ 3 ਰੁਪਏ ਦਾ ਮਿਲੂ ਕਿ ਅੰਬਾਨੀ ਦੇ ਰੇਟ ਤੇ ਮਿਲੂ? ਆਪ ਹੀ ਦੇਖੋ ਹੁਣ ਜਿਹੜੀ ਪੀਡੀਐਸ ਦੇ ਵਿੱਚ ਉਹਨੂੰ वो तो कैश हो गया, ऑटोमेटिकली मार्केट रेट से मिल ਜਦੋਂ ਕੈਸ਼ ਦੇ ਉੱਤੇ ਆ ਗਿਆ ਉਹ, ਤੇ ਉਹ ਮਾਰਕੀਟ ਰੇਟ ਤੇ ਖਰੀਦੂ ਨਾ। ਕਿੱਡੀ ਗੇਮ ਹੈ, ਤੁਸੀਂ ਦੇਖੋ ਸਹੀ, ਇਹ ਕਦੋਂ ਦੀ ਚੱਲਣ ਡਈ ਹੈ? ਇਹ ਕੋਈ ਅੱਜ ਦੀ ਨਹੀਂ ਚੱਲਣ ਡਈ, ਇਹ ਕਿੰਨੀ ਦੇਰ ਦੀ ਚੱਲਣ ਡਈ ਹੈ। ਔਰ ਇਹ ਬਗੈਰ ਪੋਲੀਟੀਕਲ ਸਹਿਯੋਗ ਹੋ ਸਕਦਾ? ਕੈਨ ਯੂ ਬੀਟ ਇਟ? रिगार्डलेस ऑफ द फीचर्स लागू हो ना हो। ਇਹ ਮੈਂ ਕਹਿ ਰਿਹਾ ਪਹਿਲੇ ਦਿਨ ਤੋਂ ਵੀ ਇਹ ਜਿਹੜੇ ਲਾਜ਼ ਨੇ ਇਹਨਾਂ ਨੂੰ ਤੁਸੀਂ ਰਿਪੀਟ ਕਰਾ ਲਓ ਜਾਂ ਨਾ ਕਰਾਓ। ਇਹ ਗੇਮ ਨੂੰ ਫਰਕ ਪੈਂਦਾ ਭਾਜੀ, ਤੁਸੀਂ ਤੇ ਚੰਗੇ ਸਿਆਣੇ ਹੋ। ਮੈਂ ਇਸੇ ਕਰਕੇ ਇਹ ਸੱਚ, ਹਾਲੇ ਮੈਂ ਅੱਗੇ ਚਲੋ ਥੋੜ੍ਹਾ, ਮੈਂ ਇਸੇ ਕਰਕੇ ਇਹ ਸੱਚ ਨੂੰ ਬੇਨਕਾਬ ਕਰਨਾ ਚਾਹੁੰਦਾ ਸੀਗਾ ਕਿਉਂਕਿ ਤੁਹਾਡੀ ਕ੍ਰੈਡੀਬਿਲਿਟੀ ਹੈ। ਲੋਕਾਂ 'ਚ ਖੜ ਕੇ ਮੇਰੇ ਵੱਲੋਂ ਹੀ ਸਵਾਲ ਕਰ ਦਿਓ, ਇਹ ਮਾਈ ਦਾ ਲਾਲ ਜੰਮਿਆ ਨਹੀਂ ਕੋਈ ਆ ਕੇ ਬਹਿ ਜੇ, ਮੈਂ ਜਾਣਾ ਕੱਲਾ ਜਾ ਆਪ ਗੱਲ ਕਰ। ਇਹ ਹੈ ਕਿ ਨਹੀਂ ਹੈ? ਕਿੱਦਾਂ ਪੱਖਪਾਤ ਕਰਦੇ ਆ ਇਹ। ਉਹਨੂੰ ਮੈਕਸਿਮਮ ਸਪੋਰਟ ਪ੍ਰਾਈਸ, ਇਹਨੂੰ ਮਿਨੀਮਮ ਸਪੋਰਟ ਪ੍ਰਾਈਸ ਨਹੀਂ। ਹਾਂਜੀ, ਸਾਰਾ ਦੇਸ਼ ਲੁਟਾਤਾ, ਗਿਰਵੀ ਰੱਖਿਆ, ਗਿਰਵੀ। ਫਿਰ ਤੁਸੀਂ ਅੱਗੇ ਆਓ। ਮਹਾਰਾਜ ਸਟੇਟ ਮੇਰੇ ਸੁਪਨੇ, ਮੈਂ ਉਹਨਾਂ ਸੁਪਨਿਆਂ ਨੂੰ ਜਿਉਣਾ ਤੇ ਮੈਂ ਰੱਬ ਨੂੰ ਜੋ ਅਰਦਾਸ ਕੀਤੀ ਹੈ ਉਹ ਪੂਰੀ ਹੋਈ ਹੈ। 45 ਸਾਲ ਤੱਕ ਸਾਰਾ ਕੁਝ ਪੂਰਾ ਕਰ ਲਿਆ। ਮੇਰਾ ਸੁਪਨਾ ਹੈ, ਮੈਂ ਦੇਖਦਾ ਕਿ ਪੰਜਾਬ ਦਾ ਐਗਰੀਕਲਚਰ ਸਾਡੀ ਰੀੜ੍ਹ ਦੀ ਹੱਡੀ ਹੈ ਭਾਈ। ਅਸੀਂ
ਮਾਰਕੀਟਿੰਗ ਸਟ੍ਰੈਟਜੀ ਬਣਾਈਏ, ਅਸੀਂ ਇਕੱਠੇ ਹੋਈਏ, ਅਸੀਂ ਕੋਆਪਰੇਟਿਵ ਬਣਾਈਏ ਭਾਈ, ਅਸੀਂ ਕੋਆਪਰੇਟਿਵ ਹੋ ਕੇ ਗਰੀਬ ਛੋਟਾ ਜਿਹੜਾ ਫਾਰਮਰ ਹੈ ਉਹਨੂੰ ਚੁੱਕੀਏ। ਪਰ ਜਿਹੜੇ ਮੈਂ ਸੁਪਨੇ ਦੇਖਦਾ ਇਹ ਬੀਜ ਦੇਣਗੇ, ਉਹਨਾਂ ਨੂੰ ਖਤਮ ਕਰ ਦੇਣਗੇ। ਪੁੱਛੋ ਕਿੱਦਾਂ? ਕਿਸੇ ਵੀ ਐਗਰੀਕਲਚਰ ਦੀ ਜੇ ਟਰਾਂਸਫਾਰਮੇਸ਼ਨ ਤੁਸੀਂ ਕਰਨੀ ਹੈ ਤੁਹਾਨੂੰ ਬਫਰ ਸਟਾਕ ਚਾਹੀਦਾ। ਕਿਉਂ? ਕਿਉਂਕਿ ਭਾਈ ਉਗਣ ਨੂੰ ਤਾਂ ਲੱਗਣੇ 6 ਮਹੀਨੇ, ਖਾਣਾ ਤੁਸੀਂ ਰੋਜ਼ ਹੈ। ਕੋਈ ਫਸਲ ਲੈ ਲਓ, ਉਹਨੂੰ ਉਗਣ ਨੂੰ 4 ਮਹੀਨੇ ਲੱਗਣੇ, 5 ਮਹੀਨੇ ਲੱਗਣੇ ਹੈ, ਖਾਣਾ ਤੁਸੀਂ ਰੋਜ਼ ਹੈ, ਹਰ ਰੋਜ਼ ਤੁਸੀਂ ਖਾਣਾ। ਤੁਹਾਨੂੰ ਬਫਰ ਸਟਾਕ ਚਾਹੀਦਾ ਹੀ ਚਾਹੀਦਾ। ਹੁਣ ਬਫਰ ਸਟਾਕ ਕਿਹਦੇ ਕੋਲ ਹੈ? ਅਡਾਨੀ। ਮੈਂ ਕਿਹਾ ਸੂਬਾ ਲੱਖ ਜ਼ੋਰ ਲਾ ਲੇ, ਲੱਖ ਜ਼ੋਰ ਲਾ ਲੇ, ਸੂਬਾ ਮੁਹਤਾਜ ਬਣਾ। ਜਿਹੜੇ ਉਦੋਂ ਕਹਿੰਦੇ ਹੁੰਦੇ ਸੀ GST ਵਾਹ ਜੀ ਵਾਹ, ਮੈਂ ਉਦੋਂ ਕਿਹਾ ਸੀ 2 ਸਾਲ ਪਹਿਲਾਂ, ਥੋੜੇ ਹੱਥ ਝੂਠਾ ਦੇ ਦੇਣਗੇ। ਦਿਸ ਇਜ਼ ਅ ਡਾਇਰੈਕਟ ਅਟੈਕ ਔਨ ਦੀ ਫੈਡਰਲ ਸਟਰਕਚਰ ਆਫ ਇੰਡੀਆ। ਖਤਮ ਕਰ ਦੇਣਗੇ, ਨਹਿਸ ਤਹਿਸ ਕਰ ਦੇਣਗੇ, ਬਿਲਕੁਲ ਬਰਬਾਦ ਕਰ ਦੇਣਗੇ। ਵੀ ਆਰ ਹੈਡਡ ਦੈਟ ਵੇ। ਫਿੱਟ ਕਰ ਲਿਆ ਸਾਰਾ ਕੁਝ ਇਹਨਾਂ ਨੇ, ਵੀ ਤੁਸੀਂ ਜੋ ਮਰਜ਼ੀ ਕਰੀ ਜਾਓ। ਇਹ ਤੇ ਗੁੜ ਦੇ ਕੇ ਮਾਰਦੇ ਆ, ਗੁੜ ਦੇ ਕੇ ਮਾਰਦੇ ਆ। ਇਹ ਤਾਂ ਪਹਿਲੀ ਵਾਰ ਹੈ ਕਿਸਾਨ ਨੇ ਥੁੱਕਿਆ, ਥੂ ਉਹਨੇ ਥੁੱਕੇ। ਇਸ ਕਰਕੇ ਉਹ ਸੁਪਨੇ ਵੀ ਸਾਕਾਰ ਨਹੀਂ ਹੋਣੇ। ਫਿਰ ਭਾਈ ਇਹ ਕੀ ਚੱਕਰ ਕੀ ਹੈ? ਇਹ 2 ਬੰਦਿਆਂ ਪਿੱਛੇ 70 ਕਰੋੜ ਬੰਦਿਆਂ ਨੂੰ ਗੁੱਟੀ ਗੇਮ ਦੇ ਕੇ ਇਹ ਮਰਨ ਡਏ ਹੈ। ਕਿਉਂ? ਕੀ ਗੱਲ ਕੀ ਹੈ ਭਾਈ? ਗੱਲ ਬੜੀ ਸਿੰਪਲ ਹੈ। ਵੇਖੋ ਕਿਹਨਾਂ ਦੇ ਜਹਾਜ਼ਾਂ ਚੜ੍ਹਦੇ ਆ ਜਦੋਂ ਇਲੈਕਸ਼ਨ ਕੰਪੇਨ 'ਚ ਜਾਂਦੇ, ਦੇਖੋ ਨਾ, ਮੈਂ ਤੇ ਆਪ ਵੇਖਿਆ। ਕੌਣ ਇਲੈਕਸ਼ਨ ਫੰਡਿੰਗ ਕਰਦਾ? ਤੀਜੀ ਗੱਲ, ਮੀਡੀਆ ਹੀ ਦੇਖ ਕਿੰਨਾ ਕੰਟਰੋਲ 'ਚ ਹੈ, ਕਿੱਥੇ ਕਿਹਦੇ ਕੰਟਰੋਲ 'ਚ ਹੈ ਦੇਖ ਲਓ। 70% ਕਿਹਦਾ ਕੰਟਰੋਲ ਹੈ ਦੇਖ ਲਓ। ਉਹ ਪੈਸੇ ਕਿੱਥੋਂ ਆਉਂਦੇ ਭਾਈ? मैं कल क्या कि तुम्हारी तहजीब खुद अपने खंजर से खुदकुशी करेगी। जो आशियाना शाख नाजुक पे होगा ना पायदार। तुसी अपनी तहजीब दे नाल खुदकुशी कर रहे हो, आचरण व्यवहार दे नाल। ये कोमल डाल दे उत्ते आशियाना बनाओ, कित्थे ना पायदार होगा। ये पहली बार ये मतलब एक मूवमेंट बनी है, चंद लोगों तक सीमित नहीं, पूरे हिंदुस्तान की बनी। तो इस करके ये बहुत इंपॉर्टेंट है भाजी कि तुसी इस आवाज़ नूं लोगों तक लेके जाओ। मैं तो मतलब जिहड़ा मेरे अरमान सी मैं तो जी लिया, पर मैं लड़ूं, इंच नहीं पिछे हटदा। पर मैनूं कोई ये गर्ज नहीं कि मैनूं कुछ चाहिए। डिजिटल एविएशन जो ਅਸੀਂ ਦੇਖੇ 에어ਪੋਰਟ ਸੇ ਅੱਜ ਰਿਪੋਰਟ ਆਈ ਉਹਦੇ ਵਿੱਚ ਕਿ एयरपोर्ट ਦੇ ਨਾਲ ਪੋਰਟ ਮੁੰਦਰਾ ਪੋਰਟ ਫਲਾਨਾ नीति आयोग एंड फाइनेंस मिनिस्ट्री ने ऑब्जेक्शन मिलाई, फिर भी ਦਿੱਤੇ ਗਏ ਅਰਮਾਨੀ ਦਾ एक्चुअल ਜਿਹੜਾ वेल्थ है वो $26 बिलियन है ਤੇ ਕਰਜ਼ਾ $30 ਬਿਲੀਅਨ ਹੈ। ਹਾਂ, ਤੁਸੀਂ ਰਿਪੋਰਟ ਦੀ ਗੱਲ ਕੀਤੀ, ਬੜੀ ਇੰਟਰਸਟਿੰਗ ਚੀਜ਼ ਹੈ। ਆਪਣੇ ਪੰਜਾਬ ਦੀ ਕਿਸਾਨੀ ਇਹਨਾਂ ਲਿੰਕਡ ਹੈ। ਜਿਹੜੇ ਆਪਾਂ ਪਹਿਲਾਂ ਬਾਰਡਰ ਤੋਂ ਟ੍ਰੇਡ ਕਰਦੇ ਸੀਗੇ ਉਹ ਇਹਨਾਂ ਨੇ ਬੰਦ ਕਰਤੀ, ਤੇ ਹੁਣ ਜਦੋਂ ਉਹ ਪਾਕਿਸਤਾਨ ਤੋਂ ਘੁੰਮ ਕੇ ਆਉਂਦੀ ਹੈ ਤੇ ਉਹਨੂੰ ਮੁੰਬਈ ਪੋਰਟ ਤੇ ਕਹਿੰਦੇ ਖੋਲ ਨਹੀਂ ਸਕਦੇ, ਇੰਟਰਨੈਸ਼ਨਲ ਹੈ, ਮੁੰਦਰਾ ਪੋਰਟ ਤੇ ਖੋਲ ਲੈਂਦੇ ਨੇ ਉਹਨੂੰ। ਫਿਰ ਉਹ ਮੁੰਦਰਾ ਪੋਰਟ ਤੋਂ ਹੋ ਕੇ ਬਚਾਅ ਆ ਜਾਂਦਾ। ਦੇਖੋ ਇਹ ਦੇਖੋ ਕਿੰਨੀ ਵੱਡੀ ਗੱਲ ਕੀਤੀ ਮੁੰਡੇ ਨੇ, ਹੈ ਇਹ ਮਤਲਬ ਵੇਖੋ ਤਰਨਤਾਰਨ ਤੋਂ ਪਾਕਿਸਤਾਨ ਟ੍ਰੇਨ ਮੁੰਦਰਾ ਪੋਰਟ ਕਰਦੇ ਹੋ। 22 ਕਿਲੋਮੀਟਰ ਜਾਣਾ ਸਾਡੇ मतलब किस्मत ते ताले लाते इन्होंने। आज कुर्सी साढ़े अगर अमृतसरों जाना तो 22 किलोमीटर जाना, साडा समान 2100 किलोमीटर जाना। दुबई कराची बॉम्बे खुला 2100 किलोमीटर जाता, उतों घूम के फिर आता, फिर जे किते खड़दा जाके वो मुंदरा पोर्ट है, क्योंकि उत्थे $5 घट रेट रखा है। ਇਹਨਾਂ ਦੇ ਪਿਓ ਦਾ ਰਾਜ ਹੈ ਤੇ ਪਿਓ ਕੌਣ ਹੈ ਮੈਨੂੰ ਸਮਝ ਨਹੀਂ ਆਈ। ਇਹਦੇ ਬਾਪ ਦਾ ਪਿਓ ਤੇ ਇਹ ਨੇ ਜਿਹੜੇ ਨੀਤੀਆਂ ਬਣਾਉਂਦੇ ਨਚਾਉਂਦੇ ਦੁੱਖ ਹੁੰਦਾ। ਇਸੇ ਕਰਕੇ ਮੈਂ ਕਹਿੰਦਾ ਕਿ ਯੂ ਕੈਨੋਟ ਟੇਕ ਇਟ ਫॉर ਗ੍ਰਾਂਟਡ ਕਿ ਅ ਨੇਸ਼ਨਸ ਡੈਸਟੀਨੀ ਵਿਲ ਬੀ ਸਕਸੈਸਫੁਲ ਫॉर ਸ਼ੋਰ। ਐਂਟੀ ਨੈਸ਼ਨਲ ਜਿਹੜਾ ਨਾਲ ਖੜਾ ਠੀਕ ਹੈ, ਐਂਟੀ ਨੈਸ਼ਨਲ ਹੋਏ ਉਹ ਤੂੰ ਐ ਹੋਏ
मैं खड़ गया, मैं 1 इंच पीछे नहीं गया अज तक। आई नैवर फ्लिंच नॉर बैक नहीं। उत्थे भी मैं गया कि पंजाबी को पुछ के वेखो ये सानू डेलीबरेट मैकेनिज्म के नाल मार रहे कि नहीं मार रहे, डेलीबरेट मैकेनिज्म के नाल मार रहे, सोची समझी साजिश के तले मार। आई रेस्ट माई केस। ये जो कोई चीज किसी ने हिंदुस्तान का कोई मंत्री वजीर तो कादे रह गए, मैं तो पहले ही कहता कि शतरंज का वजीर और इंसान का ज़मीर अगर मर जाए तो खेल खत्म। मैं तो पहले ही कही बैठा मुक गया था। कादे रह गए हुण ते ये पर्दे फाश हो गए, लोगों च आ गए, सामने आ गए। पहला तो वो मेरे वर्गा एक होंदा सीगा, ਉਹਦੇ ਮਗਰ ਪੈ ਜਾਂਦੇ बॉट के आए, मैंने समझ नहीं आती, पर मैं कदे डरिया नहीं। किन्ने कोई शरीफ बंदे ताड़ दे ਇਹਦੇ गाल ਉਹਦੇ गाल। ਉਹ भाई क्यों आवाज़ चुकते हो, आर्गूमेंट चुको, आर्गूमेंट चुको, आपकी रीजन दिओ। तो हुण दिल्ली जो 10,000 आवाज़ आती है थाड़ करती, तो समझ नहीं आता हुण किहनूं वोट लाइए तो किहनूं ओह लाइए, तो सारिਆਂ ਦਾ वोट करता उन्होंने। समझ नहीं ना आती हुण किहनूं बोलीए। 10,000 आवाज़ आती है धाड़ करती 10,000 आवाज़ आती है हर रोज़ न सिर उच्चा होंदा। फिर उन्होंने कही है पोलीटिकल फलाना लै दस ऐसे इतने बैठे भाई हर रोज़ नाले पाई दा नाले उन्होंने हल्लाशेरी करिए, नाले टका के उन्होंने नाल खड़े मोढे नाल मोढा ला के खड़े बदले कुछ ਇਹ ਗੱਲ ਹੈ ਵੀ ਬਹੁਤ ਸਾਰੇ ਜਿੱਦਾਂ ਲੋਕਾਂ ਦਾ ਕਈਆਂ ਦਾ ਵਿੱਚ ਇਹ ਵੀ ਮਤਲਬ ਸਮਝ ਆ ਕਿ ਇੱਕ ਤਰ੍ਹਾਂ ਦਾ ਜਿਹੜਾ ਅੰਦੋਲਨ ਹੈ ਇਕੱਲੇ ਕਿਸਾਨਾਂ ਦਾ, ਜਿਹੜੇ ਦੂਜਿਆਂ ਨੂੰ ਆ ਕਈਆਂ ਨੂੰ ਲੱਗਦਾ ਵੀ ਅਸੀਂ ਸ਼ਾਇਦ ਪ੍ਰਭਾਵਿਤ ਨਹੀਂ ਹੋਣਾ, ਉਹਨਾਂ ਲਈ ਤੁਸੀਂ ਕਿਵੇਂ ਸੋਚਦੇ ਵੀ ਉਹ ਕਿਵੇਂ ਜੁੜੇ ਨੇ ਜਾਂ ਉਹਨਾਂ ਨੂੰ ਨਾਲ ਕਿਵੇਂ ਆਉਣਾ ਚਾਹੀਦਾ? ਇਹ ਗੱਲ ਭਾਜੀ ਤੁਸੀਂ ਬੜਾ ਵੱਡਾ ਸਵਾਲ ਕੀਤਾ। ਮੈਨੂੰ ਬੜੇ ਲੋਕ ਪੁੱਛਦੇ ਇਸ ਸਾਹਿਬ ਦਿੱਲੀ ਜਾਓ, ਮੈਂ ਉਹਨਾਂ ਨੂੰ ਕਹਿੰਦਾ ਕਿ ਇਹ ਪੋਲੀਟੀਕਲ ਮੂਵਮੈਂਟ ਹੈ ਜਾਂ ਸੋਸ਼ਲ ਮੂਵਮੈਂਟ, ਇਹ ਲੋਕਾਂ ਦੀ ਮੂਵਮੈਂਟ ਹੈ ਜਾਂ ਕਿਸੇ ਪੋਲੀਟੀਸ਼ੀਅਨ ਨੇ ਕਿਹੜੀ ਕੀਤੀ ਹੈ। ਇਹ ਮਾਫ ਕਰਨਾ ਪੋਲੀਟੀਸ਼ੀਅਨ ਐਡੀ ਤਕੜੇ ਹੁੰਦੇ ਇਹ ਦਿਨ ਕਿਉਂ ਦੇਖਦੇ, ਸਮਝਿਆ। ਇਸ ਕਰਕੇ ਜਦੋਂ ਮੈਨੂੰ ਕਹਿੰਦੇ ਆ, मैं कहना जे मैं जाके खड़ गया, मैं 4 बार का MP हाँ, मेरी वाइफ जिती है, मैं 5वीं बार का मंत्री हाँ, अभी रल मिल के 5-6 इलैक्शन जित ले 15-16 साल। जो मैं उत्थे खड़ूंगा कहेंगे देखो जी उदों ही नाल दी नाल इन्हां दे मंत्री ने किसी ने पाटरा टाटरा जिहड़ा है उन्हें नाल दी नाल कह देना देखो जी देखो ये ओपोजिशन करा रही, पटदे ने देखो जी देखो ये तो ओपोजिशन करा रही। ओ भले लोगो की कर रहे हो तुसीं, मतलब ਇੰਨਾ ਤੁਹਾਡਾ ਜ਼ਮੀਰ ਮਰ ਗਿਆ ਹੋਏ ਹੈ ਵੀ ਤੁਸੀਂ ਭੋਲੇ ਭਾਲੇ ਕਿਸਾਨਾਂ ਦੀ ਰੋਜ਼ੀ ਰੋਟੀ ਉਹਦੇ ਪੇਟ ਤੇ ਲੱਤ ਮਾਰ ਕੇ ਇੱਕ ਬੰਦੇ ਨੂੰ ਦੇਵੋਗੇ, ਫੰਡਿੰਗ ਕਰਾਓਗੇ, ਹੈ ਮੀਡੀਆ ਚਲਾਓਗੇ, ਹੈ ਐ ਚੱਲਦਾ ਹੁੰਦਾ। ਪੰਜਾਬੀ ਨਹੀਂ ਚੁੱਪ ਫਿਰ ਉਹ ਕਹੇ ਨਾ ਜੋ ਕਿ ਮੈਂ ਉੱਥੇ ਹੀ ਕਿਹਾ ਸੀ ਕਰਕੇ ਜਦੋਂ ਮੈਨੂੰ ਪੁਲਿਸ ਵਾਲੇ ਨੇ ਰੋਕਿਆ ਉੱਥੇ, ਮੈਂ ਕਿਹਾ ਤੇਰੇ ਕੋਲ ਵਾਰੰਟ ਹੈ, ਕਹਿੰਦਾ ਜੀ ਉਹ DIG ਸਾਹਿਬ ਆ ਰਹੇ। ਮੈਂ ਕਿਹਾ ਫਿਰ ਜਦੋਂ ਨੂੰ ਜਦ ਤੱਕ ਉਹ ਆਉਂਦੇ ਨਹੀਂ ਮੈਂ ਇੱਥੇ ਖੜੂੰਗਾ। हट पारे मैं चुकियां गड्डियां ओ मारी रात जो बना के छड्ड के। लोकतंत्र है भाई, सानू कोई आके गाल भी कढ़ दिंदा, इन्ने लखां लोग प्यार करते, कोई गाल भी कढ़दा, दाढ़ी दा वाल चिट्टा हो जांदा, फिर की होया? ठीक है भाई, इहदा हक है। 5-6 इलैक्शन आ रहे, सारे रूम ही नहीं है। सिद्धू साहब दिल्ली नहीं है, होर कोई लभदा नहीं ना सिद्धू के खिलाफ। दिल्ली मारनी है मूवमेंट, सोशल मूवमेंट नूं पोलीटिकल करना है, खत्म करनी है, उन्होंने बिलिटल करना है, एक समुंदर नूं टोपे छड्ड दिया। But coming to the other point, state government, what do you think about the Punjab government's stance on this whole issue? Now there were allegations that there were senior police officers camping in Delhi from the past almost over a month, and they are gathering information, they're trying to strike deals, pressurizing the union leaders. What do you have to say about your own government in the state in Punjab? I think it's a very good question. The best person who can answer is the Honorable Chief Minister. What do you have to say about it? Nothing. You are part of that government. You are an elected MLA. मैं की क्या? Do you think? Think about it. देखो पहला जवाब तगड़ा नहीं। दोस्त मेरी जिंदगी शुरू तो देख इंग्लैंड छड्ड के आया, कई लोग उन्होंने
ਡਿਸਟੋਰਟ ਕਰਨ ਦੀ ਵੀ ਕੋਸ਼ਿਸ਼ ਕਰਦੇ ਥੋੜੇ ਉਮਰਾਂ ਵਾਲੇ ਵੀ। ਮੈਂ ਟਿਕਾ ਕੇ ਕਹਿੰਦਾ ਸਾਰਿਆਂ ਨੂੰ ਅੱਜ ਛਾਤੀ ਠੋਕ ਕੇ ਕਿ ਮੇਰੀ ਜ਼ਿੰਦਗੀ ਦੇ ਵਿੱਚ ਦੀ ਵੈਲਿਊਜ਼ ਦੈਟ ਆਈ ਸਟੈਂਡ ਫॉर देयर इज़ नो शॉर्टकट। ਜਿਹੜੀ ਚੀਜ਼ ਤੇ ਮੈਂ ਸਟੈਂਡ ਲਿੱਤਾ ਹੈ ਉਹਦੇ 'ਚ ਕੋਈ ਸ਼ਾਰਟਕਟ ਨਹੀਂ ਹੈ। ਜਿਹੜੀ ਚੀਜ਼ ਮੈਂ ਅਕੰਪਲਿਸ਼ ਕਰਨੀ ਹੈ ਉਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਹੈ, ਕੋਈ ਸਮਝੌਤਾ ਨਹੀਂ ਹੈ। ਸਰਕਾਰਾਂ ਛੱਡੀਆਂ, ਮੰਤਰਾਲੇ ਛੱਡੇ, ਜੋ ਬਾਪ ਨੇ ਕਰਨਾ ਹੁੰਦਾ ਅਸੀਂ ਆਪਣੇ ਪਿਓ ਵਾਲਾ ਦੇਖੀ ਜਾਂਦੇ। ਮੈਂ ਤੁਹਾਨੂੰ ਜੋੜੀ ਦੀ ਕਹਾਣੀ ਪੂਰਾ ਹੀ ਕਰ ਦੂੰ ਸਾਰਾ। ਇੱਥੇ ਅੰਮ੍ਰਿਤਸਰ ਵਚਨ ਦਿੱਤਾ, ਜੇਲੀ ਸਾਹਿਬ ਨੇ ਆਖਿਆ ਭਾਈ ਕੁਰੂਕਸ਼ੇਤਰੋਂ ਲੜ ਲੈ 3 ਲੱਖ ਤੇ ਜਿੱਤੇਗਾ। ਮੇਰੇ ਸਰਵੇ ਨੇ ਉਹ ਬੀਟੇ ਤੀਟੇ ਜੇ ਦਿਖਾਉਂਦੇ ਟਿਕ ਟਿਕ ਟਿਕ, ਉਹ ਆਪਣਾ ਹੀ ਸਰਵੇ ਨਹੀਂ ਕਰ ਸਕੇ, ਇੱਥੇ ਹੀ ਹਾਰ ਸਕੇ। ਇੱਥੋਂ ਲੜ ਲੈ ਭਾਈ, ਇੱਥੋਂ ਲੜ ਲੈ ਭਾਈ ਤੇ 100 ਲੜ ਲੈ ਹਿੰਦੁਸਤਾਨ ਦਾ। ਮੈਂ ਕਹਿੰਦਾ ਜੀ ਮੈਂ ਇੱਥੋਂ ਨਾ ਮੈਂ ਉੱਥੋਂ ਨਾ ਮੈਂ ਉੱਥੋਂ, ਜਾਂ ਅੰਮ੍ਰਿਤਸਰ ਜਾਂ ਨਹੀਂ ਲੜਦਾ। ਉਹ ਕਹਿੰਦੇ ਕਿਉਂ? ਮੈਂ ਕਿਹਾ ਮੇਰੇ ਪਿਓ ਨੇ ਇੱਕੋ ਗੱਲ ਕਹੀ ਸੀ ਵੀ ਬੇਟਾ ਜ਼ਿੰਦਗੀ 'ਚ ਸਭ ਜਾਂਦਾ ਜਾਵੇ, ਨਾਮ ਨਹੀਂ ਜਾਣਾ ਚਾਹੀਦਾ, ਇੱਜ਼ਤ ਨਹੀਂ ਜਾਣੀ ਚਾਹੀਦੀ ਔਰ ਵਚਨ ਨਹੀਂ ਜਾਣਾ ਚਾਹੀਦਾ। ਮੈਂ ਕਿਹਾ ਮੈਂ ਤੁਹਾਡੀ ਰਿਸਪੈਕਟ ਕਰਦਾ। ਹਿੰਦੁਸਤਾਨ ਦਾ ਵਜ਼ੀਰ ਫਾਈਨੈਂਸ ਮਿਨਿਸਟਰ 2 ਲੱਖ ਤੇ ਹਰਿਆ। ਤੁਹਾਨੂੰ ਲੱਗਦਾ ਲੋਕਾਂ ਨੂੰ ਸਮਝ ਪਹਿਲੀ ਚੀਜ਼ ਉਹ ਠੀਕ ਹੈ ਜੀ। ਉਦੋਂ ਬਾਅਦ ਬੁਲਾਇਆ ਨਹੀਂ ਉਹਨਾਂ ਨੇ। ਫਿਰ ਜਦੋਂ ਇਲੈਕਸ਼ਨ ਆਇਆ ਫਿਰ ਵੀ ਆ ਗਏ, ਮੈਂ ਫੇਰ ਗਿਆ ਲਓ ਜੀ ਰਾਜ ਸਭਾ। ਮੈਂ ਕਿਹਾ ਮੈਂ ਚੁਣਿਆ ਨੁਮਾਇੰਦਾ, ਮੈਨੂੰ ਉਸੇ ਦਾ ਨਸ਼ਾ ਹੈ। ਜਿੱਦਣ ਮੈਨੂੰ ਲੋਕ ਰਿਐਕਟ ਕਰਨਗੇ ਮੈਂ ਕੋਈ ਗੱਲ ਹੀ ਨਹੀਂ, ਉਹਨਾਂ ਦੇ ਗੁੱਡੀ ਹੱਥ ਲਾ ਦੇਣਗੇ ਇੰਨੀ ਵਾਰ ਕੀਤਾ ਠੀਕ ਹੈ। ਨਹੀਂ ਪ੍ਰਾਈਮ ਸਾਹਿਬ ਨੇ ਕਿਹਾ ਫਲਾਣਾ। ਮੈਂ ਕਿਹਾ ਜੀ ਜੇ ਰਾਜ ਸਭਾ ਮੈਨੂੰ ਪੰਜਾਬ ਵੱਲ ਜਾਂਦੀ ਹੈ, ਮੇਰੇ ਲਈ ਪੁੰਨ ਸਥਲੀ ਹੈ। ਉਸ ਦਿਨ ਦੀ ਸਟੇਟਮੈਂਟ ਦੇਖ ਲਓ। ਮੈਂ ਕਿਹਾ ਮੇਰੇ ਲਈ ਪੁੰਨ ਸਥਲੀ ਹੈ, ਇਟ ਵਿਲ ਬੀ ਅ ਪਲੇਸ ਆਫ ਵਰਸ਼ਿਪ ਫॉर ਮੀ ਇਫ ਆਈ ਗੋ ਦੈਟ ਵੇ। ਤੇ ਜੇ ਮੈਨੂੰ ਪੰਜਾਬ ਤੋਂ ਦੂਰ ਕਰਦੀ ਹੈ ਫਿਰ ਇਹ ਮੇਰੇ ਲਈ ਹੋਣੀ ਨਾ ਹੋਣੀ ਇੱਕ ਬਰਾਬਰ ਹੈ। ਪਹਿਲੇ ਦਿਨ ਦੀ ਸਟੇਟਮੈਂਟ ਦੇਖ ਲਓ, ਰਾਜ ਸਭਾ ਦੇ ਬਾਹਰ ਖੜ੍ਹ ਕੇ ਮੇਰਾ ਜੀ ਨਾ ਕਰਿਆ ਕਰੇ। ਮੈਂ ਚੁਣਿਆ ਨੁਮਾਇੰਦਾ, ਨੋਮੀਨੇਟਡ ਜਾਂ ਉਹ ਅੰਦਰ ਜਾਇਆ ਕਰਾਂ, ਮੇਰੀਆਂ ਲੱਤਾਂ ਜੀਆਂ ਜ਼ੋਰ ਹੀ ਨਾ ਚੁੱਕਿਆ ਕਰਨ। ਕੋਈ ਗੱਲ ਨਹੀਂ, ਜਿੱਦਾਂ ਸਿੱਧਾ ਕਰ ਦੇ। ਇੱਕ ਵੱਡੇ ਸਾਹਿਬ ਨੇ ਬੁਲਾਇਆ, ਮੈਂ ਨਾਂ ਨਹੀਂ ਲੈਣਾ ਕਿਉਂਕਿ ਉਹ ਦੇਖੋ ਜਿਹੜੀ ਚੀਜ਼ ਬੰਦ ਕਮਰਿਆਂ 'ਚ ਹੁੰਦੀ ਹੈ ਮੈਂ ਕਦੇ ਕਿਸੇ ਦਾ ਵਿਸ਼ਵਾਸ ਨਹੀਂ ਕੀਤਾ। ਉਹਨਾਂ ਦਾ ਵੀ ਅਗੇ ਤੁਮ ਇਨਕੀ ਕੰਪੇਨ ਕਰੋ, ਆ ਦੋ ਰਾਹੂ ਕੇਤੂਆਂ ਦੀ ਕਰੋ ਕੰਪੇਨ। ਮੈਂ ਕਿਹਾ ਜੀ ਇਹ ਗ੍ਰੈਂਡ ਨੇ, ਮੈਂ ਨਹੀਂ ਨੇੜੇ ਨਹੀਂ ਜਾਂਦਾ। ਮੈਂ ਕਿਹਾ ਸਵਾਲ ਪੈਦਾ ਕਿ ਮੈਂ ਨਾਂ ਨਹੀਂ ਲੈਣਾ, ਸਭ ਸਮਝਦੇ ਕਿਹਨੇ ਗ੍ਰਹਿਣ ਲਾਇਆ ਪੰਜਾਬ ਨੂੰ ਹਾਂਜੀ। ਮੈਂ ਨਹੀਂ ਜਾਂਦਾ ਜੀ, ਜ਼ੋਰ ਲਾ। ਮੈਂ ਰਾਜ ਸਭਾ ਤੁਹਾਨੂੰ ਦੇ ਦੇਣਾ। ਅੱਛਾ ਕੋਈ ਗੱਲ। ਮੈਂ ਕਿਹਾ ਦੇਖਿਆ ਇਹਦਾ ਕੀ ਪਤਾ ਲੱਗਦਾ ਕੀ ਕਰਦਾ। ਥੋੜੀ ਦੇਰ ਬਾਅਦ ਮਿਲਦਾ ਕੰਪੇਅਰ ਕਰੋ। ਮੈਂ ਕਹਿੰਦਾ ਫਿਰ ਪੰਜਾਬ ਤੋਂ ਦੂਰ ਹੁਣ ਤੁਸੀਂ ਇਹ ਕਹੋਗੇ ਵੀ ਸਿੱਧੂ ਦੀ ਬਣਦੀ ਨਹੀਂ। ਆਓ ਮੈਂ ਰਾਜ ਚੁੱਕ ਕੇ ਠਾਂ ਕਰਦਾ। ਮੈਨੂੰ ਪਤਾ ਸੀ ਜੇ ਮੈਂ ਜਾ ਕੇ ਕਹੂੰ ਵੀ ਜੀ ਮੈਂ ਇਹ ਮੇਰੇ ਲਈ ਠੀਕ ਨਹੀਂ ਹੈ, ਇਹਨਾਂ ਨੂੰ ਜਾਣੀ। ਉਹ ਗੁਜਰਾਤ 'ਚ ਨਾ ਦੁਕਾਨ ਚਲਾਉਂਦੇ ਨਾ ਜਦੋਂ ਬਾਪੂ ਬੈਠ ਕੇ, ਤੇ ਉਹ ਘਰੇ ਬਹਿ ਜਾਂਦਾ ਮੁੰਡਾ ਸਵੇਰੇ ਤੋਂ ਲੱਗਿਆ ਫੋੜ ਦੁਕਾਨ ਦੀ, ਉਹ ਸ਼ਟਰ ਬੰਦ ਕਰ ਫਲਾਣਾ। ਜਦੋਂ ਅੱਕਿਆ ਮੁੰਡਾ ਭੱਜ ਜਾਂਦਾ ਨਾ ਫਿਰ ਸਾਰੇ ਘਰ ਨੂੰ ਭੱਜ ਜਾਂਦਾ। ਜਦੋਂ ਭੱਜ ਗਿਆ ਹਾਂਜੀ ਤੇ ਫਿਰ ਸਾਰੇ ਸੁੱਤੇ ਉੱਠੇ ਜੀ ਐਸੇ ਕਰ ਦੋ ਐਸੇ ਕਰ ਦੋ। ਉਦੋਂ ਬਾਅਦ ਇੱਥੇ ਆ ਪਨਵਲੇ ਸੀ, ਅਸੀਂ ਕੋਈ ਕੰਪਰੋਮਾਈਜ਼ ਉੱਥੇ ਵੀ ਨਹੀਂ ਕੀਤਾ। ਲੇਕਿਨ ਜਿਹੜਾ ਹਾਈ ਕਮਾਂਡ ਨੇ ਜੋ ਕਿਹਾ ਉਹਦੀ ਇੱਜ਼ਤ ਕੀਤੀ, ਜਿਹਨੂੰ ਲੀਡਰ ਚੁਣਿਆ ਉਹਦੀ ਇੱਜ਼ਤ ਕੀਤੀ, ਉਹਨੂੰ ਕਿਹਾ ਠੀਕ ਹੈ ਕੋਈ ਰੌਲਾ ਨਹੀਂ। ਮੇਰੀ ਵਾਈਫ ਨੂੰ ਅੱਜ ਜਿਹੜੀ ਹੁਣ ਰਾਜਕੁਮਾਰ ਵੇਰਕਾ ਸਾਹਿਬ ਕੋਲ ਹੈ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇਤੀ। ਮੇਰੇ ਮੁੰਡੇ ਨੂੰ ਡਿਪਟੀ ਐਡਵੋਕੇਟ ਪਤਾ ਨਹੀਂ ਕੀ ਅਸਿਸਟੈਂਟ ਐਡਵੋਕੇਟ ਜਨਰਲ ਦੇਤਾ ਠੀਕ ਹੈ ਜੀ। ਮੈਂ 2 ਥਾਵਾਂ 'ਤੇ ਜਾਂਦਾ ਹੁੰਦਾ। ਇੱਕ ਉਹਨਾਂ ਜੀ ਕੋਈ ਰਜਿੰਦਰ ਸਿੰਘ ਹਮਦਰਦ ਸਾਹਿਬ ਬੜੀ ਉਹ ਜਦੋਂ ਮੇਰਾ ਔਖਾ ਟਾਈਮ ਸੀ ਉਹ ਖੜਿਆ, ਮੈਂ ਇਸੇ ਕਰਕੇ ਉਹਨੇ ਜੁੱਤੀ ਨੂੰ ਹੱਥ ਲਾਉਣਾ। ਕਦੇ ਦੇਖ ਲਓ ਮੈਂ ਉਹਨੂੰ ਜੁੱਤੀ ਨੂੰ ਹੱਥ ਲਾਉਣਾ। ਉਹਦੇ ਕਾਰਨ ਨੇ ਕਿਉਂਕਿ ਆਸਾਨ ਫਰਾਮੋਸ਼ ਬੰਦੇ ਦਾ ਬੋਝ ਟੁੱਟਦੀ। ਉਹ ਮੈਨੂੰ ਕਹਿੰਦਾ ਨਜੋਤ ਹੁਣ ਤੂੰ ਕਿਹੜੇ ਮੂੰਹ ਨਾਲ ਕਹੇਂਗਾ ਓਏ ਬਈ ਇਹ ਪਰਿਵਾਰਵਾਦ ਹੈ। ਮਨ 'ਚ ਆਇਆ ਜੀ ਪਰਿਵਾਰਵਾਦ ਬਾਕੀ ਗੱਲ ਸਹੀ ਹੈ ਯਾਰ, ਇਹਨਾਂ ਦੂਰ ਇਹ ਤਾਂ ਗੇਮ ਨਾ ਹੋਵੇ। ਮੈਂ ਵਾਪਸ ਗਿਆ ਤੇ ਮੇਰਾ ਮੁੰਡਾ ਬਾਹਰ ਖੜਾ ਮੈਨੂੰ ਕਹਿੰਦਾ ਪਾਪਾ ਦੇ ਆਰ ਅਕਿਊਜ਼ਿੰਗ ਯੂ ਆਫ ਨੈਪੋਟਿਜ਼ਮ। ਮੈਂ ਕਿਹਾ ਯਾਰ ਮੈਨੂੰ ਇਹਦਾ ਮਤਲਬ ਨਹੀਂ ਪਤਾ, ਸਮਝਾਤ ਸਹੀ ਕਰਾ। ਕਹਿੰਦਾ ਯੂ ਨੋ ਇਟ। ਮੈਂ ਮਜ਼ਾਕ ਕਰਨ ਦੀ ਕੋਸ਼ਿਸ਼। ਕਹਿੰਦਾ ਪਾਪਾ ਆਈ ਐਮ ਗੋਇੰਗ ਟੂ ਟੈਲ ਯੂ
ਆਈ ਐਮ ਨॉट ਸੇਇੰਗ ਮੈਂ ਤੇਰੀ ਮਾਂ ਕਹਿੰਦਾ ਮੈਂ ਆਪਣੀ ਮਾਂ ਨੂੰ ਕਹਤਾ ਵੀ ਮੇਰੇ ਮਰੇ ਦਾ ਮੂੰਹ ਦੇਖੇ ਜੇ ਤੂੰ ਇਹ ਕਾਰਪੋਰੇਸ਼ਨ ਜੁਆਇਨ ਲੈ ਅਸੀਂ ਲੋਕਾਂ ਦਾ ਵਿਸ਼ਵਾਸ ਨਹੀਂ ਤੋੜ ਸਕਦੇ ਮਹਾਰਾਜ। ਇਹ ਪਦ-ਪੁਦ ਕੀ ਨੇ, ਇਹ ਹੈ ਕੀ? ਤੁਹਾਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਦੀ ਪਛਾਣ ਇੱਕ ਮੰਤਰੀ ਹੈ 30 ਸਾਲ ਕਰੀਬ ਦੀ? ਉਹ ਤਪੱਸਿਆ, ਉਹ ਮੈਰਿਟ ਆਨਰ ਹੁੰਦੀ ਹੈ ਉੱਥੇ 137 ਕਰੋੜ, ਲੇਕਿਨ ਹਿੰਮਤ ਤਾਂ ਨਹੀਂ ਹਾਰੀ। ਬੜੇ ਵੱਡੇ ਪੋਲੀਟੀਸ਼ੀਅਨ ਆਏ ਫਿਲਮ ਵਰਲਡ ਚੋਂ, ਬਾਲੀਵੁੱਡ ਤੋਂ, ਸੈਲੀਬ੍ਰਿਟੀ, ਇੱਕ ਇਹਨਾਂ ਦੇ ਵੀ ਹੈਗੀ ਹੈ ਸੈਲੀਬ੍ਰਿਟੀ, 2 ਇਲੈਕਸ਼ਨ ਹਰੀ ਤਾਂ ਕਰਦੀ ਮੰਤਰੀ ਹੈ। ਪਹਿਲੀ ਵਾਰ ਸੈਲੀਬ੍ਰਿਟੀ ਜਿੱਤਦਾ ਭਾਜੀ, ਦੂਜੀ ਵਾਰ ਉਹਦਾ ਕੰਮ ਜਿੱਤਦਾ, ਤੀਜੀ ਵਾਰ ਉਹਦਾ ਆਚਰਣ ਵਿਵਹਾਰ ਜਿੱਤਦਾ, ਤੇ ਚੌਥੀ ਵਾਰ ਉਹਦਾ ਕਿਰਦਾਰ ਜਿੱਤਦਾ। ਔਰ ਜਿਹਦੇ ਪੱਲੇ ਕਿਰਦਾਰ ਹੈ ਜ਼ਿੰਦਗੀ 'ਚ ਕਦੇ ਹਾਰਦਾ ਨਹੀਂ, ਉਹਦੀ ਜਿੱਤ ਹੈ ਹਮੇਸ਼ਾ। ਫੱਟਬਾਮ ਰੋੜ ਲੈਂਦੇ, ਮੈਂ ਕਹਿੰਦਾ ਥੋੜਾ ਜਿਹਾ ਚੀਂ ਤਾਂ ਕਰੇ ਕੋਈ, ਫੱਟਬਾਮ ਰੋੜ ਦਿੰਦੇ ਆ, ਕਰੇ ਕੋਈ ਮੇਰੀ ਮਰੋੜ ਕੇ ਕੀ ਕਰ ਦੂ? Cowards die many times before their deaths. The valiant taste of death but once. ਬਹਾਦਰ ਜੀਵਨ 'ਚ ਇੱਕ ਵਾਰ, ਰੋਜ਼ ਮਰਨ ਨਾਲੋਂ ਤਾਂ ਬੰਦਾ ਇੱਕ ਵਾਰ ਮਰੇ ਨਾ। ਆ ਖੜੇ ਆ ਕਿਸਾਨ, ਵੱਟ ਕਰਦੇ। ਮੈਂ ਕਦੇ ਜ਼ਿੰਦਗੀ ਸੋਚ ਨਹੀਂ ਸਕਦਾ। ਸਾਡੀ ਕਨਸਟੀਟਿਊਸ਼ਨ ਯੂਨਿਟੀ ਇਨ ਡਾਇਵਰਸਿਟੀ ਕਹਿੰਦੀ ਹੈ, ਯੂਨਿਟੀ ਇਨ ਡਾਇਵਰਸਿਟੀ ਆ ਦਿਖਦੀ ਹੈ ਹੁਣ, ਜ਼ਾਤ ਪਾਤ ਤੋਂ ਉੱਤੇ ਹੈ, ਸਭ ਧਰਮ ਇੱਕ ਨੇ। ਵੇਖੋ ਤੁਸੀਂ ਕਿਵੇਂ ਖੜੇ ਆ ਲੋਕ, ਹਰਿਆਣਾ ਪੰਜਾਬ ਜੋੜਤਾ, ਇੱਕ ਬੰਦਾ ਜੋੜਤਾ। ਆਪਾਂ ਜਿਹੜਾ ਤੁਸੀਂ ਸਟਾਰਟ ਕੀਤਾ ਸੀ ਐਗਰੀਕਲਚਰ ਤੇ ਫੂਡ ਸਿਕਿਉਰਿਟੀ, ਮੈਨੂੰ ਲੱਗਦਾ ਹੈ ਕਿ ਤੁਸੀਂ ਬੜੀ ਇੰਟਰਸਟਿੰਗ ਗੱਲ ਬੋਲੀ ਸਟਾਰਟਿੰਗ ਵਿੱਚ ਕਿ ਜਿਹੜਾ ਨੇਸ਼ਨ ਹੈ ਇਹਦਾ ਸਕਸੈਸ ਗਰੰਟਡ ਨਹੀਂ ਹੈ। ਚੰਗੇ ਲੋਕ ਜੇ 24 ਘੰਟੇ ਕੰਮ ਨਹੀਂ ਕਰਨਗੇ ਤੇ ਇੱਕ ਕਦਮ ਅੱਗੇ ਸ਼ਾਇਦ ਨਾ ਚੱਲਿਆ ਜਾਏ, ਆਪਾਂ ਗਰੰਟਡ ਨਹੀਂ ਲੈ ਸਕਦੇ। ਤੇ ਮੈਨੂੰ ਲੱਗਦਾ ਆਪਾਂ ਉਹ ਚੰਗੇ ਲੋਕਾਂ 'ਚ ਬੈਠੇ ਹਾਂ, ਉਹਨਾਂ 'ਚ ਕਾਫੀ ਲੋਕ ਬੈਠੇ ਹਾਂ ਕਿ ਆਪਾਂ ਐਗਰੀਕਲਚਰ ਤੇ ਫੂਡ ਸਿਕਿਉਰਿਟੀ ਬਾਰੇ ਉਹਦੇ ਉੱਤੇ ਆਪਾਂ ਇਹ ਡਿਸਕਸ਼ਨ ਕਰੀਏ, ਇਨਪੁਟ ਲਈਏ। ਆਈ ਥਿੰਕ ਉਹਦੇ ਵਾਪਸ ਆਈ ਜਿਹੜਾ ਤੁਸੀਂ ਮਤਲਬ ਸਾਰੀ ਫੋਕਸ ਅਡਾਨੀ ਬਾਨੀ ਨੇ ਜੋ ਸਾਰਾ ਪੂਰਾ ਨੈਰੇਟਿਵ ਵੀ ਪੰਜਾਬ ਦਾ ਚਰਚਾ ਦੇ ਅੰਦਰ ਇੱਕ ਵਰਲਡ ਦੁਨੀਆ ਦੀ ਇਕਨੋਮਿਕਸ ਦੇ ਅੰਦਰ ਆਉਂਦਾ ਕ੍ਰੋਨੀ ਕੈਪੀਟਲਿਜ਼ਮ। ਉਹ ਕ੍ਰੋਨੀ ਕੈਪੀਟਲਿਜ਼ਮ ਜਦੋਂ ਕਾਂਗਰਸ ਦਾ ਰਾਜ ਸੀ ਉਦੋਂ ਵੀ ਉਹਦੀ ਚਰਚਾ ਹੁੰਦੀ ਰਹੀ ਕਿ ਕਿਵੇਂ ਆਪਦੇ ਜਿਹੜੇ ਖਾਸ ਲੋਕ ਨੇ ਉਹਨਾਂ ਨੂੰ ਉਭਾਰ ਦੇਣਾ। ਉਸੇ ਤਰ੍ਹਾਂ ਅਡਾਨੀ ਬਾਨੀ ਉੱਭਰੇ ਨੇ, ਆਪਾਂ ਨੂੰ ਸਭ ਨੂੰ ਪਤਾ ਹੈ। ਆਪਾਂ ਬਹੁਤ ਸਾਰੀ ਚਰਚਾ ਇਹ 'ਤੇ ਕੀਤੀ ਹੈਗੀ ਕਿ ਆਹ ਇੱਕ ਮਟੀਰੀਅਲ ਕੰਡੀਸ਼ਨ ਆ ਜਿਹੜੀ ਤੁਸੀਂ ਦੱਸਤੀ, ਅਡਾਨੀ ਬਾਨੀ ਨੇ ਪੂਰਾ ਦੇਸ਼ ਆਪਣੇ ਕਬਜ਼ੇ 'ਚ ਕਰ ਲਿਆ, ਜਾਂ 3 ਲੋਕਾਂ ਦੇ 4 ਲੋਕਾਂ ਦੇ ਇਹ ਸਾਰੀ ਗੇਮ ਹੱਥਾਂ 'ਚ ਘੁੰਮ ਗਈ ਸਾਰਾ ਉਹਨਾਂ ਨੂੰ। ਔਰ ਦੁਨੀਆ ਦੇ ਅੰਦਰ ਵੀ ਐਂ ਹੋਇਆ, ਬਹੁਤ ਸਾਰੇ ਮਤਲਬ ਦੁਨੀਆ ਦੇ ਹੋਰ ਹਿੱਸਿਆਂ ਦੇ ਅੰਦਰ ਵੀ ਇਹ ਮਾਡਲ ਆ ਜਿਹੜਾ ਐਗਰੀਕਲਚਰ ਦਾ। ਯੂਰਪ 'ਚ ਦੇਖ ਲਓ ਤੁਸੀਂ, ਪੱਛਮ 'ਚ ਦੇਖ ਲਓ, ਛੋਟਾ ਕਿਸਾਨ ਉਹਨਾਂ ਨੇ ਰਹਿਣ ਨਹੀਂ ਦਿੱਤਾ। ਵਰਲਡ ਬੈਂਕ ਇਹ ਕਹਿੰਦਾ ਗਾ, ਮਤਲਬ ਉਹਨਾਂ ਦੀਆਂ ਪਾਲਿਸੀਆਂ ਨੇ, WTO ਇਹ ਕਹਿੰਦੀ ਹੈਗੀ ਕਿ ਛੋਟੇ ਬੰਦੇ ਨੂੰ ਰਹਿਣ ਨਹੀਂ ਦੇਣਾ, ਵੱਡੇ ਬੰਦੇ ਡੀਲ ਕਰਨ ਵਾਲੇ ਸਾਡੇ ਨਾਲ ਆਉਣ। ਹੁਣ ਇਹਦਾ ਅਲਟਰਨੇਟਿਵ ਮੈਂ ਪੁੱਛ ਰਿਹਾ ਤੁਹਾਡੇ ਤੋਂ ਸਵਾਲ, ਗੇਮ ਤਾਂ ਤੁਸੀਂ ਸਾਰੀ ਦੱਸਤੀ ਜਾਂ ਗੇਮ ਆ, ਕਿ ਗੇਮ ਦਾ ਅਲਟਰਨੇਟਿਵ ਅੱਜ ਤੱਕ ਕਹਿ ਰਹੇ ਗੇਮ ਦੱਸੀ ਪਹਿਲਾਂ ਤਾਂ ਮੈਨੂੰ ਨਹੀਂ, ਤੁਸੀਂ ਬੜੀ ਵਧੀਆ ਢੰਗ ਨਾਲ ਮੈਂ ਕਹਿ ਰਿਹਾ ਕਿ ਇਹਦਾ ਅਲਟਰਨੇਟਿਵ ਕੀ ਹੈਗਾ। ਮੰਨ ਲਓ ਇਹ ਕਿਸਾਨ ਮੂਵਮੈਂਟ ਹੈ ਤਾਂ ਮੋਮੈਂਟਰੀ ਹੈ, ਇਹ ਤਾਂ ਇੱਕ ਟਾਈਮ ਦੀ ਹੋਊ, 2 ਮਹੀਨੇ ਹੋਊ, 4 ਮਹੀਨੇ ਹੋਊ, 6 ਮਹੀਨੇ ਹੋਊ, ਇਹਦੀਆਂ ਇੰਪਲੀਕੇਸ਼ਨਸ ਅੱਗੇ ਹੋ ਸਕਦੀਆਂ ਨੇ। ਮੈਂ ਤੇ ਪੰਜਾਬ ਇਹਦਾ ਅਲਟਰਨੇਟਿਵ ਕੀ ਹੈ? ਮੈਂ ਤੇ ਪੰਜਾਬ ਦੇ ਕਿਸਾਨ ਨੂੰ ਪਹਿਲਾਂ ਦਾ ਕਹਿੰਦਾ, ਅੱਜ ਦਾ ਨਹੀਂ ਕਹਿੰਦਾ। ਮੇਰੀਆਂ ਰეკਮੈਂਡੇਸ਼ਨਸ ਦੇਖ ਲਓ ਜਿਹੜੀ ਹੱਥ ਕਮੇਟੀ ਦੀ, ਮੈਂ ਤੇ ਉਦੋਂ ਦਾ ਕਹਿੰਦਾ ਕਿ ਭਾਈ ਜੋ ਅਸੀਂ ਖਾਂਦੇ ਆ ਉਗਾਉਂਦੇ ਆ, ਦੱਸ ਦਿਓ। ਮੈਂ ਤੇ ਪਹਿਲੇ ਦਿਨ ਦਾ ਕਹਿੰਦਾ ਕਿ ਭਾਈ ਹੁਣ ਅਮੂਲ ਹੈ, ਆ ਵੇਰਕਾ ਲੈ ਲਓ, ਅਮੂਲ ਕੋਈ ਨਹੀਂ, ਆਪਾਂ ਵੇਰਕਾ ਲੈ ਲਓ, ਉੱਥੇ ਦਾ 5 ਲੀਟਰ ਦੁੱਧ ਪਾਉਣ ਵਾਲਾ ਵੀ ਖੜਾ ਹੁੰਦਾ ਤੇ 500 ਲੀਟਰ ਪਾਉਣ ਵਾਲਾ ਵੀ ਖੜਾ ਹੁੰਦਾ, ਇੱਕ ਰੇਟ ਦੇ ਉੱਤੇ ਮਿਲਦਾ, ਚੁੱਕਦੇ ਟੱਕਦੇ ਨੇ, ਉਹ ਮਾਰਦੇ। ਇਹਨਾਂ ਦੀ ਕੀ ਮਜ਼ਾਕ ਹੈ ਪੈਰ ਧਰ ਦੇਣ? ਜੇ ਅਸੀਂ ਇਕੱਠੇ ਹੋ ਜਾਈਏ, ਜੇ ਸਰਕਾਰ ਟ੍ਰੇਡਿੰਗ ਦੇ ਵਿੱਚ ਮਦਦ ਕਰੇ, ਮਾਰਕੀਟਿੰਗ ਦੀ ਉਹ ਕਰੇ, ਜੇ ਸਟੋਰੇਜ ਦੇਵੇ, ਫਰਕ ਕੀ ਹੈ ਕਿਸਾਨ ਦਾ ਔਰ ਬਾਨੀ ਦਾ, ਅਡਾਨੀ ਦਾ ਕੀ ਫਰਕ ਹੈ ਮਿੱਤਰਾ? ਇੱਕ ਸਟੋਰੇਜ ਦਾ ਫਰਕ ਹੈ ਔਰ ਕੁਝ ਵੀ ਨਹੀਂ। ਇੱਕ ਸਟੋਰੇਜ ਦਾ ਫਰਕ ਹੈ, 3 ਰੁਪਏ ਨੂੰ ਟਮਾਟਰ ਸੀਜ਼ਨ 'ਚ ਲੈਂਦਾ, ਉਹ ਲਿਆ ਕੇ ਮੰਡੀ 'ਚ ਰੱਖਦਾ। ਮੈਂ ਮੰਡੀ 'ਚ ਜਾ ਕੇ ਬੋਲਿਆ, ਦੇਖ ਤੂੰ 20 ਲੱਖ ਚੱਲੀ ਪਈ ਅੱਜ ਵੀ, ਲੋਕ ਹੁਣ ਵੀ ਦੇਖਦੇ ਆ। 3 ਰੁਪਏ ਦਾ ਟਮਾਟਰ ਦਿੰਦਾ ਉਹ ਆ ਕੇ ਮੰਡੀ 'ਚ, ਕੋਈ ਕਹਿੰਦਾ 5 ਲੈ ਲੂੰ, ਕੋਈ ਕਹਿੰਦਾ 3 ਲੈ ਲੂੰ। ਜਦੋਂ 3 ਦਾ ਦਿੰਦਾ, ਉਹਨੂੰ ਨਾਲ ਦੀ ਨਾਲ ਇੱਕ ਸਟੋਰੇਜ 'ਚ ਪਾ ਕੇ ਉਸੇ ਦਿਨ ਮਾਰਕੀਟ ਦੇ ਵਿੱਚ 25 ਦਾ 30 ਦਾ ਵੇਚਦੇ ਆ, ਤੇ ਉਦੋਂ ਬਾਅਦ ਮਹੀਨੇ ਬਾਅਦ ਉਹ 60 ਦਾ ਵਿਕਦਾ, ਕਿਤੇ 70 ਦਾ ਵਿਕਦਾ। ਤੇ ਜੇ ਕਿਸਾਨ ਨੇ ਜਿਹਨੇ 3 ਰੁਪਏ ਦਾ ਦਿੱਤਾ, ਉਹਨੇ ਜਾ ਕੇ ਮਾਰਕੀਟ ਦੇ ਵਿੱਚ ਜਾ ਕੇ ਟਮਾਟਰ ਖਰੀਦਣਾ, ਉਹ ਵੀ 60 ਦਾ ਖਰੀਦਦਾ। ਲਾਣਾ ਇਹ ਤੁਸੀਂ ਗੇਮ ਸਮਝਾਈ ਤਾਂ ਇਹਨਾਂ ਨੇ ਨਹੀਂ ਹੋਣ ਦੇਣਾ। ਮੈਂ ਕਿਹਾ ਵੇਖੋ ਮੇਰੀ ਗੱਲ ਪੋਲੀਟੀਕਲ ਆ, ਮੈਂ ਲੱਗਦਾ ਕਿ ਅਸੀਂ ਗੁਰੂਆਂ ਨੂੰ ਮੰਨਦੇ ਹਾਂ ਛੋਟੇ ਭਾਈ, ਸਭ ਤੋਂ ਵੱਧ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਮ। ਗੁਰੂ ਸਾਹਿਬ ਦਾ ਕੀ ਸੰਦੇਸ਼?
ਆਪਣ ਹੱਥੀ ਆਪਣਾ ਆਪੇ ਹੀ ਕਾਜ ਸੰਵਾਰੀਏ। ਕਦ ਤੱਕ ਨਿਰਭਰ ਰਵਾਂਗੇ? ਪੰਜਾਬੀ ਮੰਗਦਾ ਕਿਤੇ? ਦੇਖਿਆ ਕਿਤੇ ਕਿਸੇ ਪੰਜਾਬੀ ਨੂੰ ਮੰਗਦੇ? ਹੱਥ ਐ ਰਿਹਾ ਪੰਜਾਬ, ਕਿਤੇ ਦੇਖ ਲੈ, ਫਰੰਟ ਤੇ ਦੇਖ ਲੈ, ਫੌਜ 'ਚ ਦੇਖ ਲੈ, ਕਿਤੇ ਦੇਖ ਲੈ, ਹੱਥ ਐ ਪੰਜਾਬੀ ਦਾ ਐ ਨਹੀਂ ਕੀਤਾ ਉਹਨੇ ਕਦੇ। ਤੇ ਜਿੱਥੇ ਅੜ ਗਿਆ ਫਿਰ ਸੂਰਮਾ, ਉੱਥੇ ਅੜ ਗਿਆ। ਸਿੱਧੂ ਸਾਹਿਬ, ਕਦੀ ਤੁਹਾਡੇ ਤੇ ਬਖਸ਼ਿਸ਼ ਕੀਤੀ, ਰੱਬ ਨੇ ਮਿਹਰ ਕੀਤੀ, ਤੁਸੀਂ ਕੰਟਰੋਲ ਕਰ ਸਕਦੇ ਹੋ ਪੰਜਾਬ ਨੂੰ, ਖੇਤੀਬਾੜੀ ਨੂੰ? ਮੇਰੀ ਗੱਲ ਨੂੰ ਸੁਣੋ ਭਾਜੀ, ਮੇਰੀ ਗੱਲ ਛੱਡੋ। ਸਟੇਟ ਕਰ ਸਕਦਾ? ਕੋਈ ਬੰਦਾ ਥੋੜੀ ਜਿਹੀ ਨੀਅਤ ਨਾਲ ਅੱਗੇ ਆਵੇ, ਥੋੜੀ ਜਿਹੀ ਨੀਅਤ ਨਾਲ ਅੱਗੇ 2-3 ਸਾਲਾਂ 'ਚ ਐ ਪੱਧਰ ਠੱਪ ਲੀਵਨ ਖੂ, ਕੀ ਨਾਂ ਸੀ ਉਹਦਾ ਯਾਰ, ਜਿਹੜਾ ਉੱਥੇ ਦਾ ਸਿੰਗਾਪੁਰ ਦਾ ਪ੍ਰਾਈਮ ਮਿਨਿਸਟਰ ਹੈ, ਮੈਂ ਜਿਹਦਾ ਨਾਮ ਘੱਟ ਸੁਣਾਉਂਦਾ, ਤੁਸੀਂ ਦੇਖ ਲਿਓ। ਮਹਾਰਾਜ ਮੱਛੀ ਮਾਰਕੀਟ ਸੀ, ਇੰਡੋਨੇਸ਼ੀਆ ਤੋਂ ਸਿੰਗਾਪੁਰ ਜਦੋਂ ਅੱਡ ਹੋਇਆ, ਇੱਕ ਮੱਛੀ ਮਾਰਕੀਟ ਸੀ ਥੋੜੀ ਜਿਹੀ, ਮੱਛੀਆਂ ਵੇਚਦੀਆਂ ਹੁੰਦੀਆਂ ਸੀ। ਉਹ ਆਇਆ ਪ੍ਰਾਈਮ ਮਿਨਿਸਟਰ ਬਣਿਆ, ਤੇ ਉਹਨੇ ਉਸ ਮੱਛੀ ਮਾਰਕੀਟ ਨੂੰ ਵਰਲਡ ਦੀ ਨੰਬਰ 2 ਇਕਨੋਮੀ ਟ੍ਰਾਂਸਫਰ ਕਰਤਾ। ਉਹਨੂੰ ਚੌਥੇ ਮਹੀਨੇ ਕਹਿੰਦੇ ਪੁੱਛਿਆ, ਉਹ ਕਹਿੰਦਾ ਕਰਪਸ਼ਨ ਕਿਵੇਂ ਦੂਰ ਕਰੇਗਾ? ਕਹਿੰਦਾ ਕਰਪਸ਼ਨ ਦੂਰ ਕਰਨੀ ਹੈ। ਕਹਿੰਦਾ ਕਰਪਸ਼ਨ ਦੂਰ ਤਾਂ ਹੋਣੀ ਹੈ ਜੇ ਉੱਤੇ ਬੰਦੇ ਬੈਠਣਗੇ, ਅਸੀਂ ਸਜ਼ਾ ਦੇਵਾਂਗੇ। ਕਰਪਸ਼ਨ ਕਹਿੰਦਾ ਥੱਲੋਂ ਕਦੇ ਨਹੀਂ ਆਉਂਦੀ। ਫਿਸ਼ ਸਟਾਰਟ ਟੂ ਸਟਿੰਕ ਐਟ ਦੀ ਹੈਡ, ਉੱਪਰਲਾ ਬੰਦਾ ਟੰਗ ਦਿਓ। ਉਹਨੇ ਕਿਹਾ ਨਹੀਂ। ਉਦੋਂ 1 ਮਹੀਨੇ ਬਾਅਦ ਉਹਦਾ ਇੱਕ ਮੰਤਰੀ ਕਿਸੇ ਇੰਡਸਟਰੀਅਲਿਸਟ ਨਾਲ 4 ਦਿਨ ਦੀ ਛੁੱਟੀ ਮਨਾਉਣ ਚਲਿਆ ਗਿਆ ਭਾਜੀ। ਕਿੱਥੇ ਛੁੱਟੀ ਮਨਾਉਣ ਗਿਆ? ਸਿੰਗਾਪੁਰ ਤੋਂ ਬਿਲਕੁਲ ਲਾਗੇ ਹੀ ਮਲੇਸ਼ੀਆ ਦੇ ਵਿੱਚ ਕਿਤੇ ਛੁੱਟੀ ਛਾਟੀ ਮਨਾ ਕੇ ਆਇਆ। ਏਅਰਪੋਰਟ ਦੇ ਉੱਤੇ ਹੀ ਵਾਜ਼ ਅਰੈਸਟਡ, ਹੀ ਵਾਜ਼ ਰਿਮੂਵਡ ਫਰਮ ਆਫਿਸ, ਨੋਬਡੀ ਡੈਡ ਆਫਟਰ ਦੈਟ। ਤਾਂ ਤੇ ਟੰਗੋ, ਕੋਈ ਉਦਾਹਰਨ ਤੇ ਦਿਓ, ਕੋਈ ਪਾਲਿਸੀ ਤੇ ਦਿਓ। ਬਗੈਰ ਪਾਲਿਸੀ ਬਣ ਜੂ। ਮੈਂ ਦੇਖਦਾ ਇੱਥੇ 500 ਵਾਇਦਾ, 800 ਵਾਇਦਾ, ਲੱਭਦਾ ਹੀ ਨਹੀਂ ਕੋਈ। ਨੂੰ ਅਗਲਾ ਪੜ੍ਹਦਾ ਰਵੇ ਨਾ, ਤਾਂ ਉਹ ਪੜ੍ਹਦਾ ਹੀ ਪੜ੍ਹਦਾ ਬੌਂਦਲ ਜੇ, ਠੀਕ ਹੈ ਕਿ ਨਹੀਂ? ਤੁਸੀਂ 5-7 ਚੀਜ਼ਾਂ ਦੱਸੋ। ਕੱਲਾ ਅਗਰ ਪੰਜਾਬ ਨੇ ਕੰਟਰੋਲ ਕਰਨੀ ਹੋਵੇ ਪੰਜਾਬ ਦੀ ਐਗਰੀਕਲਚਰ ਕੋਆਪਰੇਟਿਵ ਦਾ, ਇਹ ਪੰਜਾਬ ਕੱਲਾ ਕੈਪੇਬਲ ਹੈ ਕਿ ਕਰ ਲੂ? ਵਾਹ, 200% ਪੰਜਾਬ ਕੈਪੇਬਲ ਹੈ। ਅਮਰੀਕਾ ਖੜਾ ਕਰਤਾ, ਕੈਨੇਡਾ। ਤੂੰ ਜਾ ਗਿਆ ਨਾ ਮਿੱਤਰਾ, ਬਾਹਰ ਮੈਂ ਦੇਖਦਾ ਉਹਨਾਂ ਤੇਰੀਆਂ ਉਹ ਵੀਡੀਓ, ਖੜੇ ਕਰਤੇ ਕਿ ਨਹੀਂ ਕਰਤੇ? ਦੂਜੇ ਮੁਲਕਾਂ ਨੂੰ ਸੇਧ ਪੰਜਾਬ ਨੇ ਦਿੱਤੀ। ਮਹਾਰਾਜ ਢਾਲ ਬਣਿਆ। 2% ਲੋਕਾਂ ਨੇ 70% ਲੋਕਾਂ ਦਾ ਢਿੱਡ ਭਰਿਆ। ਪੰਜਾਬ ਕਰ ਸਕਦਾ? ਪੰਜਾਬ ਤੇ ਅੱਜ ਵੀ ਟਾਰਚ ਬੇਅਰਰ ਹੈ ਸਰ। ਇਹ ਜਿਹੜਾ ਗੁੜ ਥੁੱਕਿਆ ਨਾ, ਗੁੜ ਦੇ ਕੇ ਜਦੋਂ ਮਾਰਦੇ, ਪੰਜਾਬ ਨਹੀਂ ਥੁੱਕਿਆ। ਔਰ ਪੰਜਾਬ ਦੇ ਹੀ ਆਲੇ ਦੁਆਲੇ ਰੈਲੀ ਕਰ ਰਹੇ ਆ। ਇਹ ਕੋਈ ਛੋਟੀ ਮੋਟੀ ਕੌਮ ਹੈ ਸਰ? ਦੇਖੋ ਤਾਂ ਸਹੀ ਇਤਿਹਾਸ ਸਾਡਾ। ਇਹ ਗਵਰਨਮੈਂਟ ਚ ਐਡੀ ਵਿਲ ਪੰਜਾਬ ਦੀ ਕਦੀ ਹੋਈ? ਦੇਖੋ, ਇਹ ਚੀਫ ਮਿਨਿਸਟਰ ਸਾਹਿਬ ਜਵਾਬ ਸਾਡੇ ਸਰਕਾਰਯੋਗ ਐਲਡਰ ਨੇ ਜਵਾਬ ਦੇ ਦਿੱਤੇ। ਤੁਹਾਡਾ ਮੈਂ ਕਹਿੰਦਾ, ਜੇ ਮੇਰੇ 'ਚ ਬਿਲੀਵ ਨਹੀਂ, ਉਹ ਮੈਂ ਰਾਜਨੀਤੀ ਛੱਡ ਕੇ ਹੋ ਜਾਊਂ, ਮੈਨੂੰ ਕੀ ਲੋੜ ਪਿਆ? ਮਤਲਬ ਮਹਾਰਾਜ ਇਹ ਸਾਰਾ ਕੁਝ ਛੱਡਣ ਵਾਲਾ। ਹੁਣ ਇਹਨਾਂ ਨੇ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਕਿੱਦਾਂ ਯਾਰ ਥੋੜ੍ਹਾ ਜਿਹਾ ਇਹਨੂੰ ਟਾਈਟ ਕਰੀਏ। ਇੱਕ ਆਫਰ ਭੇਜੀ ਸਿੱਧੀ ਪਹਿਲਾਂ ਵੀ IPL ਕਰੋ ਜੀ। ਜਦੋਂ ਇਹ ਕਿਸਾਨ ਮੂਵਮੈਂਟ ਸ਼ੁਰੂ ਹੋਈ ਆ, ਉਦੋਂ 2 ਦਿਨ ਪਹਿਲਾਂ ਕਿ ਤੁਸੀਂ ਕੰਟਰੈਕਟ ਸਾਈਨ ਕਰੋ ਵੀ ਦੁਬਈ ਤੋਂ ਵਾਪਸ ਨਹੀਂ ਆਉਂਗੇ ਸਵਾ ਮਹੀਨਾ, ਠੀਕ ਹੈ? ਮੈਂ ਉਦੋਂ ਸਮਝਿਆ ਅੱਛਾ ਵਾ। ਮੈਂ ਕਿਹਾ ਜਿਨ੍ਹਾਂ ਨੇ ਰੁਪਈਆ 100 ਕਰੋੜ ਲਾ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇੱਕ ਕੰਪੇਨ ਚਲਾ ਕੇ, ਸੋਨੀ ਵਾਲਿਆਂ ਨੇ ਮੈਨੂੰ ਆ ਕੇ ਕਿਹਾ, ਕਹਿੰਦੇ ਸਰ ਇੰਨਾ ਪੈਸਾ ਕਦੇ ਇੱਕ ਦਿਨ ਦੇ ਵਿੱਚ ਨਹੀਂ ਲੱਗਿਆ। ਉੱਥੋਂ ਹੀ ਪਤਾ ਲੱਗਿਆ ਮੈਨੂੰ ਬਹੁਤ। ਮੈਂ ਦੇਖਿਆ ਯਾਰ, ਜਿਹੜਾ ਇਹ ਗੱਲ ਕਰਦਾ, ਇਹ ਕਿੰਨੇ ਕੁ ਬੰਦੇ ਨੇ ਇਹਦੇ ਪਕੜ? ਕੋਈ ਪਤਾ ਨਹੀਂ। ਇੱਕ ਬੰਦਾ ਬੈਠਾ ਟਿਕ 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 ਟਿਕ। ਉਹਨਾਂ ਨੇ ਜਿਨ੍ਹਾਂ ਨੇ ਕੱਢਿਆ ਉਹੀ ਮੈਨੂੰ ਕਹਿ ਰਹੇ ਆ ਵੀ ਸਰ 15 ਕਰੋੜ ਲੈ ਲੈ, ਦੁਬਈ ਚ ਲੈ ਜਾ। ਵਾਹ ਸ਼ਾਬਾਸ਼। ਮੈਂ ਕਿਹਾ ਗੇਮ ਤਕੜੀ ਹੈ ਬਈ, ਇਹ ਵੀ ਗੁੱਝੀ ਗੇਮ। ਕੋਈ ਨਹੀਂ, ਮੈਂ ਵਿਚਾਰ ਕਰਾਂ। ਨਾਲ ਹੀ ਹੁਣ ਮੇਰਾ ਛੋਟਾ ਬੱਚਾ ਹੀ ਹੈ, ਮੈਂ ਤਾਂ ਹੱਥਾਂ 'ਚ ਖਿਡਾਉਣ ਵਾਲੀ ਗੱਲ ਹੀ ਹੈ। ਕਪਿਲ ਭਾਜੀ ਤੁਸੀਂ ਚੱਲੋ। ਮੈਂ ਵੇਖ ਮਿੱਤਰਾ, ਇੰਚ ਨਹੀਂ ਪਿੱਛੇ। ਮੈਨੂੰ ਕੁਝ ਮਿਲਦਾ ਨਹੀਂ ਮਿਲਦਾ, ਮੈਂ ਰਹਿਣਾ ਨਹੀਂ ਰਹਿੰਦਾ, ਪਰ ਇਹ ਸੂਬੇ ਦਾ ਲੜ ਨਹੀਂ ਛੱਡੂਗਾ। ਐਂਡ ਤੱਕ ਖੜਾ ਰਹੂੰਗਾ, ਆਖਿਰ ਤੱਕ ਖੜਾ ਰਹੂੰਗਾ, ਜਦ ਤੱਕ ਮੇਰੇ ਅੰਦਰ ਸਵਾਸ ਹੈ। ਮੇਰੀ ਕੋਈ ਤਮੰਨਾ ਹੀ ਨਹੀਂ, ਮੇਰੀ ਕੋਈ ਤਮੰਨਾ ਨਹੀਂ। ਇੱਕ ਰਹਿ ਗਈ, ਤੇ ਜੇ ਉਹ ਨਾ ਪੂਰੀ ਹੋਈ ਦੁਬਾਰੇ ਆऊं। ਲਿਖ ਲਓ ਮੇਰੀ ਗੱਲ ਅੱਜ ਇਹ ਤੁਹਾਨੂੰ ਮੈਂ ਲਿਖ ਕੇ ਦੇਣਾ। ਇਹ ਮਿੱਟੀ ਨੂੰ ਕੌਣ, ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਮਿੱਟੀ ਨੂੰ ਕੌਣ ਖਰਾਬ ਕਰ ਸਕਦਾ ਭਾਜੀ? ਇਹ ਵਿਸ਼ਵਾਸ ਅਲੱਗ ਜਾਗਣੀ ਹੈ। ਇਹ ਜਾਗੀ ਹੁਣ ਦੇਖੀ ਨਹੀਂ ਜਗੀ, ਇਸ ਤੋਂ ਵੱਧ ਕਿਹਦੀ ਜਗੀ ਹੈ ਹਿੰਦੁਸਤਾਨ 'ਚ? ਕਿਸੇ ਦੀ ਜਾਗੀ? ਸਿੱਧੂ ਸਾਹਿਬ, ਇਸੇ ਅਲਖ ਨਾਲ ਸੰਬੰਧਿਤ ਸਵਾਲ ਹੈ ਵੀ ਲੋਕਾਂ ਦੀ ਅਲਖ ਜਾਗੀ ਹੈ, ਕੋਈ ਸ਼ੱਕ ਨਹੀਂ ਹੈ, ਬਹੁਤ ਵੱਡੀ ਮੂਵਮੈਂਟ ਬਣੀ ਹੈ, ਪਰ ਇਸ ਦੌਰ ਦੇ ਅੰਦਰ ਲੀਡਰ ਬਹੁਤ ਬੁਰੀ ਤਰ੍ਹਾਂ ਡਿਸਕ੍ਰੈਡਿਟ ਹੋਇਆ। ਜਿਵੇਂ ਆਪਾਂ ਠੇਠ ਪੰਜਾਬੀ 'ਚ ਕਹੀਏ ਕਿ ਲੀਡਰਾਂ ਦੀ ਹਾਲਤ ਪਾਣੀ ਨੂੰ ਪਤਲੀ ਹੋ ਗਈ ਹੈ, ਮਤਲਬ ਬਾਹਰ ਨਿਕਲਣ ਜੋਗੀ ਨਹੀਂ ਰਹਿ ਗਈ।
ਹੁਣ ਲੱਗਦਾ ਹੈ ਕਿ ਪੰਜਾਬ ਦਾ ਪੋਲੀਟੀਸ਼ੀਅਨ ਨੂੰ ਰਿਵਾਈਵ ਕਰ ਪਾਊਗਾ, ਜਾਂ ਇਹ ਜਿਹੜੇ ਲੋਕ ਐਡੀ ਵੱਡੀ ਮੂਵਮੈਂਟ ਦਾ ਹਿੱਸਾ ਹੈ ਇਹ ਇਤਬਾਰ ਕਰਨਗੇ ਪੰਜਾਬ ਦੀ ਜਿਹੜੀ ਐਗਜ਼ਿਸਟਿੰਗ ਲੀਡਰਸ਼ਿਪ ਹੈਗੀ ਹੈ? ਛੋਟੇ ਵੀਰ ਤੂੰ ਬੜਾ ਵਧੀਆ ਸਵਾਲ। ਮੈਨ ਇਜ਼ ਅ ਮੇਕਰ ਆਫ ਹਿਜ਼ ਓਨ ਡੈਸਟੀਨੀ। ਬੰਦਾ ਆਪਦਾ ਮੁਕੱਦਰ ਆਪ ਬਣਾਉਂਦਾ, ਬਾਅਦ ਚ ਉਹਨੂੰ ਹੋਣੀ ਦਾ ਨਾਮ ਦੇ ਦਿੰਦਾ। ਤੂੰ ਕਿਹਾ ਜੀ ਨਿਕਲ ਨਹੀਂ ਦਿੰਦੇ, ਮੈਂ ਤਾਂ ਸੱਤਾਂ 'ਚ ਫਿਰਦਾ, ਮੈਂ ਤਾਂ ਚਾਹ ਦੀਆਂ ਦੁਕਾਨਾਂ 'ਤੇ ਫਿਰਦਾ, ਮੈਂ ਤਾਂ ਜਿੱਥੇ ਜਾਣਾ ਲੋਕ ਗੱਲ ਨੂੰ ਲੱਗਦੇ ਆ, ਇੰਨਾ ਪਿਆਰ ਦਿੰਦੇ ਆ, ਇਹੀ ਮੇਰੀ ਪੂੰਜੀ। ਤੇ ਬੱਸ 'ਚ ਚੜ੍ਹਨਾ ਉਹਦੇ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਮਿੱਤਰਾ ਅਸੀਂ ਆਪਦੇ ਆਪ ਨੂੰ ਜ਼ਿੰਮੇਵਾਰ ਸਮਝ ਕੇ ਅਸੀਂ ਆਪਣੇ ਉੱਤੇ ਛਿੱਟਾ ਨਹੀਂ ਪੈਣ ਦਿੱਤਾ, ਤੇ ਦੂਸਰੇ ਦੀ ਜ਼ਿੰਮੇਵਾਰੀ ਮੈਂ ਕਿੱਦਾਂ ਲੈ ਸਕਦਾ? ਦੇਖੋ ਸਵਾਲ ਤੇ ਇਹ ਹੈ ਕਿ ਤੁਸੀਂ ਪਾਪੀ ਮਾਰਨਾ ਕਿ ਉਹਦਾ ਪਾਪ ਮਾਰਨਾ। ਪਰ ਤੁਸੀਂ ਮੰਨਦੇ ਹੋ ਨਾ ਸਾਰਿਆਂ ਦੇ ਹਾਲਾਤ ਤੁਹਾਡੇ ਮੈਂ ਨਹੀਂ ਮੰਨਦਾ। ਇਹ ਕੱਲ ਨੂੰ ਮੇਰੀ ਗੱਲ ਨੂੰ ਢੀਂਗ ਜੇ ਕਰਦੇ ਹੋਗੇ। ਮੈਂ ਤਾਂ ਬਹੁਤ ਸਿਆਣਾ ਬੰਦਾ ਇਹਨਾਂ ਮਾਮਲਿਆਂ 'ਚ। ਮੈਂ ਤਾਂ ਉਹ ਕਿਸੇ ਦੀ ਫੜਾਈ 'ਚ ਹੀ ਨਹੀਂ ਆਇਆ, ਤੇ ਤੂੰ ਤਾਂ ਛੋਟਾ ਬਹੁਤ ਆ, ਮੇਰਾ ਛੋਟਾ ਭਾਈ ਆ। ਇਹ ਤੇ ਉਹ ਜਾਣੇ, ਉਹਨਾਂ ਦਾ ਕੰਮ ਜਾਣੇ। ਮੇਰੇ ਤੇ ਦੱਸ, ਆ ਤੇਰੇ ਸਾਹਮਣੇ ਖੜਾ, ਤੇਰੇ ਸਾਹਮਣੇ ਬੈਠਾ, ਕਰੇ ਕੁਝ। ਪੋਲੀਟੀਸ਼ੀਅਨਸ ਦਾ ਫਿਊਚਰ ਕੀ ਹੈ ਸਿੱਧੂ ਸਾਹਿਬ? ਪੋਲਿਟਿਕਸ ਦਾ ਮੈਂ ਕਹਿੰਦਾ ਮੈਂ ਆਪਣਾ ਫਿਊਚਰ ਬੜਾ ਬ੍ਰਾਈਟ ਦੇਖਦਾ, ਕਿਉਂਕਿ ਮੈਨੂੰ ਇਹ ਪਤਾ ਹੈ ਕਿ ਮੈਂ ਜ਼ਿੰਦਗੀ 'ਚ ਆਪਦੇ ਪਿਓ ਦੀ ਪੱਗ ਨੂੰ ਦਾਗ ਨਹੀਂ ਲਾ ਸਕਦਾ। ਮੇਰੇ ਫਾਦਰ ਨੇ, ਛੋਟੀ ਭੈਣ, ਮੈਂ ਤੈਨੂੰ ਇਹ ਅੱਜ ਅੰਦਰਲੀਆਂ ਗੱਲਾਂ ਕਰ ਰਿਹਾ, ਜਦੋਂ ਮੇਰਾ ਫਾਦਰ ਔਰ ਕੀ ਸੁਤੰਤਰਤਾ ਸੈਨਾਨੀ ਸੀ, ਦੇਸ਼ ਦੀ ਆਜ਼ਾਦੀ 'ਚ ਆਪਦਾ ਘਰ ਛੱਡ ਕੇ ਚਲੇ ਗਿਆ, ਆਪਦੇ ਫਾਦਰ ਨਾਲ ਲੜ ਪਿਆ, ਘਰ ਛੱਡ ਕੇ ਚਲੇ ਗਿਆ। ਉਹ ਜਦੋਂ ਮਤਲਬ ਉਹਨੂੰ ਪਤਾ ਸੀ, ਕਹਿੰਦੇ ਜਦੋਂ ਬੰਦਾ ਜਾਣ ਲੱਗਦਾ ਨਾ ਉਹਨੂੰ ਪਤਾ ਹੁੰਦਾ ਵੀ ਯਾਰ ਮੇਰੇ ਵਾਸ ਘੱਟ ਨੇ। ਮੈਨੂੰ ਕਹਿੰਦਾ ਪੁੱਤਰ, ਮੈਂ ਉਹਦੇ ਨਾਲ ਹੀ ਵੱਡਾ ਹੋਇਆ, ਮੈਨੂੰ ਕਹਿੰਦਾ ਮੈਨੂੰ ਗੁਰੂ ਦਕਸ਼ਨਾ ਦੇਂਗਾ, ਮੈਂ ਹੁਣ ਤੇਰਾ ਗੁਰੂ ਵੀ ਹਾਂ, ਮੈਂਟਰ ਵੀ ਹਾਂ, ਸਭ ਕੁਝ ਹਾਂ। ਮੈਂ ਭਾਈ ਮੈਨੂੰ ਤੁਸੀਂ ਦੱਸੋ, ਮੇਰਾ ਹੈ ਹੀ, ਮੇਰਾ ਅਸਤਿਤਵ ਵੀ ਤੁਹਾਡੇ ਕਰਕੇ ਹੈ। ਮੈਂ ਕਿਹਾ ਮੈਂ ਕ੍ਰਿਕਟ ਖੇਡੀ, ਬੋਝ ਸੀ ਮੇਰੇ ਲਈ ਕ੍ਰਿਕਟ, ਪਰ ਮੈਂ ਤੁਹਾਡੇ ਖਾਤਰ ਮੈਂ 500 ਮੈਚ ਖੇਡਦਾ ਹਿੰਦੁਸਤਾਨ ਲਈ। ਵੀ ਮੇਰਾ ਪਿਓ ਇੱਕ ਦਿਨ ਅੱਖਾਂ 'ਚ ਅੱਥਰੂ ਭਰਦਾ ਸੀਗਾ ਵੀ ਮੇਰਾ ਪੁੱਤ ਕ੍ਰਿਕਟਰ ਨਹੀਂ ਬਣਿਆ। ਮੈਂ ਦੱਸੋ ਤੁਸੀਂ ਚਾਹੁੰਦੇ ਕਿਉਂ, ਕੀ ਚਾਹੁੰਦੇ ਹੋ ਮੈਨੂੰ ਦੱਸੋ। ਮੈਂ ਜੇ ਮਾਨ ਤੋਂ ਤਾਰੇ ਵੀ ਤੋੜਨੇ ਮੇਰੇ ਵਾਸਤੇ ਮੈਂ ਦੇ ਦੂੰ। ਕਹਿੰਦਾ ਫਿਰ ਇੱਕ ਗੱਲ ਦਾ ਵਚਨ ਦੇ ਮੈਨੂੰ। ਮੈਂ ਦੱਸੋ, ਕਹਿੰਦਾ ਵਚਨ ਇਹ ਹੈ ਵੀ ਜੇ ਮੇਰਾ ਦੋਸਤ ਕੋਈ ਤੁਰਦਾ ਫਿਰਦਾ ਜਾਂਦਾ ਹੋਵੇ, ਤੂੰ ਆਪਦੇ ਆਪ ਨੂੰ ਇਸ ਤਰ੍ਹਾਂ ਕੰਡਕਟ ਕਰੇਗਾ ਕਿ ਤੈਨੂੰ ਦੇਖੇ ਉਹ ਭਗਵੰਤ ਸਿੰਘ ਦਾ ਮੁੰਡਾ ਹੈ, ਮੁੰਡਾ ਇਮਾਨਦਾਰ, ਤੇ ਸਮਝ ਨਹੀਂ ਤੇਰੇ ਪੂਰਵਜਾਂ ਦਾ ਆਸ਼ੀਰਵਾਦ ਤੇਰੇ ਸਿਰ ਤੇ ਹਮੇਸ਼ਾ ਰਹੂ, ਤੇਰੀ ਹਾਰ ਨਹੀਂ ਹੋਣੀ। ਮੈਂ ਵੇਖਿਆ ਕਿ ਜਦੋਂ ਕਿੱਡੀ ਵੀ ਮੁਸੀਬਤ ਆਉਂਦੀ ਐ ਚੁੱਕ ਕੇ ਵਾਹਿਗੁਰੂ ਐਂ ਖੜਾ ਕਰਦਾ, ਐ ਮਾਰ। ਆ ਕਰਤਾਰਪੁਰ ਵਾਲਾ ਮਾਮਲਾ ਹਿੱਲਿਆ ਮੈਂ ਇੰਚ ਨਹੀਂ। ਮੈਨੂੰ ਪਤਾ ਸੀ ਕਿ ਜਦੋਂ ਤੁਸੀਂ ਕਰੋੜਾਂ ਦੇ ਭਲੇ ਦੇ ਲਈ ਲੜ ਰਹੇ ਹੋ, ਵਾਹਿਗੁਰੂ ਤੁਹਾਡੇ ਨਾਲ ਅੰਗ ਸੰਗ ਸਹਾਈ ਹੋ ਕੇ ਖੜਦਾ ਹੈ। ਜ਼ੋਰ ਲਾ ਲਿਆ ਇਹਨਾਂ ਨੇ, ਉਹਨੂੰ ਪਤਾ ਕਿਹਨਾਂ ਨੇ ਜ਼ੋਰ ਲਾ ਲਿਆ ਵੀ ਸਿੱਧੂ ਹਰਾ ਕਿੱਥੇ ਨੇ, ਕਿੱਥੇ ਨੇ, ਲੱਭਦੇ ਆ। ਕੀ ਇੱਜ਼ਤ ਇਹਨਾਂ ਦੀ ਸਿਆਸਤ? A good name is worth all the riches in life. ਚੰਗਾ ਨਾਮ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸੰਪਦਾ ਹੈ। ਮੈਂ ਕਹਿੰਦਾ ਕਿਸੇ ਸਿਆਸਤਦਾਨ ਦੇ ਕੋਲ ਕੁਛ ਨਾ ਹੋਵੇ। ਗਾਂਧੀ ਜੀ ਕੋਲ ਕੀ ਸੀ ਭਾਈ? ਭਗਤ ਸਿੰਘ ਕੋਲ ਕੀ ਸੀ? ਉਹ ਮਕਾਨ ਜਾਣਾ, ਮੈਂ ਮੱਥਾ ਟੇਕਦਾ ਉੱਥੇ, ਉਹ ਮਿੱਟੀ ਨੂੰ ਚੁੰਮਦਾ। ਉਹ ਭਾਈ ਕੀ ਉਸ ਮਕਾਨ 'ਚ ਛੋਟਾ ਜਿਹਾ ਮਕਾਨ ਹੈ ਜੀ। ਬੈਰਿਸਟਰ ਗਾਂਧੀ, ਮੈਂ ਕਹਿੰਦਾ ਧੋਤੀ ਜੀ 'ਚ ਆ ਕੇ ਦੇਖੋ ਤੁਸੀਂ, ਸੇਂਟ ਪੀਟਰਸਬਰਗ ਦੇ ਵਿੱਚ ਉਹ ਲੱਗੇ ਹੋਏ ਨੇ। ਸ਼ਹੀਦ ਊਧਮ ਸਿੰਘ ਕੀ ਸੀ? ਕਰਮ ਛੱਡ ਗਏ। ਸੋ ਇਹ ਜਿਹੜੀਆਂ ਤੁਹਾਡੀਆਂ ਗੱਲਾਂ ਨੇ, ਹਰ ਲੀਡਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸ਼ਾਸਕ ਭਾਵ ਛੱਡੇ। ਮੈਂ ਇਹ ਲਾਸਟ ਟਾਈਮ ਬੋਲਣਾ, ਫਿਰ ਆਪਾਂ ਬਹੁਤ ਲੰਮਾ ਹੋ ਜਾਈਦਾ ਵੀ ਸ਼ਾਸਕ ਭਾਵ ਛੱਡੇ। ਸ਼ਾਸਕ ਭਾਵ ਛੱਡ ਕੇ ਉਹ ਪਰਿਵਾਰ ਦਾ ਭਾਵ ਜਗਾਵੇ। ਕੋਈ ਜਦੋਂ ਆਪਦੇ ਮੁੰਡੇ ਨੂੰ ਸਕੂਲੇ ਪਾਉਂਦਾ, ਕਿਸੇ ਨੂੰ ਪੁੱਛਦਾ ਕਿੱਥੇ ਪਾਉਣਾ, ਤੇ ਫਿਰ ਜਦੋਂ ਪੰਜਾਬ ਦੀ ਪੜ੍ਹਾਈ ਦੀ ਗੱਲ ਆਉਂਦੀ ਹੈ ਇਹ ਕਿਉਂ ਪੁੱਛਿਆ ਜਾਂਦਾ ਵੀ ਕਿਹੜੀ ਪਾਲਿਸੀ ਬਣਾਈਏ, ਕੀ ਕਰੀਏ ਜੀ, ਕੀ। ਭੈਣ ਦਾ ਭਾਵ ਜਗਾਵੇ, ਭਾਈ ਦਾ ਭਾਵ ਜਗਾਵੇ, ਕਿਰਦਾਰ ਤਗੜਾ ਰੱਖੇ। ਮਜਾਲ ਕੀ ਹੈ, ਕੋਈ ਝਾਕ ਜਵੇ। ਬਾਕੀ ਇੱਕਾ ਦੁੱਕਾ ਤੇ ਹੁੰਦੀ ਹੀ ਹੈ। ਦੁਨੀਆ में सबसे बड़ा रोग मेरे बारे में क्या कहेंगे लोग, पर असली प्रमाण मिलता है जो लोग वोटाਂ ਤੇ ਜਿਹੜਾ ਉੱਥੇ ਹਜੂਮ ਦੇਖਦੇ ਆ ਉਹਦੇ ਵਿੱਚ ਉਹ ਪੰਜਾਬ ਇੱਥੇ ਆਏ ਖਾਸੇ ਦੇ ਨੌਜਵਾਨ। ਮੈਂ ਕਹਿੰਦਾ ਇਹ ਸਭ ਤੋਂ ਵੱਡੀ ਰਿਡੈਂਪਸ਼ਨ ਹੈ। ਇਹ ਪੰਜਾਬ ਦੇ ਲਈ ਕਿੰਨੀ ਵੱਡੀ ਪ੍ਰਾਈਡ ਹੈ ਕਿ ਪੰਜਾਬ ਫੇਰ ਟਾਰਚ ਵੇਅਰਰ ਹੈ। ਮੈਂ ਕਿਹਾ ਪੰਜਾਬ ਪਿੱਛੇ ਕਿੱਥੇ ਸੀ ਦੱਸੋ ਮੈਨੂੰ, ਨੰਬਰ 2 ਕਿੱਥੇ ਸੀ? ਇਹ ਹਮੇਸ਼ਾ ਹੀ ਇੱਦਾਂ ਸੀ। ਔਰ ਇਹ ਜਿਹੜੀ ਮੂਵਮੈਂਟ ਹੈ, ਦੇਖੋ ਜੀ, ਇਹ ਮੂਵਮੈਂਟ ਨੇ ਪੰਜਾਬ ਦੀ ਸਪਿਰਿਟ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਪਨ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮੈਨੂੰ ਦਿੱਲੀੋਂ ਇੱਕ ਫੋਨ ਆਇਆ, ਮੈਂ ਤੁਹਾਨੂੰ ਜਵਾਬ ਦੇ ਦਿੰਦਾ। ਮੈਨੂੰ ਦਿੱਲੀੋਂ ਇੱਕ ਫੋਨ ਆਇਆ ਕਿਉਂਕਿ ਮੈਂ ਗਰਾਊਂਡ ਤੇ ਗੱਲਾਂ ਕਰਦਾ, ਮੇਰਾ ਫੋਨ ਟੈਪ ਟੂਪ ਕਰਦੇ ਆ,
ਮੈਂ ਫੋਨ ਤੇ ਦੂਜੇ ਰੱਖਦਾ, ਜਿਹੜੇ ਦੂਜੇ ਹੁੰਦੇ ਨੇ 7-8 ਫੋਨ ਨੇ ਮੇਰੇ ਕੋਲ, ਮੈਂ ਖੋਲਾ ਜਾ ਉਧਰੋਂ ਮਾਰਦਾ, ਖੋਲਾ ਜਾ ਉਧਰੋਂ, ਕੋਈ ਸਭ ਭੁੰਬਲ ਭੰਬਲ ਪੁੱਛੇ ਪਏ ਨੇ, ਤੂੰ ਕਰਦਾ ਕੀ ਹੈ, ਮੈਨੂੰ ਪਤਾ ਨਹੀਂ ਲੱਗਦਾ। ਮੈਂ ਉਹਨੂੰ ਫੋਨ ਕੀਤਾ ਆਪਣੇ ਯਾਰ ਦੋਸਤ ਨੂੰ ਦਿੱਲੀ ਦੇ ਵਿੱਚ, ਉਹ ਮੈਨੂੰ ਕਹਿੰਦਾ ਸਿੱਧੂ ਸਾਹਿਬ ਜਦੋਂ ਇੱਥੇ ਹਜੂਮ ਆਇਆ ਪੂਰਾ, ਤੇ ਅਸੀਂ ਆਪਣੀਆਂ ਕੁੜੀਆਂ ਵੀ ਸਕੂਲੇ ਭੇਜਣੀਆਂ ਸੀ, ਆਪਣੀ ਸਾਰਾ ਕੁਝ ਅਸੀਂ ਕਰਨਾ ਸੀ, ਤੇ ਅਸੀਂ ਕਟਸੀ ਸੇ ਪਾਣੀ ਦੀਆਂ 2 ਬੋਤਲਾਂ ਲੈ ਕੇ ਅਸੀਂ ਉਹਨਾਂ ਕੋਲ ਵੀ ਆਓ ਪ੍ਰਸ਼ਾਦਾ 'ਚ, ਕਹਿੰਦਾ ਪ੍ਰਸ਼ਾਦਾ ਤੁਹਾਡੀ ਜ਼ਿੰਮੇਵਾਰੀ ਨਹੀਂ, ਹੁਣ ਸਾਡੀ ਜ਼ਿੰਮੇਵਾਰੀ ਹੈ ਮਿੱਤਰਾ, ਪ੍ਰਸ਼ਾਦਾ ਤੁਸੀਂ ਇੱਥੇ ਆ ਕੇ ਖਾਇਆ ਕਰੋ। ਕਹਿੰਦੇ ਉਹ ਕੁੜੀਆਂ ਨੂੰ ਕੋਈ 4 ਮਵਾਲੀ ਖੜ ਕੇ ਕੋਈ ਗੱਲ ਵੀ ਕਰ ਦਿੰਦੇ, ਕਹਿੰਦੇ ਉਹ ਤਿੱਤਰ ਹੋ ਗਏ, ਲੱਭਦਾ ਨਹੀਂ ਕੋਈ, ਕਹਿੰਦਾ ਉਹ ਕਹਿੰਦਾ ਆ ਪੁੱਤਰ ਆਹ ਖਾ ਲਾ, ਆਹ ਖਾ, ਕਹਿੰਦੇ ਐਂ ਲੱਗਦਾ ਹੈ ਜਿਸ ਤਰ੍ਹਾਂ ਕਿ ਪਹਿਲੀ ਵਾਰ ਸਾਨੂੰ ਐਂ ਲੱਗਦਾ ਵੀ ਯਾਰ ਪ੍ਰੋਟੈਕਟਿਡ ਰੇਸ ਕਿੰਨੀ ਵੱਡੀ ਗੱਲ ਹੈ ਮਹਾਰਾਜ। ਤੇ ਫਿਰ ਤੁਸੀਂ ਉਹਨਾਂ ਲੋਕਾਂ ਨੂੰ ਜਿਹੜਾ ਪਵਿੱਤਰ ਸੰਘਰਸ਼, ਝੰਡੇ 'ਚ ਡੰਡੇ ਵਾਲਾ ਸੰਘਰਸ਼ ਹੈ, ਇੱਕ ਪ੍ਰਸਟੀਨ ਸੰਘਰਸ਼ ਨੂੰ ਤੁਸੀਂ ਕਹੋ ਖਾਲਿਸਤਾਨੀ ਖੜਾ, ਵਾਹ ਕਰੇ। ਤੁਹਾਡੇ ਨਾਲ ਕੋਈ ਅਗਰੀ ਨਾ ਕਰੇ ਤਾਂ ਉਹ ਖਾਲਿਸਤਾਨੀ ਹੈ, ਉਹ ਐਂਟੀ ਨੈਸ਼ਨਲ ਹੈ, ਉਹ ਤੁਹਾਡਾ ਫਲਾਨਾ ਹੈ, ਤੁਹਾਡਾ ਢਮਕਾਨਾ ਹੈ। ਉਹ ਲਾਣਤ ਹੈ ਯਾਰ, ਕਦ ਤੱਕ ਚੱਲੋਗੇ ਤੁਸੀਂ? ਕਦੇ ਬੇਰੁਜ਼ਗਾਰੀ ਦੀ ਗੱਲ, ਰੋਜ਼ਗਾਰ ਇੰਨਾ ਦੇਣਾ ਉਹਦੀ ਗੱਲ ਕਰੋ ਯਾਰ, ਕਦੇ ਉਹਦੇ ਵਾਅਦਿਆਂ ਦੀ ਗੱਲ ਕਰੋ ਯਾਰ, ਕਦੇ ਬਲੈਕ ਮਨੀ ਦੀ ਗੱਲ ਕਰੋ ਯਾਰ, ਕਿਸੇ ਚੀਜ਼ ਦੀ ਗੱਲ ਤਾਂ ਕਰ, ਕੋਈ ਤੇ ਡਿਵੈਲਪਮੈਂਟ ਦੀ ਗੱਲ ਕਰ, ਇਕਨੋਮਿਕ ਪਾਲਿਸੀ ਦੀ ਗੱਲ ਕਰ, ਕੋਈ ਤੇ ਗੱਲ ਕਰਨਾ। ਤੁਹਾਡੀ ਪਾਰਟੀ ਹਾਈ ਕਮਾਂਡ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਫਾਰਮਰ ਐਜੀਟੇਸ਼ਨ ਦੇ ਉੱਤੇ ਜ਼ਿਆਦਾ ਹੈ, ਫਾਰਮਰ ਐਜੀਟੇਸ਼ਨ ਸ਼ੁਰੂ ਹੋਇਆ, ਤੁਹਾਡੀ ਪਾਰਟੀ ਹਾਈ ਕਮਾਂਡ ਨੇ ਤੁਹਾਡੇ ਨਾਲ ਕਿਸੇ ਤਰੀਕੇ ਨਾਲ ਕੋਈ ਕੰਟੈਕਟ ਕੀਤਾ ਕਿ ਇਸ ਚੀਜ਼ ਨੂੰ ਕਾਂਗਰਸ ਕਿੱਦਾਂ ਦੇਖਦੀ ਹੈ, ਜਾਂ ਕਾਂਗਰਸ ਕਿਵੇਂ ਚਾਹੁੰਦੀ ਹੈ ਵੀ ਤੁਸੀਂ ਕੁਝ ਕਰੋ ਕਿਸਾਨੀ ਲਈ, ਕਿਉਂਕਿ ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਡੀ ਪਾਰਟੀ ਹਾਈ ਕਮਾਂਡ ਕੁਝ ਸੋਚਦੀ ਹੈ? ਦੇਖੋ ਪਾਰਟੀ ਹਾਈ ਕਮਾਂਡ ਦੀ ਗੱਲ, ਇੱਕ ਪੁਰਾਣਾ ਵੇਦਾਂ ਦਾ ਇੱਕ ਲਾਈਨ ਕਿ ਭਾਲੇ ਦੀ ਨੋਕ ਨਾਲ ਨਾ ਇੱਕ ਬੰਦਾ ਮਰਦਾ ਹੈ, ਵਿਸ਼ ਦੇ ਪਿਆਲੇ ਨਾਲ ਸੈਨਾ ਸਿੱਟ ਲਓ, ਪਰ ਜੇ ਗੁਪਤ ਵਿਚਾਰ ਪ੍ਰਗਟ ਹੋ ਜੇ ਨਾ ਤੇ ਰਾਸ਼ਟਰ ਤਬਾਹ ਹੋ ਜਾਏ। ਇਹ ਗੁਪਤ ਵਿਚਾਰ ਹੈ ਮਿੱਤਰਾ, ਇਹ ਨਹੀਂ ਪ੍ਰਗਟ ਕਰਨਾ। ਤੇ ਸਿੱਧੂ ਸਾਹਿਬ ਪਾਰਟੀ ਤੁਹਾਡੀ ਅੱਜ ਘੇਰ ਰਹੀ ਹੈ ਪੰਜਾਬ ਦੇ ਵਿੱਚ, ਮੁਲਕ ਦੇ ਬਾਹਰ ਤੁਹਾਡੀ ਪਾਰਟੀ ਕਾਂਗਰਸ ਦੇਸ਼ 'ਚ ਗਵਰਨਰ ਹਾਊਸ ਘੇਰੇ ਨੇ, ਤੁਹਾਡੀ ਪਾਰਟੀ ਦੇ ਗਵਰਨਰ ਹਾਊਸ ਘੇਰੇ ਨੇ, ਤੁਸੀਂ ਇੱਥੇ ਬੈਠੇ ਹੋ ਤੇ ਦਿੱਲੀ ਦੇ ਵਿੱਚ ਵੀ ਧਰਨਾ ਲਾਇਆ, ਤੁਸੀਂ ਕਿਸਾਨਾਂ ਦੀ ਸਪੋਰਟ ਕਰਦੇ ਹੋ, ਪਰ ਪਾਰਟੀ ਦੇ ਨਾਲ ਕਿਉਂ ਨਹੀਂ ਮਿਲਦੀ? ਦਿੱਲੀ 'ਚ ਜਦੋਂ ਧਰਨਾ ਸੀਗਾ ਭਾਸ਼ਣ ਕਿਹਦਾ ਚੱਲਿਆ ਸੀ? ਹੁਣ ਤਾਂ ਕੰਟੀਨਿਊ ਚੱਲ ਰਿਹਾ ਹੈ। ਮੈਂ ਤੁਹਾਡੇ ਸਾਹਮਣੇ ਦੇਖ ਲਓ ਵੀ ਉੱਥੇ ਖੜਾ ਸੀ ਕਿ ਨਹੀਂ ਖੜਾ ਸੀ, ਹਰ ਥਾਂ ਤੇ ਜਿੱਥੇ ਮੈਨੂੰ ਕੋਈ ਸੁਨੇਹਾ ਆਉਂਦਾ ਹੈ ਕਿਸੇ ਤਰੀਕੇ ਦੀ ਵੀ ਕੋਈ ਹੁੰਦੀ ਹੈ, ਮੈਂ ਪਰ ਜੇ ਪਾਰਟੀ ਪ੍ਰੈਜ਼ੀਡੈਂਟ ਬਣ ਜਾਓਗੇ ਪੰਜਾਬ 'ਚ ਫਿਰ ਤਾਂ ਜਾਇਆ ਕਰੋਗੇ। ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਮੈਂ ਚਾਚਾ ਨਾ ਕਹਿੰਦਾ ਉਹਨੂੰ। ਕੁੱਲ ਮਿਲਾ ਕੇ ਸਿੱਧਾ ਲਗਾ ਧਾਰ ਕੇ ਆਏ ਹੋ ਵੀ ਤੁਸੀਂ ਆਪਦੀ ਖਬਰ ਤੋਂ ਬਿਨਾਂ ਹੋਰ ਖਬਰ ਕੋਈ ਮਿੱਤਰਾ ਮੇਰੀ ਗੱਲ ਸੁਣੋ, ਧਿਆਨ ਨਾਲ ਸੁਣੋ, ਮੈਂ ਤੁਹਾਨੂੰ ਇਹਦਾ ਜਵਾਬ, ਛੋਟੇ ਭਾਈ ਤੈਨੂੰ ਮੈਂ ਜਵਾਬ ਦੇ। ਵੇਖੋ ਕਿਸਾਨ ਦਾ ਸੰਘਰਸ਼ ਆ, ਮੈਂ ਉਹਨੂੰ ਪਵਿੱਤਰ ਸੰਘਰਸ਼, ਮੈਨੂੰ ਬੜਾ ਗਰਵ ਹੈ, ਮੈਨੂੰ ਫਖਰ ਹੈ, ਗੌਰਵਪੂਰਨ ਬਤਾਇਆ ਹੋਇਆ ਘੰਟਾ ਨਾ ਕੀਰਤੀ ਰਹਿਤ ਯੁਵਾ ਨਾਲੋਂ ਕਿਤੇ ਬਿਹਤਰ ਹੈ। ਇਹ ਜਿਹੜਾ ਸੰਘਰਸ਼ ਚੱਲ ਰਿਹਾ ਉਹ ਐਡਾ ਵੱਡਾ ਹੈ ਤੇ ਮੈਂ ਆਪਣੀਆਂ ਗੱਲਾਂ ਕਰਦਾ ਫਿਰ ਵੀ ਮੈਂ ਕੀ ਕਰ ਰਹਾ ਹਾਂ। ਇਸ ਮੁੱਦਾ ਹੀ ਨਹੀਂ ਨਵਜੋਤ ਸਿੰਘ ਸਿੱਧੂ ਤੁੱਛ, ਮੈਂ ਕਹਿੰਦਾ ਮੁੱਦਾ ਹੀ ਨਹੀਂ ਵੀ ਮੈਂ ਇਹ ਗੱਲ ਕਰਾਂ ਵੀ ਮੈਂ ਕਰਨਾ, ਮੈਂ ਉਹ ਕਰਨਾ, ਉਹ ਆਪਾਂ ਇਹ ਦੇਖੀਏ ਆਪਾਂ ਉਹਨਾਂ ਨਾਲ ਕਿਵੇਂ ਖੜਨਾ ਹੈ, ਰੋਜ਼ ਦਾ ਕੀ ਯੋਗਦਾਨ ਪਾਉਣਾ ਹੈ। ਰਾਤ ਨੂੰ ਜਦੋਂ ਸੌਂਦਾ ਮੈਨੂੰ ਪਤਾ ਹੀ ਲੱਗਦਾ ਖੜਕ ਆਓਗੇ, ਕਿਉਂਕਿ ਮੈਨੂੰ ਪਤਾ ਹੁੰਦਾ ਵੀ ਇਹ ਤੋਂ ਬਿਹਤਰ ਮੈਂ ਨਹੀਂ ਸੀ ਕਰ ਸਕਦਾ। 100 ਵਾਰ ਸੋਚਦਾ ਫਿਰ ਇੱਕ ਲਾਈਨ ਲਿਖਦਾ, ਕਈ ਵਾਰ ਧਿਆਨ 'ਚ ਨਹੀਂ ਆਉਂਦੀ ਤੇ 5 ਘੰਟੇ ਨਹੀਂ ਆਉਂਦੀ, ਕਈ ਆਉਂਦੀਆਂ 3 ਆਉਂਦੀਆਂ ਖੜੀਆਂ 3 ਹੀ ਪਾ ਦੇਣਾ, ਠਾਹ ਕਰਨੀ। ਕੌਨਸਟੀਟਿਊਸ਼ਨ ਦੀ ਗੱਲ ਕਰਨਾ, ਧੱਕੇ ਦੀ ਗੱਲ ਕਰਨਾ, ਟਵਿੱਟਰ ਤੇ ਫੇਸਬੁੱਕ ਹਰ ਥਾਂ ਦੇ ਉੱਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਔਰ ਪਾਰਟੀਆਂ ਤੋਂ ਉੱਤੇ ਉੱਠ ਕੇ ਸਪੋਰਟ ਕਰਨਾ, ਕਿਉਂਕਿ ਮੈਂ ਪਹਿਲੇ ਦਿਨ ਦੇਖ ਲਿਆ ਸੀ ਕਿ ਇਹਨੂੰ ਤੁਸੀਂ ਪਾਰਟੀਆਂ ਦਾ ਨਾਂ ਦੇ ਦਿਓਗੇ, ਇਹਨੂੰ ਛੋਟਾ ਕਰ ਦਿਓਗੇ, ਯੂ ਵਿਲ ਬੀਲਿਟਲ ਦਿਸ ਮੂਵਮੈਂਟ। ਦੇਖ ਲਓ ਤੁਸੀਂ, ਮੈਂ ਪਹਿਲੇ ਦਿਨ ਸੰਘਰਸ਼ 'ਚ ਨਿਕਲਿਆ, ਵਿਧਾਨ ਸਭਾ ਗਿਆ, ਕੋਈ ਈਗੋ ਸੀ, ਉਹ ਕਹਿੰਦੇ ਜੀ ਲਾਸਟ ਤੇ ਬੈਠੋ, ਮੈਂ ਕਿਹਾ ਲਾਸਟ ਤੋਂ ਉੱਤੇ ਬਹਾ ਦੇ, ਕੋਈ ਚੱਕਰ ਨਹੀਂ, ਰੌਲਾ ਹੀ ਨਹੀਂ ਕੋਈ। ਇਹ ਲੋਕਾਂ ਦੇ ਤੇ ਮੈਂ ਚਰਨਾਂ ਦੇ ਵਿੱਚ ਸਿਰ ਲਾ ਦੇਣਾ ਆਪਣਾ। ਤੁਸੀਂ ਬੇਸ਼ੱਕ ਮੁੱਦੇ ਨੂੰ ਡੀਰੇਲ ਨਹੀਂ ਕਰਨਾ ਚਾਹੁੰਦੇ, ਪਰ ਇਹ ਮੇਰੇ ਸਾਰੇ ਸਾਥੀ ਪੱਤਰਕਾਰ ਹੀ ਬੈਠੇ ਆ, ਲੋਕਾਂ ਦੇ ਵਿੱਚ ਵੀ ਇਸ ਗੱਲ ਦੀ ਡਿਮਾਂਡ ਹੈਗੀ ਹੈ ਸਿੱਧੂ ਦੇ ਫਿਊਚਰ ਨੂੰ ਲੈ ਕੇ। ਬੇਸ਼ੱਕ ਤੁਸੀਂ ਬੋਲਣਾ ਨਹੀਂ ਬੋਲਣਾ ਤੁਹਾਡੀ ਮਰਜ਼ੀ ਹੈ, ਪਰ ਇਹ ਵੈਕਿਊਮ ਹੈ, ਲੋਕ ਜਾਣਨਾ ਚਾਹੁੰਦੇ ਆ ਕਿ ਨਵਜੋਤ ਦਾ ਫਿਊਚਰ ਕੀ ਆਉ। ਸਿੱਧੂ ਦੇ ਫਿਊਚਰ ਦੀ ਗੱਲ ਹੀ ਨਹੀਂ, ਫਿਊਚਰ ਪੰਜਾਬ ਦੇ ਦੀ ਗੱਲ, ਔਰ ਫੈਸਲਾ ਕੌਣ ਕਰੂਗਾ ਮਿੱਤਰਾ? ਲੋਕਤੰਤਰ ਦੇ ਵਿੱਚ ਕੋਈ ਬੰਦਾ ਐਡਾ ਵੱਡਾ ਨਹੀਂ ਹੁੰਦਾ ਵੀ ਉਹ ਲੋਕਾਂ ਤੋਂ ਵੱਡਾ, ਫੈਸਲਾ ਲੋਕ ਕਰਨਗੇ ਔਰ ਲੋਕਾਂ ਦੇ ਫੈਸਲੇ ਨੂੰ ਫੈਸਿਲਿਟੇਟ ਮੈਂ ਕਰੂੰਗਾ। ਟਕਾ ਠੋਕ ਮੈਂ ਖੜੂ ਔਰ ਦੱਸੂ, ਪਹਿਲਾਂ ਬੰਦ ਕਮਰਿਆਂ 'ਚ ਗੱਲਾਂ ਕੀਤੀਆਂ, ਹੁਣ ਖੁੱਲ੍ਹ ਕੇ ਗੱਲ ਕਰਨਾ। ਸਿੱਧੂ ਸਾਹਿਬ ਮੰਨ ਲਓ ਕਿਸਾਨ ਧਰਨੇ 'ਚ ਕੋਈ ਪਾਰਟੀ ਨਿਕਲ ਆਉਂਦੀ ਹੈ, ਮੰਨ ਲਓ
ਫਿਰ ਯਾਰ ਫਿਰ ਉਹਦਾ ਅਗਰ ਮਗਰ ਫਿਰ ਮੈਂ ਮੈਨੂੰ ਅਗਰ ਮਗਰ ਚ ਪਾਏਗਾ ਮੈਂ ਇਹ ਖਤਮ ਚਰਚਾ ਆ ਚੱਲ ਰਹੀ ਹੈ। ਵੈਸੇ ਕਿਸਾਨ ਕਹਿੰਦੇ ਅਸੀਂ ਨਹੀਂ ਯਾਰ ਅੰਦਰ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜਦੋਂ ਤੂੰ ਪੈਦਾ ਹੋਇਆ ਸੀ ਉਦੋਂ ਮੈਂ 25-30 ਸਾਲ ਦਾ ਸੀ ਮੇਰਾ ਫਿਰ ਵੀ ਮੈਂ ਇਹਨਾਂ ਗੱਲਾਂ 'ਚ ਨਾ ਪੈ ਯਾਰ, ਮੈਂ ਤੂੰ ਮੇਰਾ ਛੋਟਾ ਭਾਈ ਜਿਵੇਂ ਖੈਰੇ ਹੋਰਾਂ ਨੇ ਜਾਂ ਹੋਰ ਕਈਆਂ ਨੇ ਕਿਹਾ ਕਿ ਅਗਰ ਪਾਰਟੀ ਨਿਕਲਦੀ ਹੈ ਅਸੀਂ ਨੰਗੇ ਪੈਰੀ ਉਹ ਪਾਰਟੀ ਕੋਲ ਜਾਵਾਂਗੇ। ਬਹੁਤ ਸਾਰੇ ਲੋਕਾਂ ਨੇ ਅੱਡ ਖੂਹਾਂ ਦੇ ਪਾਣੀ ਦਾ ਸਵਾਦ ਅਲੱਗ ਅਲੱਗ। ਜੋ ਧੁਨੀ ਸੋਨੇ ਦੇ ਬਰਤਨ ਚੋਂ ਆਉਂਦੀ ਹੈ ਉਹ ਕਾਂਸੇ ਦੇ ਬਰਤਨ ਚੋਂ ਨਹੀਂ ਆਉਂਦੀ। ਇਸ ਤਰ੍ਹਾਂ ਹੀ ਬੇਰ ਤੇ ਕੰਡਾ ਇੱਕ ਡਾਲ ਤੇ ਉਗਦੇ ਹੈ। ਬੇਰ ਹੈ ਤੇ ਕੰਡਾ ਹੈ। ਹਰੇਕ ਬੰਦਾ ਅੱਡ ਹੈ ਮਿੱਤਰਾ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਤੇਰੇ ਗੇਮ 'ਚ ਨਹੀਂ ਆਉਂਦਾ ਪ੍ਰਵਾਹ ਨਾ ਕਰ। ਮੈਂ ਵੱਡੀ ਗੇਮ ਵਾਲੀ ਗੱਲ ਕਰ। ਇਹ ਕੀ ਗੱਲਾਂ ਖੇਡਦਾ ਮੇਰੇ ਨਾਲ ਇਹ ਨਾ ਖੇਡ। ਮੈਂ ਕ੍ਰਿਕਟ ਵਾਲਾ ਖਿਡਾਰੀ ਹਾਂ। ਅਸੀਂ ਪੁੱਛ ਰਹੇ ਹਾਂ ਕਿ ਪਾਰਟੀ ਉੱਥੋਂ ਹਾਂਜੀ ਨਿੱਜੀਕਰਨ ਹੈ ਸਿਆਸਤ ਉਹਦੇ ਨਾਲ ਕਰ ਸਕੇ ਬਿਕੋਜ਼ ਜਿਸ ਤਰ੍ਹਾਂ ਅਸੀਂ ਹੁਣ ਸਿਸਟਮ ਬਣਾ ਲਿਆ ਪੋਲੀਟੀਕਲ ਫੰਡਿੰਗ ਦਾ ਕੈਨ ਵੀ ਸਰਵਾਈਵ ਕੈਨ ਦਿਸ ਪੋਲੀਟੀਸ਼ੀਅਨ ਐਂਡ ਦ ਹੋਲ ਸਿਸਟਮ ਸਰਵਾਈਵ ਵਿਦਆਊਟ ਨਿੱਜੀਕਰਨ? ਮੇਰੀ ਗੱਲ ਨੂੰ ਸੁਣੋ ਤੁਸੀਂ। ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਏਜੰਡਾ ਦੇਵੇ ਨਾ ਕੋਈ। ਤੇ ਤੁਸੀਂ ਕਿੰਨੇ ਇਲੈਕਸ਼ਨ ਲੜੀਆਂ ਇਹ ਦੱਸ ਤੁਸੀਂ ਤੁਹਾਨੂੰ ਇਲੈਕਸ਼ਨ ਲੜਨ 'ਚ ਕਿੰਨਾ ਫੰਡ ਲੱਗਿਆ? ਹਾਂ ਆ ਸ਼ਾਬਾਸ਼ ਓਏ। ਇਹ ਖਾਂਦਾ ਅਲਸੀ ਦੀਆਂ ਪਿੰਨੀਆਂ ਮੈਨੂੰ ਪੂਰਾ ਤੇ ਕਈ ਵਾਰ ਉਹ ਕਰ ਦਿੰਦਾ। ਇਹ ਪੁੱਤਾਂ ਵਾਂਗ ਹੀ ਆ ਮੇਰਾ ਸਗਾ ਭਤੀਜਾ ਹੈ। ਲੋਕ ਕਹਿੰਦੇ ਆ ਵੀ ਮਹਾਰਾਜ 10 ਕਰੋੜ 12 ਕਰੋੜ 15 ਕਰੋੜ ਗੱਲਾਂ ਤੁਸੀਂ ਦੱਸੋ ਜੀ ਮਹਾਰਾਜ ਭਾਜੀ ਕਹਿੰਦੇ ਕਿ ਨਹੀਂ ਕਹਿੰਦੇ ਕਿ ਇੰਨਾ ਲੱਗਦਾ ਜੀ ਇਲੈਕਸ਼ਨ ਦੇ ਉੱਤੇ ਕਿਤੇ ਇੰਨਾ ਲੱਗਦਾ ਜੀ ਕੋਈ ਕਹਿੰਦਾ ਜੀ ਇੰਨਾ ਲੱਗਦਾ ਜੀ। ਮੈਂ ਤੁਹਾਨੂੰ ਪੁੱਛਦਾ ਵੀ ਮੇਰੇ 5 ਇਲੈਕਸ਼ਨਾਂ ਤੇ ਕਿੰਨੇ ਪੈਸੇ? ਮੈਂ ਤੁਹਾਨੂੰ ਕਿੰਨਾ ਕੁ ਲੱਗਿਆ? ਤੁਸੀਂ ਦੱਸੋ ਮਹਾਰਾਜ ਗੈਸ ਦਿਓ ਤੁਸੀਂ। ਅਗਲਾ ਤਾਂ ਕਹਿੰਦਾ ਜੀ ਦੇਖੋ ਐਮਐਲਏ ਵਾਲਾ ਲੜਨਾ ਤੇ ਇੰਨਾ ਕਿਉਂ ਭਾਜੀ ਖਾਂਦੇ ਵਾਲੇ ਸਾਹਿਬ ਕਹਿੰਦੇ ਕਿ ਨਹੀਂ ਕਹਿੰਦੇ ਇੰਨਾ ਲੱਗਦਾ ਜੀ ਮਿਨੀਮਮ ਕਹਿੰਦੇ ਆ ਕਿੰਨਾ 5 ਮਿਨੀਮਮ ਕਹਿੰਦੇ। ਅੱਛਾ ਯਾਰ ਜਵਾਬ ਦੇ ਮੈਂ ਹੱਥ ਮਿਲਾ ਪੂਰੇ ਆ ਰਿਹਾ ਨਾ ਹੱਥ ਮਿਲਾਏ ਤੇ ਹੱਥ ਮਿਲਾਉਣ ਵਾਲੀ ਗੱਲ ਹੈ। ਚਲੋ ਠੀਕ ਹੈ ਓਕੇ 5 ਉਹ ਕਰੋਨਾ ਸੌਰੀ ਕਰੋਨਾ ਠੀਕ ਹੈ 5 ਇਹ ਕਹਿੰਦਾ 5 ਫਿਰ ਲੋਕ ਸਭਾ ਦੇ ਕਿੰਨਾ ਲੱਗਦਾ? ਮੈਂ ਤੇ ਤਿੰਨ ਲੋਕ ਆਵਾਜ਼ ਸਭਾ ਵੈਸੇ 25 ਨਹੀਂ ਜਾਂਦੀ। ਹੈ ਜੀ ਮਿਨੀਮਮ ਆ 5 ਕਹਿੰਦੇ। ਜਾਂਦੀ। ਆਵਾਜ਼ ਬੱਚੀ 5 ਮਿਨੀਮਮ ਕਹਿੰਦੇ ਸਿੱਧੂ ਸਾਹਿਬ। 5 ਮਿਨੀਮਮ ਨਹੀਂ ਤੁਹਾਡੇ ਵਰਗੇ ਕੱਦ ਤੇ ਮੇਰੇ ਵਰਗੇ ਕਰਤੇ ਠੀਕ ਹੈ। ਲਓ ਦੂਜਿਆਂ ਦੀ ਇੰਨੀ ਹੁਣ ਤੁਹਾਨੂੰ ਮੈਂ ਦੱਸਦਾ 1% ਇਹਦੇ ਚ ਕੋਈ ਇੰਨਾ ਵੀ ਬਲਵਿੰਗ ਨਹੀਂ। ਟੋਟਲ 5 ਇਲੈਕਸ਼ਨ 47 ਲੱਖ 47 ਲੱਖ 47 ਲੱਖ ਲੋਕਾਂ ਨੇ ਲੜੇ। ਅੱਜ ਤੱਕ ਸਟੇਜ ਨਹੀਂ ਲਾਇਆ, Election ਪੋਸਟਰ ਨਹੀਂ commission ਲਾਇਆ, ਕਦੇ ਪੋਸਟਰ ਨਹੀਂ ਲਾਇਆ ਲੋਕਾਂ ਨੇ ਮੈਨੂੰ। ਮੈਂ ਕਦੇ ਤੁਸੀਂ ਦੇਖੋ ਮੇਰਾ ਮੈਂ ਜਦੋਂ ਕੋਈ ਮੁੰਡਾ ਮੈਨੂੰ ਕਹਿੰਦਾ ਮੈਂ ਵੀ ਪੋਸਟਰ ਲਾਇਆ ਮੈਂ ਕਿਹਾ ਯਾਰ ਬਖਸ਼ ਪੋਸਟਰ ਲੋਕਾਂ ਦੇ ਦਿਲਾਂ 'ਚ ਹੋਣੇ ਜਿਹੜੇ ਜਿੰਨੇ ਪੋਸਟਰ ਲਾਉਂਦੇ ਆ ਲੋਕੀ ਉਹਨਾਂ ਨੂੰ ਖਿੱਚਦੇ ਆ ਉਹਨਾਂ ਹੀ ਲਾ ਦਿੰਦੇ ਆ ਥੱਲੇ। ਦੇਖ ਪੋਸਟਰ ਇੱਧਰ ਕੋਈ ਕੰਪਲੈਕਸ ਹੈ ਬੰਦੇ ਨੂੰ ਵੀ Election ਮੈਨੂੰ ਕੋਈ ਜਾਣਦਾ ਨਹੀਂ ਪਛਾਣਦਾ ਨਹੀਂ ਉਹਨੂੰ ਕੰਪਲੈਕਸ ਲਾਣਾ ਹੈ। ਇਲੈਕਸ਼ਨ ਕਮਿਸ਼ਨ ਨੇ ਅਵਾਰਡ ਇਲੈਕਸ਼ਨ ਕਮਿਸ਼ਨ ਨੂੰ ਪਤਾ ਹੀ ਨਹੀਂ ਹੈ ਉਹ ਤੇ ਥੱਲੋਂ ਦੀ ਹੈ ਨਾ। ਜੇ ਤੋਂ ਅੰਦਰ ਕੀ ਬਾਤ ਹੈ ਕਿੱਥੋਂ ਲੱਗਦੇ ਆ ਕਿੱਥੇ ਲਾਉਂਦੇ ਆ ਕੀ ਕਰਦੇ ਆ। ਪਰ ਮੈਂ ਤੁਹਾਨੂੰ ਜੋ ਕਹਿ ਰਿਹਾ ਬਿਲਕੁਲ ਫੈਕਟ ਹੈ। ਮੈਨੂੰ ਕਈ ਲੋਕ ਆਉਂਦੇ ਆ ਤੂੰ ਸਾਹਿਬ ਤੂੰ ਮੇਰਾ ਆਹ ਕੰਮ ਕੀਤਾ ਸੀ ਇੰਨੇ ਪੈਸੇ ਚਾਹੀਦੇ। ਮੈਂ ਕਹਿੰਦਾ ਅੱਛਾ ਚੱਕ ਮਿੱਤਰਾ ਆ ਫਲਾਨੀ ਡੇਟ ਤੇ ਇੱਥੇ ਫਲਾਨੀ ਥਾਂ ਦੇ ਉੱਤੇ ਲਾ ਦੇ। ਉਹ ਕਹਿੰਦਾ ਮੈਂ ਲਾਵਾਂ ਲਾ ਨਾ ਯਾਰ ਅਗਲਾ ਸੱਦ ਕੇ ਲਾਉਂਦਾ। ਮੇਰੇ ਕੋਲ ਬਚ ਗਏ ਸੀ ਮੈਂ ਜਾ ਕੇ ਜੇਲ੍ਹ ਸਾਹਿਬ ਦੇ ਦਿੱਤੇ। ਜੇਲ੍ਹ ਸਾਹਿਬ ਕਹਿੰਦਾ ਕਿੰਨੇ ਬਚੇ? ਮੈਂ ਕਿਹਾ ਜੀ ਆ ਇੰਨੇ ਬਚੇ। ਕਿੰਨੇ? ਕਹਿੰਦਾ 70,000। ਮੈਂ 70,000 ਮੈਂ ਦਿੱਤੇ ਤੈਨੂੰ ਇੱਕ ਵੀ ਸੀ। ਮੈਂ ਕਿਹਾ ਜੀ ਹੁਣ 70 ਬਚ ਗਏ ਤੇ ਮੈਂ ਬਚ ਗਏ ਹੁਣ ਮੈਂ ਕੀ ਕਰਾਂ? ਆਗੇ ਜਾ ਕੇ ਉਹਨੂੰ ਉਹ ਦੇ ਦੇ ਉੱਥੇ ਬਖਸ਼ੀ ਰਾਮ ਦੇ ਦੇ ਉਹ ਦਫ਼ਤਰ ਬਣਾ ਦੇਣੇ ਮੈਂ। ਫਿਰ ਫੋਨ ਆਇਆ ਉਹ ਲਵਾ ਦੇ ਤੂੰ। ਮੈਂ ਕਿਹਾ ਸਹੀ ਠੀਕ ਆ ਤੂੰ ਕਹਿੰਦੀ ਠੇਕੇਦਾਰ ਕੋਈ ਇਹ ਗੱਲ ਥੋੜਾ ਨਾ ਭਾਜੀ ਐਵੇਂ ਥੋੜਾ ਨਾ ਵਿਸ਼ਵਾਸ ਬਣਦਾ ਹੈ। ਕਿਸੇ ਦੇ ਕਹਿਣ ਨਾਲ मैं हमेशा कहना डोंट रेज योर वॉइस रेज योर आर्ग्यूमेंट। तब से गल करो तर्क दे आ मुंडा बहुत वधिया गल करदा मैं ਇਹਨੂੰ ਸੁਣਦਾ ਉਹਨੂੰ ਕਈ ਵਾਰ ਐਂ ਟਕਾਕੇ ਤੋਂ ਫੋਨ ਲਾ ਕੇ ਉਹਨੂੰ ਸੁਣਦਾ ਹੁੰਦਾ ਜਿਹੜੇ ਵਧੀਆ ਮੈਨੂੰ ਲੱਗਦੇ ਆ। ਮੈਂ ਉਹਨੂੰ ਫੋਨ ਕਰਕੇ ਆਪ ਲਾਇਆ ਤੂੰ ਆਪ ਫੋਨ ਕੀਤਾ ਕਿ ਨਹੀਂ ਕਿੰਨਾ ਤੈਨੂੰ ਆਪ ਫੋਨ ਮੈਨੂੰ ਵਧੀਆ ਜਿਹੜੇ ਲੱਗਦੇ ਮੈਂ ਕਰ ਮੈਨੂੰ ਕੋਈ ਪਬਲਿਸਿਟੀ ਦਾ ਹੋਇਆ ਦੱਸੋ। ਚਲੋ आज के लिए इतना काफी है। ਜੀ ਪਿੱਛੇ ਕਹਿ ਰਹੇ ਕਿ ਬਹੁਤ ਸਾਰੀਆਂ ਤਮੰਨਾ ਪੂਰੀਆਂ ਹੋਈਆਂ ਇੱਕ ਤਮੰਨਾ ਰਹੇਗੀ ਇੱਕੋ ਤਮੰਨਾ ਮੈਂ ਕਹਿੰਦਾ ਉਸੇ ਤਮੰਨਾ ਲਈ ਜੀਊਂਗਾ ਉਮਰ ਕੱਢ ਦੂੰਗਾ ਔਰ ਉਹਦੇ ਲਈ ਕੋਈ ਸਮਝੌਤਾ ਨਹੀਂ। ਮੈਂ ਤੁਹਾਨੂੰ ਫੇਰ ਕਹਿ ਰਿਹਾ ਕੋਈ ਸਮਝੌਤਾ ਨਹੀਂ ਕੋਈ ਸ਼ਾਰਟਕਟ ਨਹੀਂ ਖੜਾ ਰਹੂੰਗਾ ਉਹਦੇ ਕੋਈ ਕੰਪਰੋਮਾਈਜ਼ ਨਹੀਂ। ਔਰ ਉਹ ਮੇਰੀਆਂ ਵੈਲਿਊਜ਼ ਦਾ ਸਭ ਤੋਂ ਵੱਡੀ ਚੀਜ਼ ਹੈ ਪੰਜਾਬ ਦੀ ਰੈਜ਼ਰੈਕਸ਼ਨ ਉੱਥਾਨ। ਪੰਜਾਬ ਖੜਾ ਹੁੰਦਾ ਦੇਖਣਾ ਜੇ ਨਾ ਜੇ ਕਿਤੇ 1% ਮੈਨੂੰ ਤਾਂ 1% ਡਾਊਟ ਨਹੀਂ ਉਹ ਰੱਬ ਨੇ ਕਦੇ ਅੱਜ ਤੱਕ ਕੋਈ ਅਰਦਾਸ ਹੈ ਜੀ ਹੈ ਹੀ ਨਹੀਂ ਜਿਹੜੀ ਪੂਰੀ ਨਹੀਂ ਕੀਤੀ। ਜੇ ਉਹਨੇ 1% ਮੇਰੇ ਕਰਮਾਂ 'ਚ ਨਾਂ ਲਿਖਿਆ ਦੁਬਾਰੇ ਆਉਂ। ਇਹ ਸੂਬਾ ਗੁਰੂਆਂ ਦੀ ਚਰਨ ਛੋਹ ਦਾ ਬੇਨਤੀ ਕਰਨੀ ਹੁਕਮ। ਉਹਦੀ ਨਾ ਸਾਰੀ ਗੱਲਾਂ ਬਾਤਾਂ ਤੋਂ ਜਦੋਂ ਤੁਸੀਂ ਕਿਹਾ ਕਿ ਪੰਜਾਬ ਐਜ਼ ਏ ਹੀਰੋ ਜਾ ਰਿਹਾ ਅੱਗੇ ਵਧ ਰਿਹਾ ਸਵਾਲ ਇਹ ਹੈ ਕਿ ਤੁਸੀਂ ਚਿੰਤਾਵਾਂ ਦੇਖ ਕੇ ਜੇ ਪੰਜਾਬ ਹੁਣ ਹੀਰੋ ਆ ਕੱਲ੍ਹ ਨੂੰ ਇਹ ਅੰਦੋਲਨ ਦਾ ਕੀ ਬਣਦਾ ਕੀ ਨਹੀਂ ਬਣਦਾ ਉਹ ਬਾਅਦ ਦੀ ਗੱਲ। ਪਰ ਜੇ ਉਹਨੂੰ ਐਜ਼ ਏ ਕਲਪਰੇਟ ਜਾਂ ਕੱਲ੍ਹ ਨੂੰ ਸਜ਼ਾ ਦੇਣ ਦੇ ਲਈ ਮੋਢੀ ਰੱਖ ਲਿਆ ਅਗਲਿਆਂ ਨੇ ਇਹ ਫਿਰ ਢੁੱਕੂਗਾ ਵੀ ਪੰਜਾਬ 'ਚ ਜਿਹੜੇ ਭੋਲੇ ਲੋਕ ਇਸ ਵਕਤ ਉੱਥੇ ਬੈਠੇ ਨੇ ਉਹਨਾਂ ਦਾ ਨੁਕਸਾਨ ਜੋ ਹੋਇਆ
ਫਿਰ ਉਹਦਾ ਕੀ ਹੱਲ ਹੈ? ਮੈਂ ਕਿਹਾ ਪੂਰਾ ਹੱਲ ਭਾਜੀ, ਮੈਂ ਕਿਹਾ ਇਸ ਤੋਂ ਵੱਡਾ ਹੱਲ ਹੀ ਕੋਈ ਨਹੀਂ ਕਿ ਸਾਰੇ ਡਟ ਕੇ ਖੜਨ। ਦੇਖੋ ਕੋਈ ਰੈਜ਼ਿਗਨੇਸ਼ਨ ਦੇ ਦੇ, ਕੋਈ ਇਹ ਦੇ ਦੇ, ਉਹ ਗੱਲ ਨਹੀਂ, ਲੜਨਾ ਪੈਣਾ ਭਾਜੀ, ਲੜਨਾ ਹੈ ਵੀ ਇਹਨਾਂ ਦੇ ਪੋਤੜੇ ਖੋਲੋ, ਇਹਨਾਂ ਨੂੰ ਆਵਾਜ਼ ਮਾਰੋ ਤੇ ਆਪਣੇ ਆਤਮ ਨਿਰਭਰ ਹੋਣ ਦੀ ਰਾਹ ਲੱਭੋ ਭਾਜੀ। ਕੋਈ ਦੇਖੋ ਮੇਰੀ ਗੱਲ ਸੁਣੋ, ਪੰਜਾਬ ਉੱਠਣਾ ਕਿਵੇਂ ਹੈ? ਕਿਸੇ ਏਜੰਡੇ ਤੇ ਉੱਠਣਾ, ਕਿਸੇ ਰੋਡ ਮੈਪ ਤੇ ਉੱਠਣਾ ਨਾ, ਕਿਸੇ ਪਾਲਿਸੀ ਤੇ ਉੱਠਣਾ ਨਾ। ਤੇ ਜੇ ਤੁਸੀਂ ਪਾਲਿਸੀ ਨਹੀਂ ਦਿਓਗੇ, ਇੱਕ ਦੂਜੇ ਨੂੰ ਗਾਲਾਂ ਹੀ ਕੱਢੀ ਜਾਓਗੇ ਤੇ ਇੱਕ ਦੂਜੇ ਨੂੰ ਉਂਗਲੀ ਚੱਕੀ ਜਾਓਗੇ, ਤੇ ਕਿੱਥੋਂ ਉੱਠਣਾ? ਫਿਰ ਤੁਸੀਂ 500 ਵਾਅਦੇ ਕਰ ਦਿਓਗੇ, ਫਿਰ 500 ਵਾਅਦਿਆਂ ਦੇ ਵਿੱਚੋਂ ਕੋਈ ਕਹੂਗਾ ਜੀ ਇੰਨੇ ਹੋ ਗਏ, ਉਹ ਕਹੂਗਾ ਜੀ ਇੰਨੇ ਹੋ ਗਏ। ਭਾਈ 10-12 ਗੱਲਾਂ ਕਰੋ। ਉਹ 10-12 ਗੱਲਾਂ ਦੇ ਵਿੱਚੋਂ ਮੈਂ ਕਹਿੰਦਾ 8 ਪੂਰੀਆਂ ਕਰ ਦਿਓ, 7 ਪੂਰੀਆਂ ਕਰ ਦਿਓ, ਲੋਕ ਜੈ-ਜੈਕਾਰ ਕਰਨਗੇ। ਨਾ ਸ਼ਹਿਰੀ ਭਾਜੀ ਮੈਨੂੰ ਇੱਕ ਗੱਲ ਦੱਸੋ, ਤੁਸੀਂ ਜਿਹੜੀ ਆ ਗੱਲ ਕਰ ਰਹੇ ਹੋ, ਹੁਣ ਜਿਹੜਾ ਬੋਲਦਾ ਹੈ, ਜਿਨ੍ਹਾਂ ਦੀ ਤੁਸੀਂ 2 ਜਣਿਆਂ ਦੀ ਗੱਲ ਕਰਦੇ ਹੋ, ਉਹ ਡਾਇਰੈਕਟਲੀ ਇੰਡਾਇਰੈਕਟਲੀ ਉਹ ਸੱਦ ਲੈਂਦੇ ਆ, ਚਾਹੇ ਈਡੀ ਦੇ ਥਰੂ ਸੱਦ ਲਿਆ, CBI ਦੇ ਥਰੂ ਸੱਦ ਲਿਆ, ਜਿਹਨੂੰ ਮਰਜ਼ੀ। ਹੁਣ ਤੁਹਾਡੇ ਆਪਣੀ ਪਾਰਟੀ ਦੇ MLA ਮਾਈਨਿੰਗ ਉਹ ਕਰਾਉਂਦੇ ਆ, ਇਲੀਗਲ ਲਿਕਰ ਮਾਫੀਆ ਉਹ ਚਲਾਉਂਦੇ ਆ ਰੀਅਲ ਐਸਟੇਟ ਦੇ ਵਿੱਚ ਇਹਨਾਂ ਦਾ ਪੈਸਾ ਲੱਗਿਆ। ਫਿਰ ਇਹ ਪਾਲਿਸੀਆਂ ਕਿੱਦਾਂ ਬਣਾਉਣਗੇ ਤੇ ਜਦੋਂ ਬਣਾਉਣਗੇ ਇਹਨਾਂ ਨੂੰ ਤਾਂ ਉੱਥੇ ਬੁਲਾ ਲਿਆ ਜਾਊਗਾ। ਹੁਣ ਤੁਹਾਡੇ ਨਾਲ ਹੀ ਆ ਉਹ। ਮਿੱਤਰਾ ਤੂੰ ਮੇਰੇ ਨਾਲੋਂ ਜ਼ਿਆਦਾ ਜਾਣਕਾਰ ਹੈ, ਮੈਂ ਇਹਦੇ 'ਚ ਕੀ ਕਹਿ ਸਕਦਾ? ਜੋ ਕਹਿ ਰਹੇ ਠੀਕ ਕਹਿ ਰਹੇਗਾ। ਮੈਂ ਕਿਹਾ ਫਿਰ ਪ੍ਰਿੰਸੀਪਲ ਨੂੰ ਫਿਰ ਪੁੱਛਣਾ, ਫਿਰ ਉਹੀ ਗੱਲ। ਕਿਸਾਨ ਅੰਦੋਲਨ ਦਾ ਇੱਕ ਬੜਾ ਇੰਪੋਰਟੈਂਟ ਸਵਾਲ ਹੈ। ਬੜੀਆਂ NGO ਲੱਗੀਆਂ ਹੋਈਆਂ ਉੱਥੇ ਜਿਹੜਾ ਕੰਮ ਕਰ ਰਹੀਆਂ ਚੈਰਿਟੀ ਦਾ। ਖਾਲਸਾ ਏਡ ਵੀ ਉੱਥੇ ਜੁਟੀ ਵੀ ਹੈ ਸੁਭਾਵਿਕ ਤੌਰ ਤੇ ਹੈ। ਖਾਲਸਾ ਏਡ ਨੂੰ ਬੜੇ ਨੋਟਿਸ ਵਗੈਰਾ NIA ਦੇ ਵੱਲੋਂ ਆ ਰਹੇ ਆ ਤੇ ਇਨਵੈਸਟੀਗੇਸ਼ਨ ਹੋ ਰਹੀ ਹੈ। ਤੁਸੀਂ ਇਸ ਵਰਤਾਂਤ ਨੂੰ ਕਿਵੇਂ ਵੇਖਦੇ ਹੋ? ਦੇਖੋ ਜਿਹੜਾ ਬੰਦਾ ਸੱਚਾ ਸੁੱਚਾ ਹੈ ਨਾ ਔਰ ਇਸ ਮੂਵਮੈਂਟ ਦੇ ਨਾਲ ਖੜਾ, ਉਹ ਇਹਨਾਂ ਨੂੰ ਇੱਕ ਅੱਖ ਸੁਹਾਉਂਦਾ ਨਹੀਂ। ਉੱਥੇ ਮੇਰੇ ED ਨੂੰ, ਤਾਂ ਹੀ ਤਾਂ ਮੈਂ ਕਹਿੰਦਾ ਸੰਸਥਾਵਾਂ ਰਾਜਨੀਤੀਕਰਨ ਬਣ ਗਿਆ, ਗੁੱਡੇ ਬਣਾ ਕੇ, ਸਮਝਦੇ ਨੇ ਉਹਨਾਂ ਨੂੰ ਫਿਰ ਇਹ ED ਲਾ ਦਿੰਦੇ ਆ। ਇੱਥੇ ਆੜਤੀਆਂ ਨੂੰ ਨੋਟਿਸ ਆਏ ਆ, ਦੱਸਿਓ ਕਦੇ ਪਹਿਲਾਂ ਆਏ ਸੀ ਨੋਟਿਸ ਆਏ ਹੈ? ਹੁਣ ਤੁਸੀਂ ਮੈਨੂੰ ਦੱਸੋ, ਖਾਲਸਾ ਏਡ ਤੋਂ ਉੱਤੇ ਜਦੋਂ ਖਾਲਸਾ ਏਡ ਸਾਰੀ ਦੁਨੀਆ ਦੇ ਵਿੱਚ ਆਪਣਾ ਪਰਚਮ ਫਹਿਰਾ ਕੇ ਭਲਾ ਕਰਦੀ ਹੈ, ਲੰਗਰ ਲਾਉਂਦੀ ਹੈ, ਲੋਕਾਂ ਦੇ ਭਲੇ ਕਰਦੀ ਹੈ, ਨਿਸ਼ਕਾਮ ਕਰਮ ਕਰਦੀ ਹੈ, ਉਦੋਂ ਕਦੇ ਕਹਿੰਦੇ ਹੈ? ਅੱਜ ਉਹ ਇਸ ਮੂਵਮੈਂਟ ਦੇ ਨਾਲ ਖੜੀ ਹੋ ਗਈ, ਮੂਵਮੈਂਟ ਨੂੰ ਸਪੋਰਟ ਕਰ ਰਹੀ ਹੈ। ਇਸ ਕਰਕੇ ਇਹ ਮੂਵਮੈਂਟ ਕਿਉਂ ਖੜੀ ਹੈ? ਕਿਸੇ ਨੇ ਰਿਅਲਾਈਜ਼ ਕੀਤਾ ਹੈ? ਉਹ ਭਾਈ ਉੱਥੋਂ ਕਿਸਾਨ ਆਏ ਸੀ, ਤਾਮਿਲਨਾਡੂ ਤੋਂ ਆਏ ਸੀ, ਹੋਰ ਆਏ ਸੀ, 2 ਦਿਨ ਨਹੀਂ ਖੜ ਸਕੇ, ਉਹਨਾਂ ਨੂੰ ਰੋਟੀ ਪਾਣੀ ਨਹੀਂ ਚੱਲੀ। ਉਹ ਬਾਂਗਲਾ ਸਾਹਿਬ ਰੋਟੀ ਖਾਂਦੇ ਸੀ, 2 ਦਿਨ ਰੋਟੀ ਪਾਣੀ ਚੱਲੀ, ਵਿਚਾਰੇ ਹਤਾਸ਼ ਹੋ ਕੇ ਚੱਲ ਗਏ। ਜਜ਼ਬਾ ਉਹਨਾਂ 'ਚ ਸੀ। ਪੰਜਾਬੀ ਅੱਡ ਹੈ, ਪੰਜਾਬੀ ਕਹਿੰਦਾ ਲੱਗ ਗਿਆ ਇੱਥੇ ਹੁਣ ਗੱਡਤਾ ਮਿੱਤਰਾ। ਤੇ ਕੋਈ ਦੇਖੋ ਇਹ ਮਾਰਸ਼ਲ ਕੌਮ ਹੈ, ਗੁਰੂ ਦੀ ਕੌਮ ਹੈ, 1.25 ਲੱਖ ਵਰਗਾ ਇੱਕ ਹੈ। ਕਹਿੰਦਾ ਮਿੱਤਰਾ ਅਸੀਂ ਤੇ ਰੋਟੀ ਸਾਰਿਆਂ ਨੂੰ ਖਵਾਵਾਂਗੇ, ਲਾ ਜਾਓ ਸਾਰਾ, ਮੈਂ ਕਹਿੰਦਾ ਤੂੰ ਸਾਰਾ ਜਹਾਨ ਆ ਜੇ ਅਸੀਂ ਖਾਵਾਂਗੇ। ਫਰਕ ਹੈ ਨਾ, ਸੋਚ ਦਾ ਫਰਕ ਹੈ, ਮਤਲਬ ਅਪਰੋਚ ਦਾ ਫਰਕ ਹੈ। ਦ ਡਿਸਟੈਂਸ ਫਰੋਮ ਅਰਥ ਟੂ ਹੈਵਨ ਇਜ਼ ਨਾਟ ਅ ਮੈਟਰ ਆਫ ਆਲਟੀਟਿਊਡ, ਇਟ ਇਜ਼ ਅ ਮੈਟਰ ਆਫ ਐਟੀਟਿਊਡ। ਐਟੀਟਿਊਡ ਹੈ ਇਸ ਕੌਮ, ਇਹ ਐਟੀਟਿਊਡ ਹੈ, ਇਹ ਗੁਰੂਆਂ ਦੀ ਸੇਧ ਹੈ। ਕੁਰਬਾਨ ਹੋ ਜਾਂਦੇ ਆ ਚੰਗੇ ਕੰਮਾਂ ਵਾਸਤੇ, ਕਿਰਦਾਰ ਨੇ। ਖਬਰ ਵੱਡੀ ਹੈ ਤੇ ਸਵੇਰੇ ਛਪਣੀ ਛੋਟੀ ਭੈਣ, ਮੈਂ ਤੈਨੂੰ ਇੱਕ ਆਪਦਾ ਨਾ ਇਹਦੀ ਡਿਸਕਸ਼ਨ ਹੈ ਮੇਰੀ, ਮੈਂ ਤੈਨੂੰ ਉਹੀ ਦੇ ਦੇਣਾ ਨਾਲ ਕਰਕੇ। ਸੌਰੀ ਮੈਂ ਤੈਨੂੰ ਮਤਲਬ ਉਹ ਜਿਹੜਾ ਕਨੈਕਟ ਸੀਗਾ, ਤੇਰਾ ਸਵਾਲ ਵੀ ਖਾਲੀ ਥੋੜਾ